ਮੰਨ ਲਓ ਕਿ ਕੋਈ ਨਿਊਜ਼ ਆਈ ਅਖਬਾਰ ਦੇ ਵਿੱਚ ਕਿ ਕੰਪਨੀ ਨੇ ਵੀ ਸਰਕਾਰ ਨੇ ਨਾ ਇਹ ਜਿਹੜੀ ਸ਼ੂਗਰ ਮੈਨੂਫੈਕਚਰਿੰਗ ਕੰਪਨੀ ਦਾ ਉਹਨਾਂ ਲਈ ਆਹ ਪੈਕੇਜ ਅਨਾਉਂਸ ਕਰਤਾ ਹੈ। ਹੁਣ ਤੁਸੀਂ ਦੇਖੋਗੇ ਕਿ ਠੀਕ ਹੈ ਜੀ ਸ਼ੂਗਰ ਮੈਨੂਫੈਕਚਰਿੰਗ ਕੰਪਨੀਜ਼ ਹੈ, ਉਹਦੇ ਵਿੱਚ ਇੱਕ ਨਾਮ ਆਇਆ ਬਲਰਾਮਪੁਰ ਚੀਨੀ। ਤੁਸੀਂ ਤਾਂ ਨਾਮ ਹੀ ਪਹਿਲੀ ਵਾਰੀ ਸੁਣਿਆ, ਤੁਹਾਨੂੰ ਕੀ ਪਤਾ ਕਿ ਉਹ ਕੰਪਨੀ ਕਿੱਦਾਂ ਦੀ ਹੈ, ਪੋਜ਼ਿਟਿਵ ਹੈ, ਨੈਗੇਟਿਵ ਹੈ। ਤਾਂ ਫਿਰ ਆਪਾਂ ਸਭ ਤੋਂ ਪਹਿਲਾਂ ਕੀ ਕਰਾਂਗੇ, ਆਪਾਂ ਉਹਦੀ ਬੈਲੈਂਸ ਸ਼ੀਟ ਪੜਾਂਗੇ। ਬੈਲੈਂਸ ਸ਼ੀਟ 'ਚ ਆਪਾਂ ਉਹੀ ਪਹਿਲੀਆਂ 3 ਚੀਜ਼ਾਂ ਪੜਾਂਗੇ ਕਿ ਜਿਹੜੀ ਇਕੁਇਟੀ ਸ਼ੇਅਰ ਕੈਪੀਟਲ ਹੈ ਉਹ ਕੀ ਹੈ, ਉਹ ਸੇਮ ਰਹਿ ਰਹੀ ਹੈ ਜਾਂ ਉਹ ਘਟਣੀ ਚਾਹੀਦੀ ਹੈ, ਵਧਣੀ ਨਹੀਂ ਚਾਹੀਦੀ। ਸੈਕਿੰਡ, ਕੀ ਕੰਪਨੀ ਦੇ ਰਿਜ਼ਰਵ ਹਰ ਸਾਲ ਵਧ ਰਹੇ ਹੈ, ਠੀਕ ਹੈ ਜੀ। ਕੀ ਕੰਪਨੀ ਦਾ ਜਿਹੜਾ ਡੈਟ ਹੈ ਉਹ ਜ਼ੀਰੋ ਹੈ ਜਾਂ ਹਰ ਸਾਲ ਘਟਦਾ ਜਾ ਰਿਹਾ, ਠੀਕ ਹੈ। ਤਾਂ ਆਪਾਂ ਨੂੰ ਇਹਨਾਂ 3 ਪੁਆਇੰਟਾਂ ਤੋਂ ਪਤਾ ਚੱਲਿਆ ਕਿ ਕੰਪਨੀ ਵਧੀਆ ਹੈ। ਹੁਣ ਆਪਾਂ ਇਹਨੂੰ ਪ੍ਰੋਪਰ ਸਾਰੀ ਇਹਦੀ ਬੈਲੈਂਸ ਸ਼ੀਟ ਤੇ ਪ੍ਰੋਫਿਟ ਐਂਡ ਲਾਸ ਪੜ ਲਾਂਗੇ। ਜਦੋਂ ਆਪਾਂ ਫਿਗਰਸ ਪੜਾਂਗੇ ਆਪਾਂ ਨੂੰ ਫਿਗਰ ਸਮਝ ਆ ਗਈਆਂ, ਫਿਰ ਇਸ ਤੋਂ ਬਾਅਦ ਆਪਾਂ ਦੇਖਾਂਗੇ ਰੇਸ਼ੋਜ਼ ਦੇ ਨਾਲ ਉਸ ਕੰਪਨੀ ਨੂੰ ਕੱਢਾਂਗੇ। ਫਿਰ ਆਪਾਂ ਦੇਖਿਆ ਸੀ, ਆਪਾਂ ਜਦੋਂ ਰੇਸ਼ੋਜ਼ ਦੀ ਗੱਲ ਕੀਤੀ ਸੀ ਨਾ, ਤਾਂ ਆਪਾਂ ਦੇਖਿਆ ਕਿ ਕੀ ਬੈਲੈਂਸ ਹੈ ਉਸ ਕੰਪਨੀ ਦੇ ਵਿੱਚ, ਠੀਕ ਹੈ। ਜਿਹੜੀ ਉਸੇ ਸੈਕਟਰ ਦੀ ਕੋਈ ਹੋਰ ਕੰਪਨੀ ਹੈ, ਆਪਾਂ ਸ਼ੂਗਰ ਮਿਲਸ ਦੇਖਿਆ, ਆਪਾਂ ਹੁਣ ਇੱਕ ਰੇਨੂਕਾ ਸ਼ੂਗਰਸ ਵੀ ਹੈ, ਇੱਕ ਬਲਰਾਮਪੁਰ ਚੀਨੀ ਹੈ, ਦੂਜੀ ਰੇਨੂਕਾ ਸ਼ੂਗਰਸ ਹੈ। ਆਪਾਂ ਬੈਲੈਂਸ ਸ਼ੀਟਸ ਦੋਵਾਂ ਦੀਆਂ ਪੜ੍ਹ ਲਈਆਂ, ਦੋਵਾਂ ਦੀਆਂ ਬੈਲੈਂਸ ਸ਼ੀਟਸ ਅੱਛੀਆਂ ਨੇ, ਦੋਵੇਂ ਪ੍ਰੋਫਿਟ ਕਮਾ ਰਹੀਆਂ ਨੇ। ਪਰ ਜਦੋਂ ਦੋਵਾਂ ਚੋਂ ਕਿਹੜੀ ਕੰਪਨੀ ਵਧੀਆ ਹੈ, ਜਦੋਂ ਆਪਾਂ ਇਹ ਗੱਲ ਕਰਾਂਗੇ ਤਾਂ ਉਹਦੇ ਲਈ ਫਿਰ ਆਪਾਂ ਨੂੰ ਰੇਸ਼ੋਜ਼ ਕੱਢਣੀਆਂ ਪੈਣੀਆਂ, ਠੀਕ ਹੈ। ਇਹਨਾਂ ਦਾ ਐਗਜ਼ੀਕਿਊਸ਼ਨ ਕੀ ਹੈ ਕਿ ਜਦੋਂ ਆਪਾਂ ਦੋ ਇੱਕੋ ਸੈਕਟਰ ਦੀਆਂ ਦੋ ਕੰਪਨੀਆਂ ਨੂੰ ਕੰਪੇਅਰ ਕਰ ਰਹੇ ਹਾਂ ਓਵਰਆਲ, ਤਾਂ ਆਪਾਂ ਰੇਸ਼ੋਜ਼ ਦੇਖਦੇ ਹਾਂ ਕਿ ਕਿਹਦੀ ਅਰਨਿੰਗ ਪਰ ਸ਼ੇਅਰ ਜ਼ਿਆਦਾ ਹੈ, ਠੀਕ ਹੈ। ਕਿਹਦਾ ਕਰੰਟ ਜਿਹੜਾ ਉਹ ਐਸੈਟਸ ਦੀ ਲਾਇਬਿਲਿਟੀ ਹੈ ਜਾਂ ਫਿਰ ਉਹਦੀ ਕਰੰਟ ਟਰਨਓਵਰ ਹੈ ਉਹ ਜ਼ਿਆਦਾ ਬੈਟਰ ਦੇ ਰਹੀ ਹੈ, ਫਿਰ ਆਪਾਂ ਉਹ ਚੀਜ਼ ਦੇਖਦੇ ਹਾਂ। ਕਲੀਅਰ ਸਰ? ਸਰ ਅਗਰ ਕਿਸੇ ਵੀ ਰੇਸ਼ੋ ਵਿੱਚੋਂ ਇੱਕ ਵਿੱਚ ਵੀ ਗੜਬੜ ਹੋਵੇ ਤਾਂ ਆਪਾਂ ਉਹ ਕੰਪਨੀ ਕੰਸੀਡਰ ਕਰਾਂਗੇ, ਅਗਰ ਇੱਕ ਵੀ ਕੋਈ ਰੇਸ਼ੋ ਖਰਾਬ ਹੋਵੇ? ਸਰ ਪਤਾ ਕੀ ਹੈ, ਆਪਾਂ ਸਟਾਰਟਿੰਗ ਦੇ ਵਿੱਚ ਹਜੇ ਇਹਨਾਂ ਚੀਜ਼ਾਂ ਨੂੰ ਉਵੇਂ ਨਹੀਂ ਲੈ ਕੇ ਚੱਲਾਂਗੇ ਕਿ ਜੇ ਮੰਨ ਲਓ ਗੜਬੜ ਹੈ ਤਾਂ ਉਹਨਾਂ ਨੂੰ ਛੱਡ ਦਿਓ, ਆਪਣੇ ਕੋਲ ਹੋਰ ਬਹੁਤ ਕੰਪਨੀਆਂ ਹੈ। ਮੰਨ ਲਓ ਦੇਖੋ ਆਪਣੇ ਕੋਲ 5000 ਕੰਪਨੀਆਂ ਨੇ, ਆਪਾਂ ਕਿਉਂ ਉਸ ਚੀਜ਼ ਨੂੰ ਹੱਥ ਪਾ ਰਹੇ ਹਾਂ ਜਿਹੜੀ ਨੈਗੇਟਿਵ ਜਾ ਰਹੀ ਹੈ। ਆਪਾਂ ਪਹਿਲੀ ਗੱਲ ਕੀਤੀ, ਜਿਵੇਂ ਮੰਨ ਲਓ ਆਪਾਂ ਜਦੋਂ ਪਹਿਲੀਆਂ 3 ਚੀਜ਼ਾਂ ਦੇਖਦੇ ਹਾਂ, ਰੇਸ਼ੋਜ਼ ਵੀ ਛੱਡੋ, ਜਦੋਂ ਜੇ ਆਪਾਂ ਨੂੰ ਮੰਨ ਲਓ ਉਹਦਾ ਡੈਟ ਹੀ ਹਰ ਸਾਲ ਵੱਧਦਾ ਨਜ਼ਰ ਆ ਰਿਹਾ, ਛੱਡ ਦਿਓ। ਆਪਣੇ ਕੋਲ ਬਹੁਤ ਸਾਰੀਆਂ ਇਦਾਂ ਕੰਪਨੀਆਂ ਪਈਆਂ ਨੇ ਜਿਨ੍ਹਾਂ ਦਾ ਡੈਟ ਘਟਦਾ ਜਾ ਰਿਹਾ ਹਰ ਸਾਲ, ਸੋ ਉਹ ਚੂਜ਼ ਕਰ ਲਓ। ਜਦੋਂ ਆਪਾਂ ਇਹ ਚੀਜ਼ਾਂ ਦੇਖਦੇ ਹਾਂ ਨਾ ਕਿ ਆਪਾਂ ਚਲੋ ਇੱਕ ਚੀਜ਼ ਆਹ ਗੱਲ ਕਿ ਆਪਾਂ ਐਵਰੇਜਿੰਗ ਤੇ ਆ ਗਏ ਵੀ ਚਲੋ ਐਵਰੇਜ ਕਰ ਲੈਂਦੇ ਹਾਂ, ਵੀ ਆਪਾਂ ਗੁੱਡ ਕੰਪਨੀ ਨਹੀਂ ਚੂਜ਼ ਕੀਤੀ, ਆਪਾਂ ਇੱਕ ਐਵਰੇਜ ਕੰਪਨੀ ਚੂਜ਼ ਕਰ ਲਈ। ਐਵਰੇਜ ਕੰਪਨੀ, ਮੇਰਾ ਮੰਨਣਾ ਇਹ ਹੈ ਕਿ ਆਪਾਂ ਐਵਰੇਜ ਕੰਪਨੀ ਕਿਉਂ ਚੂਜ਼ ਕਰਾਂਗੇ, ਜੇ ਆਪਣੇ ਕੋਲੇ ਸਾਰੀਆਂ ਗੁੱਡ ਕੰਪਨੀਆਂ ਮੁੱਕ ਜਾਂਦੀਆਂ ਪਰ ਆਪਣਾ ਪੈਸਾ ਨਹੀਂ ਮੁੱਕਿਆ ਇਨਵੈਸਟ ਕਰਨ ਲਈ, ਤਾਂ ਫਿਰ ਐਵਰੇਜ ਤੇ ਆ ਜਾਓ, ਠੀਕ ਹੈ ਨਾ? ਹਾਂਜੀ ਸਰ। ਜਦੋਂ ਆਪਣੇ ਕੋਲ ਪੈਸਾ ਹੀ ਮੁੱਕ ਗਿਆ, ਸਾਰੀਆਂ ਗੁੱਡ ਕੰਪਨੀ 'ਚ ਆਪਾਂ ਪੈਸਾ ਲਾਤਾ, ਪੈਸਾ ਮੁੱਕ ਗਿਆ, ਬਸ ਬੈਠੋ, ਕੋਈ ਗੱਲ ਨਹੀਂ, ਹੁਣ ਤਾਂ ਤੁਸੀਂ ਰਿਟਰਨਸ ਲਓ ਉਸ ਪੈਸੇ ਤੋਂ। ਹੋਰ ਦੱਸੋ ਜੀ, ਕਿਸੇ ਦਾ ਕੋਈ ਡਾਊਟ? ਭਾਜੀ ਮੇਰਾ ਇੱਕ ਨਾ ਸਟਾਰਟਿੰਗ ਡੇਜ਼ ਵਾਲਾ ਡਾਊਟ ਸੀਗਾ ਕਿ ਜਦੋਂ ਆਪਾਂ ਕਿਸੇ ਕੰਪਨੀ ਦੇ ਵਿੱਚ ਤੁਸੀਂ ਕਿਹਾ ਸੀ ਇਨਵੈਸਟ ਕਰਦੇ ਹਾਂ, ਹਾਂਜੀ ਤੇ ਆਪਾਂ 2-4 ਚੀਜ਼ਾਂ ਦੇਖਦੇ ਹਾਂ। ਇੱਕ ਤਾਂ ਸੀਗੀ ਨਿਊਜ਼, ਕਿ ਜਦੋਂ ਕੋਈ ਨਿਊਜ਼ ਵਗੈਰਾ ਆ ਜਾਏ ਉਹਦੇ ਤੇ ਆਪਾਂ, ਹੋਰ ਜਿਹੜੀਆਂ 3-4 ਚੀਜ਼ਾਂ ਸੀ ਹੋਰ ਕੀ ਸੀਗੀਆਂ? ਸਰ ਆਪਾਂ ਗੱਲ ਕੀਤੀ ਸੀਗੀ ਕਿ ਜਿਹੜੀ ਮਾਰਕੀਟ ਰਿਐਕਟ ਕਰਦੀ ਹੈ ਨਾ, ਉਹ ਸਭ ਤੋਂ ਪਹਿਲਾਂ ਹੂੰ ਨਿਊਜ਼ ਦੇ ਹੂੰ ਉੱਪਰ। ਆਪਾਂ ਤੇ ਗੱਲ ਕੀਤੀ ਸੀ ਕਿ ਮੰਨ ਲਓ ਕਰੋਨਾ ਦੀ ਨਿਊਜ਼ ਆਈ ਨਾ, ਹੂੰ ਤਾਂ ਆਪਾਂ ਇਹ ਦੇਖਿਆ ਕਿ ਡਿਊਰਿੰਗ ਦਾ ਕਰੋਨਾ ਟਾਈਮ ਪੀਰੀਅਡ ਹੁਣ ਕਿਹੜੇ ਸ਼ੇਅਰਸ ਦੇ ਉੱਪਰ ਜਾਣ ਦੀ ਜ਼ਿਆਦਾ ਸੰਭਾਵਨਾ ਹੈ? ਦਵਾਈਆਂ, ਫਾਰਮਾਸਿਊਟੀਕਲਸ। ਫਾਰਮਾਸਿਊਟੀਕਲਸ ਹੈ ਨਾ, ਤਾਂ ਆਪਾਂ ਦੇਖਿਆ ਕਿ ਮਾਰਕੀਟ ਨੇ ਰਿਐਕਟ ਕੀਤਾ, ਬਾਕੀ ਚੀਜ਼ਾਂ ਡਾਊਨ ਆਉਣ ਲੱਗ ਗਈਆਂ, ਜਿਹੜਾ ਫਾਰਮਾਸਿਊਟੀਕਲਸ ਸੀਗਾ ਠੀਕ ਉਹ ਉੱਪਰ ਨੂੰ ਆਉਣ ਲੱਗ ਪਿਆ, ਠੀਕ ਹੈ, ਆਪਾਂ ਨੂੰ ਪਤਾ। ਸੈਕੰਡ ਆਪਾਂ ਗੱਲ ਕੀਤੀ ਸੀ ਕਿ ਇਮੋਸ਼ਨਸ, ਹੁਣ ਕਰੋਨਾ ਦੀ ਨਿਊਜ਼ ਆਈ, ਉੱਥੇ ਇਮੋਸ਼ਨਸ ਜੁੜ ਗਏ ਲੋਕਾਂ ਦੇ ਕਿ ਨਹੀਂ ਇਹਦੇ ਕੰਪਨੀਆਂ ਦਾ ਪ੍ਰੋਫਿਟ ਨਹੀਂ ਕਮਾਉਣਗੀਆਂ, ਆਪਾਂ ਇਹਨਾਂ ਤੋਂ ਸਟਾਕ ਤੇ ਪ੍ਰਾਈਸ ਕੱਢ ਲਓ, ਠੀਕ ਹੈ। ਤਾਂ ਜਦੋਂ ਇਹ ਗੱਲਾਂ ਹੋਈਆਂ ਤਾਂ ਆਪਾਂ ਕੀ ਦੇਖਿਆ ਵੀ ਠੀਕ ਹੈ, ਉਦੋਂ ਬਾਅਦ ਲੋਕਾਂ ਦੇ ਇਮੋਸ਼ਨਸ ਜੁੜ ਗਏ। ਇਮੋਸ਼ਨਸ ਤੋਂ ਬਾਅਦ ਫਿਰ ਕੀ ਹੋਇਆ, ਡਿਮਾਂਡ ਐਂਡ ਸਪਲਾਈ ਤੇ ਫਰਕ ਪੈ ਗਿਆ, ਲੋਕੀ ਫਾਰਮਾਸਿਊਟੀਕਲ ਵੱਲ ਭੱਜਣ ਲੱਗ ਗਏ, ਉਹਦੀ ਡਿਮਾਂਡ ਵੱਧ ਗਈ, ਉਸੇ ਕਰਕੇ ਉਹਦਾ ਪ੍ਰਾਈਸ ਵੱਧ ਗਿਆ। ਦੂਜੀ ਕੰਪਨੀਆਂ ਚੋਂ ਪੈਸੇ ਕੱਢਣ ਲੱਗ ਗਏ, ਇਸੇ ਕਰਕੇ ਉਹ ਸਟਾਕ ਗਿਰਨ ਲੱਗ ਗਏ। ਫਿਰ ਆਪਾਂ ਦੇਖਿਆ ਹਿਸਟਰੀ ਕਿ ਪਹਿਲਾਂ ਵੀ ਕਦੇ ਇਦਾਂ ਹੋਇਆ ਸੀ, ਠੀਕ ਹੈ। ਜਦੋਂ ਪਹਿਲਾਂ ਮੰਨ ਲਓ ਇਦਾਂ ਹੋਇਆ, ਹੁਣ ਮੰਨ ਲਓ ਦੁਬਾਰਾ ਓਮਿਕਰੋਨ ਦੀ ਨਿਊਜ਼ ਆਈ, ਤਾਂ ਆਪਾਂ ਫਿਰ ਉਹੀ ਇੱਕ ਇਫੈਕਟ ਦੇਖਿਆ ਕਿ ਇਸ ਵਾਰੀ ਓਮਿਕਰੋਨ ਤੋਂ ਕੀ ਹੋਇਆ, ਲੋਕਾਂ ਨੂੰ ਇੱਕ ਉਹਨਾਂ ਨੇ ਹਿਸਟਰੀ ਨੂੰ ਰਿਪੀਟ ਕੀਤਾ ਕਿ ਹਾਂਜੀ ਜਦੋਂ ਪਿਛਲੇ ਵਾਰੀ ਕਰੋਨਾ ਆਇਆ ਸੀ, ਆਹ ਵਾਲੇ ਸਟਾਕ ਗਿਰੇ ਸੀ, ਇਹ ਵਾਲੇ ਚੜੇ ਸੀ, ਉਹ 2-3 ਦਿਨ ਸੇਮ ਉਦਾਂ ਰਿਐਕਟ ਹੁੰਦਾ ਵੀ ਰਿਹਾ। ਫਿਰ ਲੋਕਾਂ ਨੇ ਮੈਥਸ ਲਗਾਇਆ ਉਹਦੇ ਉੱਪਰ ਕਿ ਜੇ ਗਿਰੂਗੀ ਤਾਂ ਮਾਰਕੀਟ ਕਿੱਥੋਂ ਤੱਕ ਗਿਰ ਸਕਦੀ ਹੈ, ਕਿ ਲਾਸਟ ਟਾਈਮ ਕਰੋਨਾ ਕਰਕੇ ਕਿੰਨੀ ਮਾਰਕੀਟ ਗਿਰੀ, ਕਿੰਨੀ ਉਹਦੀ ਰਿਕਵਰੀ ਹੋਈ, ਕਿੰਨੀ ਉਹਦਾ ਬੈਲੈਂਸ ਬਣਿਆ ਰਿਹਾ। ਤਾਂ ਆਪਾਂ ਉਹ ਚੀਜ਼ਾਂ ਦੇਖਦੇ ਹਾਂ ਕਿ ਸਭ ਤੋਂ ਪਹਿਲਾਂ ਨਿਊਜ਼, ਇਸ ਤੋਂ ਬਾਅਦ ਫਿਰ ਉਹਦੇ ਇਮੋਸ਼ਨਸ, ਠੀਕ, ਇਮੋਸ਼ਨਸ ਤੋਂ ਬਾਅਦ ਆਪਾਂ ਡਿਮਾਂਡ ਐਂਡ ਸਪਲਾਈ ਦੀ ਗੱਲ ਕਰਦੇ ਹਾਂ, ਇਸ ਤੋਂ ਬਾਅਦ ਆਪਾਂ ਹਿਸਟਰੀ ਨੂੰ ਚੈੱਕ ਕਰਦੇ ਹਾਂ ਕਿ ਪਹਿਲਾਂ ਵੀ ਮਾਰਕੀਟ ਕਦੇ ਇਦਾਂ ਦਾ ਹੋਇਆ ਮਾਰਕੀਟ ਦੇ ਵਿੱਚ, ਤੇ ਫਿਰ ਆਪਾਂ ਆਪਦੀ ਕੈਲਕੂਲੇਸ਼ਨ ਲਗਾਉਂਦੇ ਹਾਂ, ਮੈਥਸ ਲਗਾਉਂਦੇ ਹਾਂ, ਤੇ ਉਹਦੇ ਅਕੋਰਡਿੰਗ ਫਿਰ ਆਪਾਂ ਟ੍ਰੇਡ ਲੈਂਦੇ ਹਾਂ। ਠੀਕ ਹੈ ਜੀ।
ठीक है जी, चलो हम आप अगे करते हैं जी। रेशोज तक अपना सारा चैप्टर कंप्लीट हो गया। जे किसी को कोई रेशो च प्रॉब्लम है तो मैंने दस दो, नहीं तो फिर आप आगे करते हैं। चलो ਸਰ हाँ जी ਇੱਕ ਐਸੀ ਸਵਾਲ ਇਹ ਨਾ ਸਰ ਆਪਾਂ ਕਿਸੇ ਵੇਲੇ ਵੇਖਦੇ ਆ ਕਿ ਕਿਸੇ ਕੰਪਨੀ ਦੇ ਫੰਡਾਮੈਂਟਲ ਜਿਆਦਾ ਮਜ਼ਬੂਤ ਨਹੀਂ ਹੁੰਦੇ, ਮਾਈਨਸ ਚ ਵੀ ਕਿਸੇ ਵੇਲੇ ਜਾ ਰਹੇ ਨੇ, ਪਰ ਕੰਪਨੀ ਪ੍ਰੋਫਿਟ ਕਮਾ ਰਹੀ ਹੁੰਦੀ ਆ, ਤੇ ਸਰ ਉੱਥੇ ਆਪਾਂ ਨੂੰ ਕੀ ਕਰਨਾ ਚਾਹੀਦਾ, ਕੀ ਵੇਖਣਾ ਚਾਹੀਦਾ? ਫਿਰ ਜੇ ਆਪਾਂ ਨਿਊਜ਼ ਹੀ ਕਿਸੇ ਵੇਲੇ ਆਪਾਂ ਦੇਖ ਲੈਂਦੇ ਆ ਕਿ ਆਉਣ ਵਾਲੇ ਦਿਨਾਂ ਵਿੱਚ ਉਹ ਕੰਪਨੀ ਵਧੀਆ ਪਰਫਾਰਮ ਕਰਨ ਵਾਲੀ ਆ, ਬਟ ਉਹਦੇ ਜਿਹੜੇ ਫੰਡਾਮੈਂਟਲਸ ਆ ਉਹ ਨਹੀਂ ਸਟਰੋਂਗ ਹੈਗੇ, ਫਿਰ ਆਪਾਂ ਆਪਾਂ ਸਭ ਤੋਂ ਪਹਿਲੀ ਗੱਲ ਕੀ ਕੀਤੀ ਸੀ, ਮਾਰਕੀਟ ਸਭ ਤੋਂ ਵੱਧ ਰੈਕ ਕੀ ਕਿਸ ਚੀਜ਼ ਨੂੰ ਕਰਦੀ ਹੈ? ਨਿਊਜ਼ ਨੂੰ। ਠੀਕ ਹੈ, ਹੁਣ ਜੇ ਤੁਸੀਂ ਟਾਟਾ ਮੋਟਰਸ ਦੇਖੋਗੇ, ਟਾਟਾ ਮੋਟਰਸ ਫੰਡਾਮੈਂਟਲੀ ਸਟਰੋਂਗ ਕੰਪਨੀ ਨਹੀਂ ਹੈ, ਠੀਕ ਹੈ, ਪਰ ਉਹਦੀ ਨਿਊਜ਼ ਕੀ ਹੈ ਕਿ ਉਹ ਈਵੀ ਸੈਕਟਰ ਦੇ ਵਿੱਚ ਚੱਲ ਰਹੀ ਹੈ ਨਾ, ਉਹ ਆਪਦੇ ਇਲੈਕਟ੍ਰੋਨਿਕ ਵਹੀਕਲ ਬਣਾ ਰਹੀ ਹੈ ਕੰਪਨੀ ਟਾਟਾ ਮੋਟਰਸ, ਤੇ ਇਸੇ ਕਰਕੇ ਉਹ ਕੀ ਕਰ ਰਹੀ ਹੈ, ਹਰ ਰੋਜ਼ ਜਿਹੜਾ ਦਾ ਸ਼ੇਅਰ ਮਾਰਕੀਟ ਦਾ ਪ੍ਰਾਈਸ ਹੈਗਾ ਉੱਪਰ ਜਾ ਰਿਹਾ ਹੈਗਾ। ਠੀਕ, ਤਾਂ ਆਪਾਂ ਲੌਂਗ ਟਰਮ ਲਈ ਨਹੀਂ, ਤਾਂ ਆਪਾਂ ਟ੍ਰੈਂਡ ਦੇ ਨਾਲ ਚੱਲਦੇ ਹਾਂ। ਠੀਕ ਹੈ, ਆਪਾਂ ਕੀ ਕਰਦੇ, ਜਦੋਂ ਆਪਾਂ ਟ੍ਰੈਂਡ ਦੇ ਨਾਲ ਚੱਲਦੇ ਹਾਂ, ਆਪਾਂ ਪ੍ਰੈਡਿਕਸ਼ਨ ਨਹੀਂ ਕਰਨੀ ਉਸ ਚੀਜ਼ ਨੂੰ। ਠੀਕ ਹੈ ਸਰ। ਠੀਕ ਹੈ, ਹੁਣ ਆਪਾਂ ਕੀ ਕਰਦੇ ਹਾਂ, ਦੇਖਾਂਗੇ ਜਦੋਂ ਟਾਟਾ ਮੋਟਰਸ ਹੈ ਆ, ਉਹਦੇ ਚ ਨਿਊਜ਼ ਹੈ ਉਹ ਈਵੀ ਚੱਲ ਰਿਹਾ, ਹੌਲੀ ਹੌਲੀ ਕੀ ਹੋਊਗਾ, ਉਹਦੀ ਪ੍ਰੋਡਕਸ਼ਨ ਵਧੂਗੀ, ਪ੍ਰੋਡਕਸ਼ਨ ਵਧੂਗੀ, ਸੇਲਸ ਵਧੂਗੀ, ਤਾਂ ਉਹਦਾ ਫਿਊਚਰ ਕੀ ਹੋਏਗਾ, ਬ੍ਰਾਈਟ ਹੋ ਜਾਏਗਾ। ਠੀਕ ਹੈ ਹਾਂ क्योंकि मार्केट सब तो पहला न्यूज़ ਨੂੰ ਰਿਐਕਟ ਕਰਦੀ ਹੈ। ਠੀਕ ਹੈ ਸਰ। ਹੁਣ ਆਪਾਂ ਅੱਗੇ ਕਰਦੇ ਹਾਂ ਜੀ। ਦੇਖੋ ਅੱਜ ਆਪਾਂ ਕੀ ਕਰਨਾ ਹੈ, ਅੱਜ ਕਾਰਪੋਰੇਟ ਐਕਸ਼ਨਸ ਦੀ ਆਪਾਂ ਗੱਲ ਕਰਾਂਗੇ। ਕਾਰਪੋਰੇਟ ਐਕਸ਼ਨਸ ਕੀ ਹੈ, ਆਪਾਂ ਇਹਨੂੰ ਮੈਂ ਤੁਹਾਨੂੰ ਸਕਰੀਨ ਸ਼ੇਅਰ ਕਰਦਾ ਇੱਕ ਵਾਰੀ। ਆਪਾਂ ਫਿਰ ਉਸੇ ਮਨੀ ਕੰਟਰੋਲ ਦੀ ਜਿਹੜੀ ਸਾਈਟ ਹੈ, ਦੇਖੋ ਸਕਰੀਨ ਵਿਜ਼ੀਬਲ ਹੈ ਸਭ ਨੂੰ? दिख रहा है जी? क्लियर है सबनों? दिख रही है स्क्रीन? हाँ जी सर। तो हम देखो आपा की कीता वही जो ਆਪਾਂ ਪਿਛਲੇ ਟਾਈਮ ਤੋਂ ਕਰਦੇ ਆ ਰਹੇ ਹਾਂ। ਆਪਾਂ बैलेंस शीट पढ़ी, ਆਪਾਂ प्रॉफिट एंड लॉस पढ़े, कित्थों पढ़े? मनी कंट्रोल। ठीक है, ਆਪਾਂ ਦੁਬਾਰਾ ਕੀ ਕੀਤਾ, ਪਿਡੀਲਾਈਟ ਨੂੰ ਸਰਚ ਕੀਤਾ, ਮਨੀ ਕੰਟਰੋਲ ਦੀ ਸਾਈਟ ਖੋਲੀ, ਪਿਡੀਲਾਈਟ ਸਰਚ ਕਰਾਂਗੇ ਤਾਂ ਇੱਕ ਇਦਾਂ ਦਾ ਓਵਰਵਿਊ ਆ ਜਾਏਗਾ ਤੁਹਾਡੇ ਕੋਲ, ਆ ਵਾਲੀ ਚੀਜ਼। ਠੀਕ ਹੈ, ਹੁਣ ਆਪਾਂ ਕੀ ਕੀਤਾ, ਜਨਰਲੀ ਜਿਵੇਂ ਆਪਾਂ ਤਿੰਨ ਚੀਜ਼ਾਂ ਕੱਢੀਆਂ ਸੀ ਨਾ ਪਹਿਲਾਂ ਬੈਲੈਂਸ ਸ਼ੀਟ ਵਾਸਤੇ, ਪਹਿਲਾਂ ਤਿੰਨ ਚੀਜ਼ਾਂ ਪੜ੍ਹ ਲਓ, ਫਿਰ ਆਪਾਂ ਬੈਲੈਂਸ ਸ਼ੀਟ ਪੜ੍ਹਨੀ ਹੈ। ਉਸੇ ਤਰ੍ਹਾਂ ਹੁਣ ਆਪਾਂ ਜਦੋਂ ਰੇਸ਼ੀਓਜ਼ ਦੀ ਗੱਲ ਕਰਦੇ ਹਾਂ ਕਿ ਤੁਸੀਂ ਇੰਨੀ ਮਿਹਨਤ ਕਰੋਗੇ, ਤੁਸੀਂ 10-12 ਰੇਸ਼ੀਓਜ਼ ਕੱਲੀ ਫਾਰਮੂਲਾ ਲਗਾ ਕੇ ਕੱਢੋਗੇ, ਹਨਾ, ਉਹਨੂੰ ਕੈਲਕੂਲੇਸ਼ਨਸ ਕਰੋਗੇ, ਉਹਦੇ ਨਾਲੋਂ ਪਹਿਲਾਂ ਇੱਕ ਚੀਜ਼ ਕਰੋ ਕਿ ਆਪਾਂ ਨੂੰ ਜਿਹੜੀਆਂ ਬੇਸਿਕ, ਆਪਾਂ ਨੂੰ ਇੱਥੇ ਕੀ ਹੈ, ਜਿਹੜੀਆਂ ਬੇਸਿਕ ਰੇਸ਼ੀਓਜ਼ ਆ ਉਹ ਆਲਰੇਡੀ ਕੱਢੀਆਂ ਕਢਾਈਆਂ ਮਿਲ ਜਾਣਗੀਆਂ। ਹੁਣ ਇਸ ਜਗ੍ਹਾ ਤੇ ਦੇਖੋ TTM EPS ਦਿਖ ਰਿਹਾ ਜਿੱਥੇ ਮੇਰਾ ਐਰੋ ਚੱਲ ਰਿਹਾ? ਹਾਂਜੀ। EPS ਕੀ ਚੀਜ਼ ਹੈ? अर्निंग पर शेयर। ਇਹਨੂੰ ਕੱਢਣ ਦੀ ਬਜਾਏ ਆਪਾਂ ਆਲਰੇਡੀ ਕੀ ਹੈ, ਇਥੋਂ ਮਨੀ ਕੰਟਰੋਲ ਤੋਂ ਦੇਖ ਸਕਦੇ ਹਾਂ। EPS ਕੀ ਸੀ? अर्निंग पर शेयर। TTM ਕੀ ਹੈ? ਇਹਦਾ ਮਤਲਬ ਹੁੰਦਾ till 12 ਮੰਥ अर्निंग पर शेयर। ਬੇਸਿਕਲੀ ਜਦੋਂ ਆਪਾਂ ਬੈਲੈਂਸ ਸ਼ੀਟ ਪੜ੍ਹੀ ਸੀ ਉਹਦੇ ਵਿੱਚ ਜਿਹੜਾ अर्निंग पर शेयर ਸੀ ਉਹਦਾ ਸਾਲ ਬਾਅਦ ਰਿਵਾਈਜ਼ ਹੋਣਾ ਹੈ। ਠੀਕ ਹੈ, ਇੱਥੇ ਕੀ ਹੈ, ਇੱਥੇ ਕਰੰਟ ਮਾਰਕੀਟ ਪ੍ਰਾਈਸ ਦੇ ਅਕੋਰਡਿੰਗ ਚੱਲ ਰਿਹਾ ਹੈ ਕਿ ਰਾਈਟ ਨਾਓ, ਠੀਕ ਹੈ, ਜਿਹੜਾ EPS ਹੈਗਾ ਉਹ 24 ਰੁਪਏ 78 ਪੈਸੇ ਹੈ। ਤੁਸੀਂ ਦੇਖੋਗੇ ਕਿ ਮਾਰਕੀਟ ਜਿਵੇਂ ਜਿਵੇਂ ਚੇਂਜ ਹੋਏਗੀ ਇੱਥੇ ਚੀਜ਼ਾਂ ਚੇਂਜ ਹੁੰਦੀਆਂ ਰਹਿਣਗੀਆਂ। 78 ਤੋਂ ਮੇਬੀ 70 ਰਹਿ ਜਾਏ, ਮੇਬੀ 80 ਹੋ ਜਾਏ, 82 ਹੋ ਜਾਏ, ਇਹ ਹੌਲੀ ਹੌਲੀ ਨਾਲ ਚੇਂਜ ਹੁੰਦਾ ਰਹਿੰਦਾ, ਆਪਣੇ ਗੱਲ ਕਰਦੇ ਕਰਦੇ ਵੀ ਚੇਂਜ ਹੋ ਜਾਏਗਾ। ਠੀਕ ਹੈ, ਇਸ ਤੋਂ ਬਾਅਦ PE ਰੇਸ਼ੋ ਆ ਗਈ। ਹੁਣ PE ਰੇਸ਼ੋ ਕੀ ਹੈ? ਇਹ 97.86 ਹੈ, ਜਿਹੜੀ ਅੱਜ ਦੀ PE ਰੇਸ਼ੋ ਹੈ ਇਸ ਸ਼ੇਅਰ ਦੀ, ਉਹ 97.86 ਹੈ। ਠੀਕ ਹੈ, ਜਦੋਂ ਆਪਾਂ ਬੈਲੈਂਸ ਸ਼ੀਟ ਤੇ ਦੇਖਾਂਗੇ ਉਹ ਕੁਝ ਹੋਰ ਹੋਏਗੀ ਕਿਉਂਕਿ ਉਹ ਸਾਲ ਬਾਅਦ ਰਿਵਾਈਜ਼ ਹੋਣੀ ਹੈ। ਜੇ ਆਪਾਂ ਦੇਖਦੇ ਹਾਂ ਕਿ ਅੱਜ ਕੰਪਨੀ ਕਿੰਨਾ ਪਰਫਾਰਮ ਕਰ ਰਹੀ ਹੈ ਤਾਂ ਆਪਾਂ ਉੱਥੇ ਦੇਖ ਸਕਦੇ ਹਾਂ ਕਿ ਜਿਹੜੀ ਅੱਜ ਦੀ ਜਿਹੜੀ ਉਹੀ ਟਿਲ 12 ਮੰਥ ਜਿਹੜੀ ਜਦੋਂ ਅਪਡੇਟ ਹੋਏਗੀ ਉਹ ਬਾਅਦ ਦੀ ਗੱਲ ਹੈ ਬੈਲੈਂਸ ਸ਼ੀਟ 'ਚ। ਅੱਜ ਕਿੰਨੀ ਹੈ? 97 ਪੁਆਇੰਟ, ਆ ਦੇਖੋ ਚੇਂਜ ਹੋ ਗਈ, 97.91 ਹੋ ਗਈ, ਹੁਣੇ 88 99 ਸੀ, 91 ਤੋਂ 90 ਹੋ ਗਈ, ਤੇ ਰਾਈਟ ਨਾਓ ਚੱਲ ਰਹੀ ਹੈ। ਫਿਰ ਆਪਾਂ ਦੇਖਦੇ ਹਾਂ ਸੈਕਟਰ PE। ਹੁਣ ਇੱਥੇ ਇੱਕ ਚੀਜ਼ ਸਮਝਣ ਵਾਲੀ ਹੈ ਕਿ ਸ਼ੇਅਰ ਦਾ PE ਤੇ ਸੈਕਟਰ ਦਾ PE ਕਿੱਦਾਂ ਆਪਾਂ ਦੇਖਣਾ। ਆਪਾਂ ਨੂੰ ਪਤਾ ਚੱਲਿਆ ਕਿ ਜਿਹੜਾ ਸੈਕਟਰ ਦੀ ਟੋਟਲ ਉਸ ਕੰਪਨੀ, ਜਿਹੜੀ ਕੰਪਨੀ ਹੈ ਜਿਹੜੇ ਸੈਕਟਰ ਦੇ ਵਿੱਚ ਆਉਂਦੀ ਹੈ, ਜੇ ਤੁਹਾਨੂੰ ਸਾਰੀਆਂ ਕੰਪਨੀਆਂ ਨੂੰ ਮਿਲਾ ਕੇ ਆਪਾਂ ਸੈਕਟਰ ਬਣਾ ਲਿਆ ਤਾਂ ਟੋਟਲ ਸੈਕਟਰ ਦੀ ਐਵਰੇਜ ਕਿੰਨੀ ਹੈ? 81.71। ਠੀਕ ਹੈ, ਤੇ ਆਪਣੇ ਹੁਣ ਇੱਕ ਚੀਜ਼ ਦੇਖੋ, ਸੈਕਟਰ PE ਦਾ ਮਤਲਬ ਕੀ ਹੈਗਾ? चल ਤੁਸੀਂ ਇਹ ਖੋਲਿਆ ਕਿੱਥੇ ਹੋਇਆ ਮਤਲਬ? ਸਰ ਮਨੀ ਪ੍ਰੋਫਿਟ ਐਂਡ नहीं, बस मनी कंट्रोल खोलो तो जब पिडिलाइट सर्च करोगे सब तो ऊपर यही चीज खुलेगी। आपा कोई बैलेंस शीट नहीं खोली, कुछ नहीं, सिंपल गूगल पे गए, ठीक है, आपा की कितना मनी कंट्रोल खोला, एक बार उसे पिडिलाइट सर्च कर दियो।
ਠੀਕ ਹੈ ਸਰ। ਠੀਕ ਹੈ। ਹੁਣ ਦੇਖੋ ਨਾਰਮਲੀ ਤਾਂ ਕੀ ਹੁੰਦਾ ਕਿ ਜੇ ਆਪਣੇ ਸਟਾਕ ਦੀ ਪੀਈ ਸੈਕਟਰ ਦੇ ਨਾਲੋਂ ਘੱਟ ਹੈ ਤਾਂ ਉਹਨੂੰ ਜ਼ਿਆਦਾ ਬੈਟਰ ਮੰਨਿਆ ਜਾਂਦਾ। ਠੀਕ ਹੈ, ਕਿ ਪੀਈ ਦਾ ਮਤਲਬ ਕੀ ਹੈ ਕਿ ਹਜੇ ਇਹ ਜਿਹੜੀ ਚੀਜ਼ ਹੈ ਆਪਾਂ ਨੂੰ ਸਸਤੇ ਰੇਟ ਤੇ ਮਿਲ ਰਹੀ ਹੈ। ਠੀਕ ਹੈ, ਆਪਾਂ ਨੂੰ ਸੈਕਟਰ ਦੇ ਵਿੱਚ ਉਹਦੀ ਪੀਈ ਮੰਨ ਲਓ 80 ਚੱਲ ਰਹੀ ਹੈ, 81 ਚੱਲ ਰਹੀ ਹੈ। ਇੱਕ ਮਿੰਟ ਲਈ ਨੂੰ ਭੁੱਲ ਜਾਓ, ਮੇਰੀ ਗੱਲ ਵੈਸੇ ਸਮਝੋ ਕਿ ਮੰਨ ਲਓ ਕੋਈ ਜ਼ਮੀਨ ਹੈ, ਠੀਕ ਹੈ, ਐਗਜ਼ਾਮਪਲ ਆਪਾਂ ਲੈਂਦੇ ਹਾਂ ਕਿ ਹਰ ਪਾਸੇ ਮੰਨ ਲਓ ਜਿਵੇਂ ਆਪਾਂ ਗੱਲ ਕਰਦੇ ਚੰਡੀਗੜ੍ਹ 17 ਸੈਕਟਰ ਦੀ ਗੱਲ ਕਰਦੇ ਹਾਂ। ਹੁਣ ਆਪਾਂ ਦੇਖਿਆ ਕਿ 17 ਸੈਕਟਰ ਦੇ ਵਿੱਚ ਪੂਰਾ ਜਿਹੜਾ ਸੈਕਟਰ ਦੀ ਆਪਾਂ ਗੱਲ ਕਰਦੇ ਤਾਂ ਆਪਾਂ ਕਹਿੰਦੇ ਸੈਕਟਰ ਦੀ ਜਿਹੜੀ ਐਵਰੇਜ ਹੈ ਨਾ, ਉਹ ਇੱਕ ਐਵਰੇਜ ਹੈ ਕਿ ਆਪਾਂ ਨੂੰ 4 ਕਰੋੜ ਰੁਪਏ ਦਾ ਇੱਕ ਸ਼ੋਰੂਮ ਮਿਲਦਾ ਸੈਕਟਰ 17 ਚ। ਜੇ ਆਪਾਂ ਮਾਰਕੀਟ ਚ ਲੈਣਾ ਹੋਵੇ ਤਾਂ 4 ਕਰੋੜ ਰੁਪਏ ਦਾ ਸ਼ੇਅਰ ਆਪਾਂ ਨੂੰ ਸਟਾਕ ਮਿਲਦਾ ਹੈ। ਠੀਕ ਹੈ, ਇੱਕ ਬੂਥ ਕਹਿ ਲਓ ਜਾਂ ਇੱਕ ਆਪਾਂ ਨੂੰ ਪ੍ਰਾਪਰਟੀ ਕਹਿ ਲਓ। ਪਰ ਜਦੋਂ ਆਪਾਂ ਦੇਖਿਆ ਕਿ ਜਿਹੜਾ ਇਹ ਵਾਲਾ ਬੂਥ ਹੈ, ਸੈਕਟਰ ਦੀ ਐਵਰੇਜ ਕਿੰਨੀ ਨਿਕਲ ਰਹੀ ਹੈ, ਔਨ ਐਨ ਐਵਰੇਜ 4 ਕਰੋੜ ਰੁਪਇਆ, ਪਰ ਜਿਹੜਾ ਇਹ ਵਾਲਾ ਬੂਥ ਹੈ ਨਾ ਇਹ ਮੈਨੂੰ 3 ਕਰੋੜ ਦਾ ਹੀ ਮਿਲ ਰਿਹਾ। ਤਾਂ ਦੱਸੋ ਉਹ ਬੂਥ ਲੈਣ ਚ ਫਾਇਦਾ ਹੋਏਗਾ ਕਿ ਨਹੀਂ ਹੋਏਗਾ? ਹੋਏਗਾ। ਹੋਏਗਾ, ਕਿਉਂਕਿ ਮੈਨੂੰ ਪਤਾ ਕਿ ਜੇ ਸੈਕਟਰ ਦਾ ਜਿਹੜਾ ਸਾਰਾ ਸੈਕਟਰ ਹੈ ਉਹਦੀ ਐਵਰੇਜ ਨਿਕਲ ਕੇ 4 ਕਰੋੜ ਆਈ ਹੈ। ਠੀਕ ਹੈ, ਪਰ ਹਾਂਜੀ ਜਦੋਂ ਆਪਾਂ ਗੱਲ ਕੀਤੀ ਕਿ ਸੈਕਟਰ ਦੀ ਜਿਹੜੀ ਐਵਰੇਜ ਹੈ 4 ਕਰੋੜ ਹੈ, ਮੇਰੇ ਵਾਲਾ ਜਿਹੜਾ ਸ਼ੁਰੂ ਮੈਨੂੰ 3 ਕਰੋੜ ਦਾ ਮਿਲ ਰਿਹਾ, ਮੈਂ ਭੱਜ ਕੇ ਲੈ ਲੂੰਗਾ ਵੀ ਠੀਕ ਹੈ ਯਾਰ ਮੈਂ ਲਓ ਕੋਈ ਗੱਲ ਨਹੀਂ, ਕਿਉਂਕਿ ਕੱਲ ਨੂੰ ਇਹਨੇ 4 ਕਰੋੜ ਦਾ ਬਣ ਜਾਣਾ ਕਿਉਂਕਿ ਸੈਕਟਰ ਇੱਥੇ ਫਿਰਦਾ। ਇੰਨੀ ਗੱਲ ਸਮਝ ਆਈ? ਹਾਂਜੀ ਓਕੇ, ਹੁਣ ਜਦੋਂ ਆਪਾਂ ਇੱਕ ਇੰਨੀ ਚੀਜ਼ ਸਮਝ ਆਈ ਕਿ ਸੈਕਟਰ ਦੀ ਪੀਈ ਨਾਲੋਂ ਜੇ ਆਪਣੇ ਸ਼ੇਅਰ ਦੀ ਪੀਈ ਘੱਟ ਹੈ ਤਾਂ ਉਹ ਚੰਗੀ ਗੱਲ ਹੈ। ਇੰਨੀ ਗੱਲ ਤਾਂ ਕਲੀਅਰ ਹੋਈ ਨਾ? ਹਾਂਜੀ ਠੀਕ ਹੈ, ਹੁਣ ਇੱਥੇ ਆਪਾਂ ਇਸ ਜੇ ਆਪਾਂ ਸਿਰਫ ਪਿਡੀਲਾਈਟ ਦੀ ਗੱਲ ਕਰੀਏ ਤਾਂ ਆਪਾਂ ਦੇਖਿਆ ਕਿ ਜਿਹੜੀ ਇਹਦੀ ਪੀਈ, ਹਾਂਜੀ ਜੋ ਸਰ ਆਪਣਾ ਜਿਹੜਾ ਪੀਈ ਸੀਗਾ ਜੀ, ਪ੍ਰਾਈਸ ਜਾਂ ਅਰਨਿੰਗ ਪਰ ਸ਼ੇਅਰ ਹੈਗਾ ਜੀ। ਨਹੀਂ, ਇਹ ਅਰਨਿੰਗ ਪਰ ਸ਼ੇਅਰ ਨਹੀਂ, ਇਹ ਹੈਗਾ ਜੀ ਪ੍ਰਾਈਸ ਟੂ ਅਰਨ ਰੇਸ਼ੋ ਆਪਣੀ। ਪ੍ਰਾਈਸ ਟੂ ਅਰਨ ਰੇਸ਼ੋ, ਓਕੇ ਇੱਥੋਂ ਜੀ। ਆਪਾਂ ਨੂੰ ਇਹ ਪਤਾ ਲੱਗਦਾ, ਆਪਾਂ ਨੂੰ ਦੇਖੋ ਇੱਥੋਂ ਕੀ ਪਤਾ ਲੱਗਦਾ ਕਿ ਸ਼ੇਅਰ ਮਹਿੰਗਾ ਕਿ ਸਸਤਾ ਹੈ। ਠੀਕ ਹੈ ਜੀ, ਠੀਕ। ਠੀਕ ਹੈ, ਜਿਵੇਂ ਆਪਾਂ ਤੇ ਇਹ ਜਿਹੜੀ ਪ੍ਰਾਈਸ ਟੂ ਅਰਨ ਰੇਸ਼ੋ ਇਹ ਹਰ ਸਾਲ ਵਧਣੀ ਚਾਹੀਦੀ ਹੈ। ਠੀਕ ਹੈ, ਅਸਲ 'ਚ ਆਪਾਂ ਨੂੰ ਇੱਥੋਂ ਪਤਾ ਕੀ ਲੱਗਦਾ ਸੀ, ਆਪਾਂ ਲਾਸਟ ਟਾਈਮ ਜਦੋਂ ਗੱਲ ਕੀਤੀ ਸੀ ਆਪਾਂ, ਮੈਂ ਤੁਹਾਨੂੰ ਇੱਕ ਕਿਹਾ ਸੀਗਾ ਤੁਸੀਂ ਪਹਿਲਾਂ ਮੇਰੀ ਗੱਲ ਧਿਆਨ ਨਾਲ ਸੁਣੋ, ਜਿੰਨੀਆਂ ਵੀ ਮੈਂ ਐਗਜ਼ਾਮਪਲਸ ਦਿੰਦਾ ਉਹਨੂੰ ਨਾਲ ਦੀ ਨਾਲ ਟ੍ਰੇਡ 'ਚ ਨਾ ਕਨਵਰਟ ਕਰ ਲਿਆ ਕਰੋ। ਐਗਜ਼ਾਮਪਲ ਹੈ, ਮੰਨ ਲਓ ਜੇ ਮੈਂ ਤੁਹਾਨੂੰ ਕਿਹਾ ਕਿ ਹਮਾਰਾ ਸ਼ੇਅਰ ਇੰਨਾ ਪ੍ਰਾਈਸ ਹੈ, ਉਹ ਇੰਨਾ ਕਮਾ ਕੇ ਦੇਊਗਾ, ਤੁਸੀਂ ਸੋਚਣ ਲੱਗ ਪੈਣੇ ਲੈ ਫਿਰ ਤੇ ਅਸੀਂ ਖਰੀਦ ਲੈਂਦੇ ਹਾਂ, ਸਾਨੂੰ ਇੰਨਾ ਪੈਸਾ ਮਿਲ ਜੂਗਾ। ਜਿੰਨੀਆਂ ਵੀ ਆਪਾਂ ਕੋਰਸ ਦੇ ਵਿੱਚ ਐਗਜ਼ਾਮਪਲਸ ਕਰ ਰਹੇ ਹਾਂ ਉਹ ਸਿਰਫ ਮੈਂ ਤੁਹਾਨੂੰ ਐਗਜ਼ਾਮਪਲਸ ਕਹਿ ਰਿਹਾ, ਮੈਂ ਤੁਹਾਨੂੰ ਪਹਿਲਾਂ ਹੀ ਕਹਿਣਾ ਕਿ ਟ੍ਰੇਡ ਨਹੀਂ ਲੈਣਾ ਹੈ। ਜਿਸ ਦਿਨ ਟ੍ਰੇਡ ਲੈਣਾ ਹੋਇਆ ਮੈਂ ਤੁਹਾਨੂੰ ਦੱਸੂਗਾ ਕਿ ਆਜੋ ਵੀ ਹੁਣ ਟ੍ਰੇਡ ਲੈਣੇ ਆਪਾਂ। ਮੇਰੀਆਂ ਗੱਲਾਂ ਸੁਣ ਕੇ ਟ੍ਰੇਡ ਲਓਗੇ ਤਾਂ ਤੁਸੀਂ ਗਲਤ ਹੋ ਜਾਓਗੇ, ਆਪਣਾ ਪੈਸਾ ਡੁਬੋ ਲਓਗੇ। ਠੀਕ ਹੈ, ਮੇਰੀ ਤੁਸੀਂ ਬਾਇਓ ਤੇ ਵੀ ਦੇਖਿਆ ਹੋਣਾ, ਜਿਹੜੇ ਆਪਾਂ ਇੰਸਟਾਗ੍ਰਾਮ ਤੇ ਉੱਥੇ ਆਪਾਂ ਕੀ ਦੇਖਦੇ ਹਾਂ, ਨੋ ਟਿਪਸ, ਉਹ ਨਾ ਕਰਿਆ ਕਰੋ ਕੰਮ। ਚਲੋ ਹੁਣ ਕੀ ਹੋਇਆ, ਆਪਾਂ ਕੀ ਦੇਖਿਆ, ਮੈਂ ਤੁਹਾਨੂੰ ਉਸ ਦਿਨ ਕਿਹਾ ਸੀਗਾ ਕਿ ਐਮਆਰਐਫ ਦਾ ਸ਼ੇਅਰ ਜੀ ਮਹਿੰਗਾ ਕਿ ਸਸਤਾ ਹੈ, ਜਿਸਕਾ ਸਰ 70,000 ਦਾ ਜੀ ਉਹ ਤਾਂ ਮਹਿੰਗਾ ਹੈ। ਆਪਾਂ ਦੇਖਿਆ ਕਿ ਜੇ ਕਿਸੇ ਉਹਦੀ ਜਿਹੜੀ ਪ੍ਰਾਈਸ ਟੂ ਅਰਨ ਰੇਸ਼ੋ ਹੈ ਉਹ ਜ਼ਿਆਦਾ ਹੈ। ਠੀਕ ਹੈ, ਇੱਕ 500 ਰੁਪਏ ਦਾ ਸ਼ੇਅਰ, ਫਿਰ ਆਪਾਂ ਗੱਲ ਕਰਦੇ ਹਾਂ ਮੰਨ ਲਓ ਚਲੋ ਐਮਆਰਐਫ ਛੱਡੋ, ਇੱਕ 500 ਰੁਪਏ ਦਾ ਸ਼ੇਅਰ ਤੁਹਾਨੂੰ 10 ਰੁਪਏ ਕਮਾ ਕੇ ਦੇ ਰਿਹਾ, ਉਹਦੀ ਅਰਨਿੰਗ ਪਰ ਸ਼ੇਅਰ 10 ਰੁਪਏ ਹੈ। ਇੱਕ ਹੋਰ 500 ਰੁਪਏ ਦਾ ਸ਼ੇਅਰ ਹੈ, ਉਹਦੀ ਅਰਨਿੰਗ ਪਰ ਰੇਸ਼ੋ ਪਰ ਸ਼ੇਅਰ ਜਿਹੜੀ ਰੇਸ਼ੋ ਹੈ ਉਹ 20 ਰੁਪਏ ਹੈ। ਹੁਣ ਦੱਸੋ ਕਿਹੜਾ ਸਸਤਾ ਕਿਹੜਾ ਮਹਿੰਗਾ? ਮਿਲ ਤਾਂ ਦੋਵੇਂ 500 ਰੁਪਏ ਦੇ ਰਹੇ ਆ, ਇੱਕ ਦੀ ਅਰਨਿੰਗ ਪਰ ਸ਼ੇਅਰ 10 ਰੁਪਏ ਹੈ, ਇੱਕ ਦੀ ਅਰਨਿੰਗ ਪਰ ਸ਼ੇਅਰ 20 ਰੁਪਏ ਹੈ। ਤੁਸੀਂ ਕਿਹੜਾ ਸ਼ੇਅਰ ਲਓਗੇ? 20 ਵਾਲਾ 20 ਵਾਲਾ ਲਵਾਂਗੇ ਨਾ। ਤਾਂ ਆਪਾਂ ਇੱਥੋਂ ਪੀਈ ਰੇਸ਼ੋ ਦਾ ਇਹੀ ਕੰਮ ਹੈ, ਉਹ ਆਪਾਂ ਨੂੰ ਇਹ ਦੱਸਦੀ ਹੈ ਕਿ ਅਸਲ 'ਚ ਜਿਹੜਾ ਆਪਣਾ ਸ਼ੇਅਰ ਹੈ ਉਹ ਮਹਿੰਗਾ ਹੈ ਕਿ ਸਸਤਾ ਹੈ। ਇਹ ਨਹੀਂ ਹੈ ਕਿ ਉਹ 70,000 ਦਾ ਇਸ ਕਰਕੇ ਮਹਿੰਗਾ ਹੋ ਗਿਆ, ਜਿਹੜੀ अर्निंग पर शेयर अच्छी है तो महंगा नहीं है। क्लियर नहीं गल? हाँ जी। ईपीएस ਜਿਹੜੀ ਹੈ ਉਹ ਹਮੇਸ਼ਾ ਠੀਕ ਹੈ अर्निंग पर शेयर ਜਿਹੜੀ ਉਹ ਹਮੇਸ਼ਾ ਵਧਣੀ ਚਾਹੀਦੀ ਹੈ, ਇਹ ਵੀ ਚੀਜ਼ ਯਾਦ ਰੱਖੋ ਨਾਲ। क्लियर है भाई? हाँ जी। ਹੁਣ ਇਸ ਸਿਨੈਰੀਓ ਤੇ ਪਹਿਲਾਂ ਆਪਾਂ ਚੰਡੀਗੜ੍ਹ ਦੀ ਐਗਜ਼ਾਮਪਲ ਕੀਤੀ ਕਿ ਓਵਰਆਲ ਸਾਰੇ 17 ਸੈਕਟਰ ਦੀ ਜਿਹੜੀ ਐਵਰੇਜ ਹੈ 4 ਕਰੋੜ ਹੈ ਇੱਕ ਬੂਥ ਦੀ, ਪਰ ਆਪਾਂ ਨੂੰ 3 ਕਰੋੜ ਦਾ ਮਿਲ ਰਿਹਾ, ਆਪਾਂ ਭੱਜ ਕੇ ਲੈ ਲਾਂਗੇ ਠੀਕ ਹੈ ਸਰ 3 ਕਰੋੜ ਦਾ ਮਿਲ ਰਿਹਾ ਜੀ, ਐਵਰੇਜ 4 ਕਰੋੜ ਤੇ ਚੱਲ ਰਹੀ ਹੈ, ਸਾਨੂੰ ਪਤਾ ਕੱਲ ਨੂੰ ਨਹੀਂ ਜਲਦੀ 4 ਕਰੋੜ ਦਾ ਹੋ ਜਾਣਾ। ਪਰ ਇਸ ਕੇਸ ਦੇ ਵਿੱਚ ਪਿਡੀਲਾਈਟ ਦੇ ਕੇਸ ਦੇਖੋ ਸੈਕਟਰ ਦੀ ਪੀਈ ਕਿੰਨੀ ਹੈ 81, ਤੇ ਜਿਹੜੀ ਇਸ ਸ਼ੇਅਰ ਦੀ ਪੀਈ ਰੇਸ਼ੋ ਚੱਲ ਰਹੀ ਹੈ ਉਹ ਚੱਲ ਰਹੀ ਹੈ 97, ਯਾਨੀ ਕਿ ਸੈਕਟਰ ਤੋਂ ਵੀ ਵੱਧ ਚੱਲ ਰਿਹਾ। ਇਹਦਾ ਮਤਲਬ ਕੀ ਹੁੰਦਾ,
ਆਪਾਂ ਦੇਖਦੇ ਹਾਂ ਕਿ ਪੀਡੀਲਾਈਟ ਇੱਕ ਤਰ੍ਹਾਂ ਦੀ ਮੋਨੋਪੋਲੀ ਕੰਪਨੀ ਹੈ। ਇਹਦੇ ਬਰਾਬਰ ਦੀਆਂ ਹਜੇ ਤੱਕ ਇੰਡੀ ਕੋਈ ਵੱਡੀ ਕੰਪਨੀ ਹੈ ਹੀ ਨਹੀਂ। ਫੈਵੀਕੋਲ ਕਿੰਨੀਆਂ ਕਿ ਕੰਪਨੀਆਂ ਬਣਾਉਂਦੀਆਂ ਨੇ, ਠੀਕ ਹੈ, ਮੋਨੋਪੋਲੀ ਦੇ ਵਿੱਚ ਕੰਪਨੀ ਹੈ। ਤੇ ਜਦੋਂ ਮੋਨੋਪੋਲੀ ਦੇ ਵਿੱਚ ਕੰਪਨੀ ਆ, ਉਹ ਐਡੀ ਵੱਡੀ ਕੰਪਨੀ ਹੈ, ਤਾਂ ਕਿ ਉਹ ਆਪਦੇ ਸੈਕਟਰ ਤੋਂ ਕ੍ਰਾਸ ਹੋਏਗੀ ਕਿ ਨਹੀਂ ਹੋਏਗੀ? ਹੋਏਗੀ। ਠੀਕ ਹੈ, ਕਈ ਵਾਰੀ ਆਪਾਂ ਦੇਖਦੇ ਹਾਂ ਕਿ ਕੰਪਨੀ ਬਹੁਤ ਵਧੀਆ, ਮੰਨ ਲਓ ਆਪਣਾ ਇੱਕ ਕਾਰਨਰ ਬੂਥ ਮਿਲ ਰਿਹਾ 17 ਚ 17 ਚ ਨਾਰਮਲ ਔਨ ਐਵਰੇਜ ਬੂਥ ਦੀ ਕਿੰਨੀ ਹੈ ਪ੍ਰਾਈਸ? 4 ਕਰੋੜ। ਪਰ ਮੈਂ ਦੇਖਿਆ ਕਿ ਇੱਕ ਨਾ ਜੀ ਮੈਨੂੰ ਬਿਲਕੁਲ ਕਾਰਨਰ ਵਾਲਾ ਬੂਥ ਮਿਲ ਰਿਹਾ, ਨੰਬਰ 1 ਵਾਲਾ ਉਹ ਬੂਥ ਹੈ, ਕਾਰਨਰ ਹੈ, ਸਪੇਸ ਵੀ ਜ਼ਿਆਦਾ ਹੈ, ਸਭ ਕੁਝ ਵਧੀਆ ਉਹਦਾ, ਤੇ ਕੀ ਮੈਨੂੰ ਵੀ 4 ਕਰੋੜ ਦਾ ਹੀ ਮਿਲੂਗਾ ਕਿ 4.5 ਕਰੋੜ ਦਾ ਮਿਲੂਗਾ? 4.5। ਠੀਕ ਹੈ, ਬਸ ਆਪਾਂ ਇਹ ਚੀਜ਼ ਦੇਖਣੀ ਹੈ ਕਿ ਜੇ ਉਹ ਕੰਪਨੀ ਵਧੀਆ ਹੈ ਤਾਂ ਉਹ ਥੋੜੀ ਬਹੁਤ ਸੈਕਟਰ ਦੀ ਪੀ ਨਾਲੋਂ ਜ਼ਿਆਦਾ ਵੀ ਹੋ ਸਕਦੀ ਹੈ। ਵੈਸੇ ਘੱਟ ਮਿਲੇ ਆਪਾਂ ਕਹਿੰਦੇ ਚੰਗੀ ਗੱਲ ਹੈ, ਪਰ ਕਈ ਵਾਰੀ ਇਦਾਂ ਨਹੀਂ ਹੁੰਦਾ। ਕੰਪਨੀ ਮੋਨੋਪੋਲੀ ਦੇ ਵਿੱਚ ਹੈ ਜਾਂ ਕੰਪਨੀ ਬਹੁਤ ਵਧੀਆ ਪਰਫਾਰਮ ਕਰ ਰਹੀ ਹੈ ਤਾਂ ਉਹਦੇ ਸੈਕਟਰ ਨੂੰ ਵੀ ਅੱਗੇ ਪਿੱਛੇ ਛੱਡ ਕੇ ਆਪ ਅੱਗੇ ਲੰਘ ਸਕਦੀ ਹੈ। ਕਲੀਅਰ ਹੋ ਗਈ ਇੰਨੀ ਗੱਲ? ਹਾਂਜੀ। ਚਲੋ ਹੁਣ ਇੱਕ ਦੂਜੇ ਸਿਨੈਰੀਓ ਤੇ ਆ ਜਾਓ। ਆਪਾਂ ਨੂੰ ਕਿ ਇੰਨੀ ਗੱਲ ਪਤਾ ਚੱਲੀ ਕਿ ਜੇ ਪੀ ਘੱਟ ਹੈ ਤਾਂ ਚੰਗੀ ਗੱਲ ਹੈ। ਇੰਨੀ ਗੱਲ ਸਮਝ ਆਈ? ਹਾਂਜੀ ਸਰ। ਠੀਕ ਹੈ, ਪਰ ਮੰਨ ਲਓ ਹੋਇਆ ਕੀ, ਹੁਣ ਇੱਕ ਦੂਜਾ ਸਿਨੈਰੀਓ ਦੇਖੋ। ਆਪਾਂ ਉਹੀ ਸੈਕਟਰ 17 ਦੀ ਗੱਲ ਕੀਤੀ, ਇੱਕ ਸ਼ੋਰੂਮ ਆਪਾਂ ਨੂੰ 3 ਕਰੋੜ ਦਾ ਮਿਲ ਰਿਹਾ, ਐਵਰੇਜ 4 ਕਰੋੜ ਦੀ, ਆਪਾਂ ਕਹਿੰਦੇ ਵਧੀਆ ਜੀ ਸਰ 3 ਕਰੋੜ ਤੋਂ 4 ਕਰੋੜ ਹੋ ਜਾਊਗਾ। ਪਰ ਜੇ ਉਹ ਸ਼ੋਰੂਮ ਰੌਲੇ ਵਾਲਾ ਹੋਇਆ, ਫਿਰ ਨਜਾਇਜ਼ ਕਬਜ਼ੇ ਵਾਲਾ ਹੋਇਆ, ਫਿਰ ਵੀ ਤਾਂ ਸਸਤਾ ਮਿਲੂਗਾ ਨਾ। ਹਾਂਜੀ। ਫਿਰ ਆਪਾਂ ਨੂੰ ਲਵਾਂਗੇ, ਭਾਵੇਂ 3 ਕਰੋੜ ਦੇ ਕੇ, ਭਾਵੇਂ ਕੋਈ ਆਪਾਂ ਨੂੰ 2 ਕਰੋੜ ਦੇ ਕਿਉਂ ਨਾ ਦਿੰਦਾ ਹੋਵੇ, ਕੀ ਲਵਾਂਗੇ? ਨਹੀਂ ਸਰ। ਠੀਕ ਹੈ, ਤਾਂ ਆਪਾਂ ਦੋ ਸਿਨੈਰੀਓ ਲੈ ਕੇ ਚੱਲਦੇ ਹਾਂ ਕਿ ਆਪਾਂ ਕਹਿੰਦੇ ਪੀ ਘੱਟ ਹੈ, ਕੋਈ ਗੱਲ ਨਹੀਂ ਜੀ, ਵਧੀਆ ਸੈਕਟਰ ਦੇ ਬਰਾਬਰ ਪਹੁੰਚ ਜੂਗੀ। ਪਰ ਫਿਰ ਆਪਾਂ ਜਦੋਂ ਵੀ ਸੈਕਟਰ ਦੀ ਪੀ ਨਾਲੋਂ ਤੁਹਾਡੇ ਸਟਾਕ ਦੀ ਪੀ ਘੱਟ ਹੈ, ਤਾਂ ਆਪਾਂ ਸਭ ਤੋਂ ਪਹਿਲਾਂ ਕੀ ਚੈੱਕ ਕਰਨਾ? ਉਹਦੀ ਅਰਨਿੰਗ ਪਰ ਸ਼ੇਅਰ ਚੈੱਕ ਕਰਨੀ ਹੈ। ਠੀਕ ਹੈ, ਇਹ ਨਾ ਹੋਵੇ ਕਿ ਉਸ ਕੰਪਨੀ ਦੀ ਅਰਨਿੰਗ ਪਰ ਸ਼ੇਅਰ ਸਾਲੋਂ ਸਾਲ ਘਟਦੀ ਜਾ ਰਹੀ ਹੋਵੇ। ਜੇ ਉਹਦੀ ਅਰਨਿੰਗ ਪਰ ਸ਼ੇਅਰ ਘਟ ਰਹੀ ਹੈ ਤਾਂ ਆਬਵੀਅਸਲੀ ਗੱਲ ਉਹਦੀ ਪੀ ਵੀ ਘਟੂਗੀ। ਠੀਕ ਹੈ, ਹਾਂਜੀ। ਜੇ ਉਹਦੀ ਅਰਨਿੰਗ ਪਰ ਸ਼ੇਅਰ ਹਰ ਸਾਲ ਵੱਧ ਰਹੀ ਹੈ ਪਰ ਪੀ ਕਿਉਂ ਘਟ ਰਹੀ ਹੈ, ਕੋਈ ਗੱਲ ਨਹੀਂ, ਬਹੁਤ ਵਧੀਆ ਗੱਲ ਹੈ ਕਿ ਉਹ ਚਲੋ ਆਪਾਂ ਕਹਿੰਦੇ ਵੀ ਕਿਸੇ ਨੇ ਨਜ਼ਰ ਹੀ ਨਹੀਂ ਪਈ ਜਾਂ ਕੋਈ ਗੱਲ ਹੀ ਨਹੀਂ ਹੋਈ ਤਾਂ ਆਪਾਂ ਨੂੰ ਸਸਤਾ ਮਿਲ ਗਿਆ। ਪਰ ਜੇ ਰੌਲੇ ਵਾਲੀ ਜ਼ਮੀਨ ਹੈ, ਠੀਕ ਹੈ, ਹਰ ਸਾਲ ਉਹ ਕੰਪਨੀ ਇਨਕਮ ਕਰਨ ਦੀ ਬਜਾਏ ਲਾਸ ਕਰ ਰਹੀ ਹੈ ਤਾਂ ਉਹਦੀ ਪੀ ਵੀ ਘਟੂਗੀ, ਤਾਂ ਆਪਾਂ ਉਹ ਚੀਜ਼ ਛੱਡ ਦਿਆਂਗੇ। ਠੀਕ ਹੈ, ਆगे माइक बंद कर लिया करो ਜਦੋਂ ਇਹੋ ਜਿਹੀਆਂ ਆਵਾਜ਼ਾਂ ਨਿਕਲਦੀਆਂ ਹੋਣ। ਚਲੋ ਆਪਾਂ ਨੈਕਸਟ ਕਰੀਏ। ਓਕੇ ਵੀ ਇੰਨਾ ਸਮਝ ਆ ਗਿਆ ਸਭ ਨੂੰ? ਹਾਂਜੀ ਸਰ। ਫਿਰ ਆਪਾਂ ਹਾਂਜੀ 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 ਸਰ। ਓਕੇ, ਹੁਣ ਆਪਾਂ ਗੱਲ ਕੀਤੀ ਬੁੱਕ ਵੈਲਿਊ ਪਰ ਸ਼ੇਅਰ। ਜਦੋਂ ਆਪਾਂ ਬੈਲੈਂਸ ਸ਼ੀਟ ਦੇ ਵਿੱਚ ਬੁੱਕ ਵੈਲਿਊ ਪੜ੍ਹੀ ਸੀ ਤਾਂ ਆਪਾਂ 109 ਰੁਪਏ ਪੜ੍ਹੀ ਸੀ। ਹੁਣ ਆਪਾਂ ਇੱਥੇ ਪੜ੍ਹ ਰਹੇ ਹਾਂ ਤਾਂ ਆਪਾਂ ਮੈਨੂੰ ਪਹਿਲੇ ਦੱਸਿਆ ਕਿ ਅਪ ਟੂ ਡੇਟ ਡਾਟਾ ਹੈ, ਬੁੱਕ ਦੇ ਵਿੱਚ ਸਾਲ ਦੇ ਬਾਅਦ ਚੇਂਜ ਹੋਣਾ। ਠੀਕ ਹੈ, ਉੱਥੇ ਬੈਲੈਂਸ ਸ਼ੀਟ ਦੇ ਵਿੱਚ ਆਪਣਾ ਅੱਜ ਦਾ ਪੀਡੀਲਾਈਟ ਦਾ ਬੁੱਕ ਵੈਲਿਊ ਪਰ ਸ਼ੇਅਰ ਕਿੰਨੀ ਹੈ? 114 ਰੁਪਏ। ਹੁਣ ਮੈਨੂੰ ਇੱਕ ਗੱਲ ਦੱਸੋ ਕਿ ਜਿਹੜਾ ਰੇਟ ਹੈ, ਕਹਿ ਲਓ ਬੁੱਕ ਦੇ ਵਿੱਚ ਪ੍ਰਾਈਸ ਹੈ ਨਾ ਹੈਗਾ ਕੰਪਨੀ ਦਾ, ਇਹ ਹਰ ਸਾਲ ਵਧਣਾ ਚਾਹੀਦਾ ਕਿ ਘਟਣਾ ਚਾਹੀਦਾ? ਵਧਣਾ ਚਾਹੀਦਾ। ਇਹ ਬੁੱਕਸ ਦੇ ਵਿੱਚ ਜੇ ਕੰਪਨੀ ਅੱਛਾ ਕਰ ਰਹੀ ਹੈ, ਕੰਪਨੀ ਦਾ ਸ਼ੇਅਰ ਵਧ ਰਿਹਾ, ਤਾਂ ਕੀ ਉਹਦਾ ਬੁੱਕ ਟੂ ਪ੍ਰਾਈਸ ਜਿਹੜਾ ਹੈਗਾ, ਪ੍ਰਾਈਸ ਟੂ ਬੁੱਕ ਰੇਸ਼ੋ, ਉਹ ਵਧਣੀ ਚਾਹੀਦੀ ਹੈ? ਹਾਂਜੀ ਬਿਲਕੁਲ ਵਧਣੀ ਚਾਹੀਦੀ ਹੈ। ਕਲੀਅਰ? ਹਾਂਜੀ। ਫਿਰ ਆ ਗਿਆ ਜੀ ਪ੍ਰਾਈਸ ਟੂ ਬੁੱਕ ਰੇਸ਼ੋ। ਪਹਿਲਾਂ ਆਪਾਂ ਨੇ ਕੋਲ ਕੀ ਸੀ? ਬੁੱਕ ਵੈਲਿਊ ਕੱਢੀ ਆਪਣਾ, ਫਿਰ ਪ੍ਰਾਈਸ ਟੂ ਬੁੱਕ ਰੇਸ਼ੋ, ਕਿ ਜਿੰਨਾ ਵੀ ਮਾਰਕੀਟ ਦੇ ਵਿੱਚ ਜੋ ਸਟਾਕ ਦਾ ਪ੍ਰਾਈਸ ਚੱਲ ਰਿਹਾ ਉਹਨੂੰ ਆਪਾਂ ਬੁੱਕ ਵੈਲਿਊ ਦੇ ਨਾਲ डिवाइड करता, यानी कि अपने तो पता चल रहा है कि 21.28 गुना महंगे प्रीमियम पे ये ਜਿਹੜਾ ਸਟਾਕ ਹੈ ਆਪਾਂ ਨੂੰ ਮਿਲ ਰਿਹਾ ਹੈ ਬੁੱਕ ਪ੍ਰਾਈਸ ਨਾਲੋਂ 21 ਗੁਣਾ ਮਹਿੰਗਾ ਮਿਲ ਰਿਹਾ। ਪਰ ਆਪਾਂ ਫਿਰ ਗੱਲ ਕੀਤੀ ਹੈ, ਕੋਈ ਗੱਲ ਨਹੀਂ, ਜਿਹਦੀ ਡਿਮਾਂਡ ਹੀ ਇੰਨੀ ਹੈਗੀ ਹੈ, ਕੰਪਨੀ ਵਧੀਆ ਹੈ, ਪ੍ਰੋਫਿਟ ਮੇਕਿੰਗ ਵਾਲੀ ਕੰਪਨੀ ਹੈ, ਤਾਂ ਵੀ ਸਾਨੂੰ ਚੀਜ਼ ਮਹਿੰਗੀ ਮਿਲੂਗੀ ਆਪਾਂ ਨੂੰ। ਹੁਣ ਆ ਜੀ ਫੇਸ ਵੈਲਿਊ। ਫੇਸ ਵੈਲਿਊ ਕੀ ਚੀਜ਼ ਹੁੰਦੀ ਹੈ? ਸਰ ਆਪਾਂ ਕਿਸ ਵੇਲੇ ਦੇਖਿਆ ਕਿ ਉਹ ਮਹਿੰਗੀ ਮਿਲ ਰਹੀ ਹੈ? ਸਰ ਆਪਾਂ ਕੀ ਕੀਤਾ, ਆਪਾਂ ਬੁੱਕ ਵੈਲਿਊ ਪਰ ਸ਼ੇਅਰ ਦੇਖਿਆ। ਠੀਕ ਹੈ,
ਕਿ ਉਸ ਕੰਪਨੀ ਦੀਆਂ ਬੁੱਕਸ ਦੇ ਵਿੱਚ ਉਸ ਸਟਾਕ ਦਾ ਕਿੰਨਾ ਪ੍ਰਾਈਸ ਹੈ। ਅਕੋਰਡਿੰਗ ਟੂ ਕੰਪਨੀ ਦੀ ਬੁੱਕਸ ਜਿਹੜੀਆਂ ਹੈਗੀਆਂ ਉਹ ਕਹਿੰਦਾ ਕਿ ਜੀ ਸਾਡੇ ਸ਼ੇਅਰ ਦੀ ਜਿਹੜੀ ਵੈਲਿਊ 114 ਰੁਪਏ ਆਵਾਜ਼ ਨਹੀਂ ਆ ਰਹੀ ਜੀ। ਠੀਕ ਹੈ 114 ਰੁਪਏ ਆ। ਫਿਰ ਆਪਾਂ ਦੇਖਿਆ ਫਿਰ ਮਾਰਕੀਟ 'ਚ ਉਹਦਾ ਪ੍ਰਾਈਸ ਕਿੰਨਾ ਚੱਲ ਰਿਹਾ ਹੈਗਾ 2400 ਰੁਪਏ। ਠੀਕ ਹੈ ਤਾਂ ਆਪਾਂ ਕੀ ਦੇਖਿਆ ਕਿ ਉਹ 21 ਗੁਣਾ ਮਹਿੰਗੇ ਪ੍ਰੀਮੀਅਮ ਤੇ ਉਹ ਆਪਾਂ ਨੂੰ ਮਿਲ ਰਿਹਾ ਹੈਗਾ। ਗੱਲ ਉਹੀ ਹੈ ਵੀ ਜਿਵੇਂ ਆਪਾਂ ਸਰਕਾਰੀ ਰੇਟ ਦੀ ਗੱਲ ਕੀਤੀ ਸੀ। ਵੈਸੇ ਨਾ ਜਦੋਂ ਸਰ ਨੇ ਕੁਐਸਚਨ ਪੁੱਛਿਆ ਸੀ ਉਹਦੇ ਬਾਅਦ ਨਾ ਜਦੋਂ ਤੁਸੀਂ ਆਨਸਰ ਦੇ ਰਹੇ ਸੀ ਆਵਾਜ਼ ਨਹੀਂ ਆਈ ਸਰ। ਨਹੀਂ ਆਈ ਹੈ ਜੀ ਜਿਹੜਾ ਰਿਪੀਟ ਕਰਿਆ ਸੀ ਕੰਟੈਂਟ। ਇੱਕ ਮਿੰਟ ਰੁਕੋ ਇੱਕ ਮਿੰਟ। ਹੁਣ ਆਵਾਜ਼ ਕਲੀਅਰ ਆ ਰਹੀ ਹੈ ਵੀ? ਆ ਰਹੀ ਹੈ ਸਰ। ਓਕੇ ਜੀ। ਤਾਂ ਆਪਾਂ ਇਹ ਗੱਲ ਕੀਤੀ ਸੀ ਕਿ ਜੇ ਸਰਕਾਰੀ ਰੇਟ ਦਾ ਜ਼ਮੀਨ ਜਿਹੜੀ ਸਰਕਾਰੀ ਰੇਟ ਹੈ ਜ਼ਮੀਨ ਦਾ ਕਿਸੇ ਦਾ ਹਨਾ ਉਹ ਹੁੰਦੀ ਆਪਣੀ ਬੇਸਿਕਲੀ ਬੁੱਕ ਵੈਲਿਊ ਪਰ ਸ਼ੇਅਰ ਕਿ ਸਰਕਾਰੀ ਰੇਟ ਇੰਨਾ ਸੀਗਾ ਪਰ ਉਹ ਆਪਾਂ ਨੂੰ ਹੁਣ ਮੰਨ ਲਓ ਸਰਕਾਰ ਤਾਂ ਕਹਿੰਦੀ ਜੀ ਕਿੱਲੇ ਦਾ ਅਸੀਂ 5 ਲੱਖ ਰੁਪਏ ਅਨਾਉਂਸ ਕੀਤਾ ਹੋਇਆ। ਆਪਾਂ ਨੂੰ ਪਤਾ ਸਾਡੀ ਹਾਈਵੇ ਦੇ ਉੱਪਰ ਜ਼ਮੀਨ ਹੈ ਮਹਿੰਗੀ ਜ਼ਮੀਨ ਹੈ ਅਸੀਂ ਕਰੋੜ ਰੁਪਏ ਦਾ ਕਿੱਲਾ ਵੀ ਵੇਚਿਆ ਹੋਇਆ ਉਹ ਚੀਜ਼। ਤਾਂ ਉਹ ਚੀਜ਼ ਹੈ ਕਿ ਆਪਾਂ ਉਹਦੀ ਕਰੰਟ ਮਾਰਕੀਟ 'ਚ ਦੇਖਦੇ ਕਿ ਉਹਦੀ ਡਿਮਾਂਡ ਕਿੰਨੀ ਕਿ ਉਹਦੀ ਜਿਹੜੀ ਡਿਮਾਂਡ ਹੈ ਤਾਂ ਸਰਕਾਰੀ ਰੇਟ ਤੋਂ ਬਹੁਤ ਉੱਪਰ ਚਲਾ ਜਾਂਦਾ ਉਹ ਚੀਜ਼। ਹਾਂਜੀ ਠੀਕ ਹੈ ਹਾਂਜੀ ਓਕੇ। ਹੁਣ ਆ ਜਾਓ ਗੱਲ ਫੇਸ ਵੈਲਿਊ ਦੇ ਉੱਪਰ। ਦੇਖੋ ਫੇਸ ਵੈਲਿਊ ਕੀ ਹੈ ਤੁਸੀਂ ਨਾ ਇਹਨੂੰ ਇੱਕ ਤਰ੍ਹਾਂ ਦੀ ਰੇਟਿੰਗ ਸਮਝ ਸਕਦੇ ਹੋ। ਮੈਂ ਫਿਰ ਐਗਜ਼ਾਮਪਲ ਦਿੰਦਾ ਕਿ ਜਿਵੇਂ ਆਪਾਂ ਰੇਟਿੰਗ ਨਹੀਂ ਦਿੰਦੇ ਵੀ ਕੋਈ ਕੰਪਨੀ ਕਿੰਨੀ ਵਧੀਆ ਆਪਾਂ ਕਹਿੰਦੇ ਜੀ 1 ਤੋਂ ਲੈ ਕੇ 5 ਤੱਕ ਦੀ ਰੇਟਿੰਗ ਹੈ ਫॉर ਐਗਜ਼ਾਮਪਲ। ਉਸੇ ਤਰ੍ਹਾਂ ਫੇਸ ਵੈਲਿਊ ਕੀ ਹੈ ਇਹ ਇੱਕ ਤਰ੍ਹਾਂ ਦੀ ਰੇਟਿੰਗ ਹੈ ਜਿਹੜੀ ਸੇਬੀ ਦਿੰਦੀ ਹੈ ਕੰਪਨੀਆਂ ਨੂੰ। ਚਲੋ ਸੇਬੀ ਵੀ ਛੱਡ ਦਿਓ ਇੱਥੋਂ ਸਿੰਪਲ ਜੀ ਆ ਜਾਓ ਇੱਕ ਰੇਟਿੰਗ ਕਹਿ ਲਓ ਕਿ ਕੰਪਨੀ ਦੀ ਇੱਕ ਫੇਸ ਵੈਲਿਊ ਹੈ ਉਹ ਕਿੰਨੀ ਹੋ ਸਕਦੀ ਹੈ। ਪਹਿਲੀ ਗੱਲ ਤਾਂ 1 ਤੋਂ ਲੈ ਕੇ 10 ਤੱਕ ਦੀ ਹੋ ਸਕਦੀ ਹੈ। ਇਹ ਸਰ ਫੇਸ ਵੈਲਿਊ ਜਿਹੜੀ ਹੈ ਸਰ ਰੇਟਿੰਗਸ ਕਿੱਦਾਂ ਕਿਹੜੇ ਬਿਹਾਫ ਤੇ ਰੇਟਿੰਗ ਸੀ ਕਰਦੇ ਆ ਕੈਲਕੂਲੇਟ। ਇੱਕ ਮਿੰਟ ਛੱਡ ਦਿਓ ਮੈਂ ਤਾਂ ਹੀ ਤੁਹਾਨੂੰ ਕਿਹਾ ਸੀ ਕਿ ਆਪਾਂ ਫਜ਼ਲ ਹੋ ਜਾਵਾਂਗੇ। ਇੱਕ ਮਿੰਟ ਲਈ ਛੱਡ ਦਿਓ। ਆਪਾਂ ਫੇਸ ਵੈਲਿਊ ਦੀ ਗੱਲ ਕਰਦੇ ਹਾਂ। ਇੱਕ ਮਿੰਟ ਲਈ ਛੱਡ ਦਿਓ ਪਹਿਲਾਂ ਅੱਗੇ ਤੁਹਾਨੂੰ ਦੱਸਦਾ ਵੀ ਇਹ ਫੇਸ ਵੈਲਿਊ ਨਿਕਲਦੀ ਕਿਵੇਂ ਜਾਂਦੀ ਲੋਡ ਕੀ ਹੈ ਬੇਸਿਕਲੀ ਇਹਦੀ ਜ਼ਰੂਰਤ ਕੀ ਪੈਂਦੀ ਆਪਾਂ ਨੂੰ ਫੇਸ ਵੈਲਿਊ ਦੀ ਆਪਾਂ ਉਹ ਗੱਲ ਕਰਦੇ ਹਾਂ। ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਸੀਗਾ ਕਿ ਇੱਕ ਐਗਜ਼ਾਮਪਲ ਹੈ ਤੁਸੀਂ ਫਿਰ ਉਸੇ ਚੀਜ਼ ਨੂੰ ਤੁਸੀਂ ਨਾ ਉਹ ਚੀਜ਼ ਨੂੰ ਕਹ ਲਓ ਵੀ ਉਹ ਇੰਟਰੋਡਿਊਸ ਕਰਨ ਲੱਗ ਪੈਂਦੇ ਹੋ। ਜਦੋਂ ਵੀ ਮੈਂ ਇਹ ਚੀਜ਼ ਮੇਰੀ ਸਭ ਤੋਂ ਪਹਿਲਾਂ ਧਿਆਨ ਨਾਲ ਸੁਣਿਆ ਕਰੋ ਮੈਂ ਸਟਾਰਟਿੰਗ ਕਿੱਥੋਂ ਕਰ ਰਿਹਾ ਮੈਂ ਐਗਜ਼ਾਮਪਲ ਤੋਂ ਸਟਾਰਟ ਕਰ ਰਿਹਾ ਜਾਂ ਮੈਂ ਤੁਹਾਨੂੰ ਰੀਅਲ ਵਰਲਡ ਦੀ ਐਗਜ਼ਾਮਪਲ ਦੇ ਰਿਹਾ ਹਾਂ। ਮੈਂ ਤੁਹਾਨੂੰ ਕਹਿੰਦਾ ਸਰ ਮੰਨ ਲਓ ਕਿ ਐਗਜ਼ਾਮਪਲ ਹੈ ਜੀ ਠੀਕ ਹੈ ਕਿ ਆਪਾਂ ਇੱਕ ਰੇਟਿੰਗ ਦਿੱਤੀ ਹੈ ਕਿਸੇ ਕੰਪਨੀ ਨੂੰ ਆਪਾਂ ਇੱਕ ਰੇਟਿੰਗ ਦਿੱਤੀ ਹੈ। ਫੇਸ ਵੈਲਿਊ ਦਾ ਐਗਜ਼ੈਕਟਲੀ ਕੰਮ ਕੀ ਹੈ ਉਹ ਆਪਾਂ ਅੱਗੇ ਦੇਖਾਂਗੇ ਕਿ ਫੇਸ ਵੈਲਿਊ ਦੀ ਜ਼ਰੂਰਤ ਕੀ ਹੈ ਆਪਾਂ ਨੂੰ। ਆਪਾਂ ਇੱਕ ਮੋਟੀ ਗੱਲ ਸਮਝੀ ਕਿ ਆਪਾਂ ਫੇਸ ਵੈਲਿਊ ਕੀ ਹੈ ਆਪਾਂ ਕਿਸੇ ਕੰਪਨੀ ਨੂੰ ਇੱਕ ਰੇਟਿੰਗ ਦਿੱਤੀ ਹੋਈ ਹੈ। ਹੁਣ ਇਹ ਰੇਟਿੰਗ ਕਿੱਥੋਂ ਤੋਂ ਲੈ ਕੇ ਕਿੱਥੋਂ ਤੱਕ ਹੋ ਸਕਦੀ ਹੈ 1 ਤੋਂ ਲੈ ਕੇ 10 ਤੱਕ ਦੀ ਰੇਟਿੰਗ ਹੋ ਸਕਦੀ ਹੈ। ਇੰਨੀ ਗੱਲ ਕਲੀਅਰ? ਹਾਂਜੀ ਕਿਸੇ ਕੰਪਨੀ ਦੀ ਜਿਹੜੀ ਵੈਲਿਊ ਹੈ ਜਾਂ ਉਹਦੀ ਫੇਸ ਵੈਲਿਊ ਹੈ ਜਾਂ ਉਹਦੀ ਰੇਟਿੰਗ ਹੈ ਠੀਕ ਹੈ ਉਹ 1 ਤੋਂ ਲੈ ਕੇ ਇਹ ਸਿਰਫ ਇੱਕ ਐਗਜ਼ਾਮਪਲ ਹੈ ਹੋਰ ਕੁਝ ਨਹੀਂ ਗਾ 1 ਤੋਂ ਲੈ ਕੇ 10 ਤੱਕ ਦੀ ਉਹਦੀ ਜਿਹੜੀ ਰੇਟਿੰਗ ਹੈ ਉਹ ਆਪਾਂ ਦੇ ਸਕਦੇ ਹਾਂ ਜਿਹੜੀ ਫੇਸ ਵੈਲਿਊ ਹੋ ਸਕਦੀ ਹੈ। ਨਾ ਤਾਂ ਆਪਾਂ 1 ਨੂੰ ਬੁਰਾ ਕਹਿਣਾ ਨਾ ਆਪਾਂ 10 ਨੂੰ ਬਹੁਤ ਵਧੀਆ ਕਹਿਣਾ ਕਿ 10 ਰੇਟਿੰਗ ਹੈ ਜੀ ਤਾਂ ਬਹੁਤ ਵਧੀਆ ਕੰਪਨੀ ਹੈ ਜਾਂ ਉਹਦੀ 21 ਰੇਟਿੰਗ ਹੈ ਤਾਂ ਬਹੁਤ ਘਟੀਆ ਕੰਪਨੀ ਹੈ। ਆਪਾਂ ਇਹਨੂੰ ਵਧੀਆ ਜਾਂ ਘਟੀਆ ਦੇ ਬੇਸਿਸ ਤੇ ਨਹੀਂ ਲੈ ਕੇ ਚੱਲਦੇ ਕਿ ਇਹਦੀ ਫੇਸ ਵੈਲਿਊ 1 ਤੇ ਮਾੜੀ ਹੋਏਗੀ ਕੰਪਨੀ। ਫੇਸ ਵੈਲਿਊ 1 ਵਾਲੀ ਕੰਪਨੀ ਵੀ ਬਹੁਤ ਅੱਛੀ ਹੋ ਸਕਦੀ ਹੈ ਤੇ ਫੇਸ ਵੈਲਿਊ 10 ਵਾਲੀ ਜਿਹੜੀ ਕੰਪਨੀ ਉਹ ਐਵਰੇਜ ਵੀ ਹੋ ਸਕਦੀ ਹੈ। ਇੱਥੇ ਆਪਾਂ ਚੰਗਾ ਜਾਂ ਬੁਰੇ ਦੀ ਗੱਲ ਨਹੀਂ ਕਰ ਰਹੇ ਆਪਾਂ ਸਿਰਫ ਇੱਕ ਫੇਸ ਵੈਲਿਊ ਦੀ ਗੱਲ ਕਰ ਰਹੇ ਹਾਂ ਕਿ ਫੇਸ ਵੈਲਿਊ ਜਿਹੜੀ ਹੈਗੀ ਆ ਉਹ 1 ਤੋਂ ਲੈ ਕੇ 10 ਤੱਕ ਹੋ ਸਕਦੀ ਹੈ। ਇਹਦਾ ਕੰਮ ਕੀ ਹੈ ਫੇਸ ਵੈਲਿਊ ਦਾ ਉਹ ਆਪਾਂ ਅੱਗੇ ਦੇਖਦੇ ਹਾਂ। ਠੀਕ ਹੈ ਹਾਂਜੀ ਠੀਕ ਹੈ ਹੁਣ ਇੰਨੀ ਚੀਜ਼ ਆਪਾਂ ਨੂੰ ਪਤਾ ਚੱਲੀ ਕਿ ਆਪਾਂ ਇਸ ਜਿਹੜੀ ਇੱਥੋਂ ਆਪਾਂ ਚਾਰਟ ਦੇਖਿਆ ਨਾ ਆਪਾਂ EPS ਦੇਖ ਸਕਦੇ ਹਾਂ ਆਪਾਂ PE ਦੇਖ ਸਕਦੇ ਹਾਂ ਸੈਕਟਰ PE ਦੇਖੀ ਆਪਾਂ ਬੁੱਕ ਵੈਲਿਊ ਦੇਖੀ ਪ੍ਰਾਈਸ ਟੂ ਬੁੱਕ ਰੇਸ਼ੋ ਦੇਖੀ। ਠੀਕ ਹੈ ਫਿਰ ਆਪਾਂ ਨੂੰ ਫੇਸ ਵੈਲਿਊ ਪਤਾ ਲੱਗ ਗਿਆ ਕਿ ਫੇਸ ਵੈਲਿਊ 1 ਹੈ। ਬਸ ਇਹਨੂੰ ਇੱਕ ਮਾਈਂਡ 'ਚ ਰੱਖ ਲਓ ਕਿ ਫੇਸ ਵੈਲਿਊ 1 ਹੈ। ਇਹ ਹੈ ਕਿ ਆਪਾਂ ਹੁਣ ਕਰਦੇ ਹਾਂ। ਹੁਣ ਉੱਪਰ ਆ ਜਾਓ ਸਰ ਇੱਥੇ ਤੁਹਾਨੂੰ ਦਿਖ ਰਿਹਾ ਮੈਂ ਜਿੱਥੇ ਮੈਂ ਐਰੋ ਚੱਲ ਰਿਹਾ ਮੇਰਾ ਇੱਥੇ ਹੈਗਾ ਜੀ ਕਾਰਪੋਰੇਟ ਐਕਸ਼ਨਸ ਕਾਰਪ ਐਕਸ਼ਨਸ ਲਿਖਿਆ ਹੋਇਆ ਦੇਖਿਆ ਹਾਂਜੀ ਇੱਥੇ ਕਲਿੱਕ ਜਦੋਂ ਆਪਾਂ ਇੱਥੇ ਕਲਿੱਕ ਕਰਾਂਗੇ ਤਾਂ ਇੱਥੇ ਦੇਖੋ ਕਾਰਪੋਰੇਟ ਐਕਸ਼ਨਸ ਲਿਖਿਆ ਹੋਇਆ ਆ ਗਿਆ। ਠੀਕ ਹੈ ਹੁਣ ਇਹ ਕਾਰਪੋਰੇਟ ਐਕਸ਼ਨਸ ਕੀ ਚੀਜ਼ ਹੈ। ਅਨਾਉਂਸਮੈਂਟ ਸਭ ਤੋਂ ਪਹਿਲਾਂ ਨੀਚੇ ਦੇਖੋ ਅਨਾਉਂਸਮੈਂਟਸ। ਅਨਾਉਂਸਮੈਂਟ ਕੀ ਹੈ ਇਹ ਇੱਕ ਤਰ੍ਹਾਂ ਦਾ ਕੰਪਨੀ ਦਾ ਨੋਟਿਸ ਬੋਰਡ ਹੈ। ਠੀਕ ਹੈ ਜਦੋਂ ਆਪਾਂ ਕਿਸੇ ਵੀ ਕੰਪਨੀ ਨੂੰ ਲੌਂਗ ਟਰਮ ਦੇ ਲਈ ਲੈ ਕੇ ਚੱਲਦੇ ਹਾਂ
ਆਪਾਂ ਉਹਦੇ ਚ ਇਨਵੈਸਟ ਕੀਤਾ ਹੋਇਆ, ਆਪਾਂ ਪੈਸਾ ਇਨਵੈਸਟ ਕੀਤਾ ਹੋਇਆ, ਸਟਾਕ ਖਰੀਦੇ ਹੋਏ ਆ, ਤਾਂ ਆਪਾਂ ਕੰਪਨੀ ਦੀਆਂ ਅਨਾਉਂਸਮੈਂਟਸ ਨੂੰ ਜ਼ਰੂਰ ਪੜ੍ਹਾਂਗੇ। ਠੀਕ ਹੈ, ਜਦੋਂ ਵੀ ਕੋਈ ਕੰਪਨੀ, ਹੁਣ ਜਿਹੜੀ ਵੀ ਕੰਪਨੀ SEBI ਨਾਲ ਰਜਿਸਟਰਡ ਹੈ, ਐਕਸਚੇਂਜ ਦੇ ਵਿੱਚ ਉਹਦੇ ਸਟਾਕ ਚੱਲ ਰਿਹਾ, ਤਾਂ ਉਹਨੂੰ ਹਮੇਸ਼ਾ ਇਹ ਚੀਜ਼ ਦੱਸਣੀ ਪੈਂਦੀ ਹੈ ਕਿ ਅਸੀਂ ਇਹਦੀ ਕੰਪਨੀ 'ਚ ਕੀ ਕਰ ਰਹੇ ਹਾਂ। ਠੀਕ ਹੈ, ਸਾਡਾ ਕੋਈ ਮੰਨ ਲਓ CEO ਚੇਂਜ ਹੋ ਗਿਆ, ਸਾਡੀ ਕੋਈ ਮੈਨੇਜਿੰਗ ਜਿਹੜੀ ਕਮੇਟੀ ਉਹ ਚੇਂਜ ਹੋ ਗਈ, ਸਾਡਾ ਕੋਈ ਨਵਾਂ ਬੋਰਡ ਜਿਹੜਾ ਬੋਰਡ ਮੈਂਬਰ ਉਹ ਨਵਾਂ ਅਸੀਂ ਲੈ ਕੇ ਆਂਦਾ, ਤੇ ਇੱਕ ਤਰ੍ਹਾਂ ਦਾ ਨੋਟਿਸ ਬੋਰਡ ਹੈ ਜਿੱਥੋਂ ਆਪਾਂ ਨੂੰ ਪਤਾ ਲੱਗ ਰਿਹਾ ਕਿ ਕੰਪਨੀ ਕੀ ਕਰ ਰਹੀ ਹੈ। ਠੀਕ ਹੈ, ਕੰਪਨੀ 'ਚ ਕੀ ਹੋ ਰਿਹਾ, ਕੰਪਨੀ ਕਿਹੜੇ ਫੈਸਲੇ ਲੈ ਰਹੀ ਹੈ ਵੱਡੇ ਲੈਵਲ ਦੇ, ਤਾਂ ਆਪਾਂ ਅਨਾਉਂਸਮੈਂਟਸ ਤੋਂ ਇਹ ਸਾਰੀਆਂ ਪੜ੍ਹ ਸਕਦੇ ਹਾਂ। ਇੱਥੇ ਨਾਲ ਡੇਟ ਦਿੱਤੀ ਹੈ ਕਿ ਜਿੱਦਾਂ 9 ਫਰਵਰੀ 2022 ਨੂੰ ਕੀ ਹੋਇਆ, ਕੰਪਨੀ ਨੇ ਇੱਕ ਅਨਾਉਂਸਮੈਂਟ ਕੀਤੀ ਕਿ ਮੇਬੀ ਉਹ ਅਨਾਉਂਸਮੈਂਟ ਇਸ ਬਾਰੇ ਵੀ ਹੋ ਸਕਦੀ ਹੈ ਕਿ ਸਾਨੂੰ ਕੋਈ ਨਵਾਂ ਕੰਟਰੈਕਟ ਮਿਲਿਆ। ਠੀਕ ਹੈ, ਮੇਬੀ ਉਹ ਕਿਸੇ ਪੈਸੇ ਬਾਰੇ ਹੋ ਸਕਦੀ ਹੈ ਕਿ ਕੰਪਨੀ ਨੂੰ ਇੰਨਾ ਪੈਸਾ ਆਉਣਾ ਸੀ ਉਹ ਆ ਗਿਆ ਹੈਗਾ, ਤਾਂ ਕੰਪਨੀ ਅਨਾਉਂਸ ਕਰਦੀ ਰਹਿੰਦੀ ਹੈ ਚੀਜ਼ਾਂ। ਕਲੀਅਰ ਨਹੀਂ ਗੱਲ? ਹਾਂਜੀ ਹਾਂਜੀ ਫਿਰ ਆ ਗਿਆ ਜੀ ਬੋਰਡ ਮੀਟਿੰਗਸ। ਹੁਣ ਬੋਰਡ ਮੀਟਿੰਗਸ ਕੀ ਹੈ, ਆਪਾਂ ਦੇਖਿਆ ਕਿ ਪੀਡੀਲਾਈਟ ਨੇ 25 ਜਨਵਰੀ 2022 ਆਹੋ ਜੇ ਰੀਸੈਂਟਲੀ ਇੱਕ ਬੋਰਡ ਮੀਟਿੰਗ ਕੀਤੀ ਸੀ। ਉਹਦਾ ਏਜੰਡਾ ਕੀ ਸੀ? ਕੁਆਰਟਰਲੀ ਰਿਜ਼ਲਟ। ਤੇ ਜਦੋਂ ਆਪਾਂ ਨੂੰ ਪਹਿਲਾਂ ਹੀ ਪਤਾ ਲੱਗ ਜਾਂਦਾ ਕਿ ਜਿਹੜੀ ਕੰਪਨੀ ਨੇ ਆਪਦੇ ਕੁਆਰਟਰਲੀ ਰਿਜ਼ਲਟ ਇਸ ਤਰੀਕ ਨੂੰ ਦੇਣੇ ਆ, ਠੀਕ ਹੈ, ਤਾਂ ਫਿਰ ਉਸ ਦਿਨ ਆਬਵੀਅਸਲੀ ਗੱਲ ਹੈ ਕਿ ਬੋਰਡ ਮੀਟਿੰਗ ਹੁੰਦੀ ਹੈ, ਤੇ ਬੋਰਡ ਮੀਟਿੰਗ ਦੇ ਵਿੱਚ ਜਿਹੜੇ ਰਿਜ਼ਲਟ ਹੈ ਉਹ ਅਨਾਉਂਸ ਕੀਤੇ ਜਾਂਦੇ ਆ। ਰਿਜ਼ਲਟ ਪੋਜ਼ਿਟਿਵ ਹੈ ਤਾਂ ਚੰਗੀ ਗੱਲ ਹੈ, ਨੈਗੇਟਿਵ ਹੋ ਗਿਆ ਤਾਂ ਆਪਾਂ ਨੂੰ ਪਤਾ ਸਟਾਕ ਪ੍ਰਾਈਸ ਗਿਰ ਸਕਦਾ ਉਹਦੇ ਨਾਲ, ਜੇ ਉਹ ਚੰਗਾ ਹੈ ਤਾਂ ਮੇਬੀ ਸਟਾਕ ਪ੍ਰਾਈਸ ਵੱਧ ਵੀ ਸਕਦਾ ਉਹਦੇ ਨਾਲ। ਤਾਂ ਆਪਾਂ ਇਸ ਚੀਜ਼ ਦੇ ਉੱਪਰ ਨਿਗਾਹ ਰੱਖ ਕੇ ਚੱਲਦੇ ਹਾਂ ਕਿ ਹਾਂ ਹੁਣ ਜਿਹੜਾ ਕੰਪਨੀ ਦਾ ਇੱਕ ਕੁਆਰਟਰਲੀ ਰਿਜ਼ਲਟ ਆਉਣ ਵਾਲਾ ਹੈ। ਜਦੋਂ ਵੀ ਤੁਹਾਡੇ ਕੋਲ ਕੋਈ ਵੀ ਕੰਪਨੀ ਤੁਹਾਡੇ ਸਟਾਕ 'ਚ ਪਈ ਹੈ, ਜਾਂ ਤੁਸੀਂ ਕਿਸੇ ਕੰਪਨੀ ਨੂੰ ਲੈਣ ਬਾਰੇ ਸੋਚ ਰਹੇ ਹੋ ਕਿ ਅਸੀਂ ਕੰਪਨੀ 'ਚ ਸਟਾਕ 'ਚ ਇਨਵੈਸਟ ਕਰੀਏ, ਤਾਂ ਉਹਦੇ ਕੁਆਰਟਰਲੀ ਰਿਜ਼ਲਟ ਜ਼ਰੂਰ ਦੇਖੋ। ਠੀਕ ਹੈ, ਮੰਨ ਲਓ ਕੁਆਰਟਰਲੀ ਰਿਜ਼ਲਟਸ ਦੇ ਨੇੜੇ ਹੈ ਤਾਂ ਉਹਨੂੰ ਜ਼ਰੂਰ ਦੇਖੋ ਕਿ ਹਾਂ ਕੁਆਰਟਰਲੀ ਰਿਜ਼ਲਟ ਦੇ ਨੇੜੇ ਹੈ, ਸਟਾਕ ਕਿੰਨਾ ਪਰਫਾਰਮ ਕਰ ਰਿਹਾ। ਜਦੋਂ ਕੁਆਰਟਰਲੀ ਰਿਜ਼ਲਟਸ ਆ ਗਏ ਤਾਂ ਸਟਾਕ ਨੇ ਕਿੰਨਾ ਪਰਫਾਰਮ ਕੀਤਾ, ਰਿਜ਼ਲਟ ਪੋਜ਼ਿਟਿਵ ਆਏ, ਨੈਗੇਟਿਵ ਆਏ, ਆਪਾਂ ਸੁਣਦੇ ਰਹਿੰਦੇ ਹਾਂ ਕਿ ਰਿਲਾਇੰਸ ਨੇ ਆਪਦੇ ਰਿਜ਼ਲਟ ਡਿਕਲੇਅਰ ਕੀਤੇ ਜੀ, ਇਸ ਕੰਪਨੀ ਨੇ ਰਿਜ਼ਲਟ ਡਿਕਲੇਅਰ ਕੀਤੇ ਹੈ, ਤਾਂ ਆਪਾਂ ਨੂੰ ਇਸ ਚੀਜ਼ ਤੋਂ ਕਾਫੀ ਫਾਇਦਾ ਮਿਲਦਾ ਹੈ। ਕਲੀਅਰ ਨਹੀਂ ਗੱਲ? ਹਾਂਜੀ। ਹੁਣ ਆ ਜਾਓ ਡਿਵੀਡੈਂਡਸ ਦੇ ਉੱਪਰ, ਇਹ ਇੰਪੋਰਟੈਂਟ। ਭਾਜੀ ਇਹ ਜਿਹੜੀ ਬੋਰਡ ਮੀਟਿੰਗ ਇਹਨਾਂ ਨੇ ਲਿਖੀ ਹੈ ਕੁਆਰਟਰਲੀ, ਇਹ ਅੱਗੇ ਗਿਵਨ ਨੇ ਆਪਾਂ ਨੂੰ ਕਲਿੱਕ ਕਰਨ ਦੇ, ਮਤਲਬ ਕਲਿੱਕ ਕਰਨ ਤੇ ਅੱਗੇ ਪੂਰੀ ਰਿਜ਼ਲਟ ਖੁੱਲ ਜਾਏਗਾ ਇਹਨਾਂ ਦਾ? ਹਾਂਜੀ ਸਰ, ਇਹਦੇ ਇੱਥੋਂ ਹੀ ਰਿਜ਼ਲਟ ਖੁੱਲਣਗੇ। ਤੁਸੀਂ ਜਦੋਂ ਵੈਸੇ ਸਿੰਪਲੀ ਗੂਗਲ ਤੇ ਸਰਚ ਕਰੋ ਕਿ ਪੀਡੀਲਾਈਟ ਕੁਆਰਟਰਲੀ ਰਿਜ਼ਲਟ, ਤੁਹਾਨੂੰ ਉੱਥੋਂ ਵੈਸੇ ਹੀ ਮਿਲ ਜਾਣਗੇ। ਨਹੀਂ ਤਾਂ ਨੀਚੇ ਆ ਜਾਓ, ਮੇਰਾ ਐਰੋ ਦਿਖ ਰਿਹਾ ਜਿੱਥੇ ਬਾਅਦ ਆ ਦੇਖੋ ਤੇ ਪਿਆ ਕੁਆਰਟਰਲੀ ਰਿਜ਼ਲਟ, ਹਾਂਜੀ ਇੱਥੋਂ ਖੋਲ ਕੇ ਤੁਸੀਂ ਇਹਨੂੰ ਪੂਰਾ ਪੜ੍ਹ ਸਕਦੇ ਹੋ। ਠੀਕ ਹੈ ਇੱਥੋਂ ਪੜ੍ਹ ਲਓ ਤੁਸੀਂ। ਓਕੇ। ਫਿਰ ਆ ਗਿਆ ਜੀ ਡਿਵੀਡੈਂਡਸ। ਹੁਣ ਡਿਵੀਡੈਂਡ ਕੀ ਚੀਜ਼ ਹੈ? ਆਪਾਂ ਗੱਲ ਕੀਤੀ ਸੀ ਡਿਵੀਡੈਂਡ ਕੀ ਹੁੰਦਾ ਕਿ ਕੰਪਨੀ ਆਪਦੇ ਪ੍ਰੋਫਿਟ ਦੇ ਵਿੱਚੋਂ, ਠੀਕ ਹੈ, ਜਿਹੜਾ ਵੀ ਕੰਪਨੀ ਨੂੰ ਪ੍ਰੋਫਿਟ ਹੋਇਆ, ਜੇ ਉਹ ਚਾਹੇ ਤਾਂ ਕੁਝ ਹਿੱਸਾ ਆਪਦੇ ਸ਼ੇਅਰ ਹੋਲਡਰਸ ਦੇ ਵਿੱਚ ਵੰਡ ਸਕਦੀ ਹੈ। ਡਿਵੀਡੈਂਡ ਕੀ ਚੀਜ਼ ਹੈ ਕਿ ਜਿੰਨਾ ਵੀ ਕੰਪਨੀ ਨੂੰ ਪ੍ਰੋਫਿਟ ਹੁੰਦਾ, ਜੇ ਉਹ ਚਾਹੇ, ਗੱਲ ਇਹ ਪੂਰੀ ਦੀ ਪੂਰੀ ਕੰਪਨੀ ਦੇ ਉੱਪਰ ਹੈ। ਕੰਪਨੀ ਲਾਇਬਲ ਨਹੀਂ ਹੈ ਕਿ ਤੁਹਾਨੂੰ ਡਿਵੀਡੈਂਡ ਦੇਊਗੀ। ਤੁਸੀਂ ਕੰਪਨੀ ਦਾ ਸ਼ੇਅਰ ਲਿਆ ਹੋਇਆ, ਉਹ ਸ਼ੇਅਰ ਵਧ ਰਿਹਾ ਹਰ ਸਾਲ, ਠੀਕ ਹੈ, ਕੋਈ ਗੱਲ ਨਹੀਂ, ਪਰ ਜ਼ਰੂਰੀ ਨਹੀਂ ਕਿ ਕੰਪਨੀ ਨੇ ਇਸ ਵਾਰ ਬਹੁਤ ਵਧੀਆ ਪ੍ਰੋਫਿਟ ਕੀਤਾ ਤਾਂ ਤੁਹਾਨੂੰ ਡਿਵੀਡੈਂਡ ਵੀ ਦੇਊਗੀ। ਇਹ ਕੋਈ ਜ਼ਰੂਰੀ ਗੱਲ ਨਹੀਂ। ਕੰਪਨੀ ਦੀ ਮਰਜ਼ੀ ਹੈ, ਕੰਪਨੀ ਦੀ ਬੋਰਡ ਮੀਟਿੰਗ ਇਹ ਤੈਅ ਕਰਦੀ ਹੈ, ਜਿਹੜੇ ਮੀਟਿੰਗ ਦੇ ਵਿੱਚ ਪਰਸਨਸ ਨੇ, ਪ੍ਰਮੋਟਰਸ ਨੇ ਕੰਪਨੀ ਦੇ, ਉਹ ਤੈਅ ਕਰਦੇ ਆ ਕਿ ਅਸੀਂ ਪ੍ਰੋਫਿਟ ਦਾ ਕੁਝ ਹਿੱਸਾ, ਹੋ ਸਕਦਾ ਭਾਵੇਂ ਉਹ ਕਹਿ ਰਹੇ ਸਾਰਾ ਹਿੱਸਾ ਦੇਣਾ, ਸਾਰਾ ਵੀ ਮਿਲ ਸਕਦਾ। ਮੇਬੀ ਉਹ ਕਹਿਣ ਕਿ ਅਸੀਂ 10% ਪ੍ਰੋਫਿਟ ਦਾ ਡਿਵੀਡੈਂਡ ਦੇਣਾ, ਮੇਬੀ ਉਹ ਕਹਿਣ ਅਸੀਂ ਦੇਣਾ ਹੀ ਨਹੀਂ, ਤੁਸੀਂ ਇਹ ਤੋਂ ਕੁਝ ਨਹੀਂ ਕਰ ਸਕਦੇ। ਠੀਕ ਹੈ, ਤਾਂ ਡਿਵੀਡੈਂਡ ਪੂਰੀ ਕੰਪਨੀ ਦੀ ਮਰਜ਼ੀ ਹੈ ਕਿ ਤੁਹਾਨੂੰ ਕੁਝ ਪੈਸਾ ਦੇਵੇ ਜਾਂ ਨਾ ਦੇਵੇ। ਕਲੀਅਰ? ਪਰ ਡਿਵੀਡੈਂਡ ਨੂੰ ਮਿਲਦਾ ਕਿੰਨਾ ਹੈ? ਆਪਾਂ ਪਿੱਛੇ ਪੜਿਆ ਸੀ ਕਿ 850% ਡਿਵੀਡੈਂਡ ਮਿਲ ਗਿਆ। ਹੁਣ 850% ਡਿਵੀਡੈਂਡ ਦਾ ਕੀ ਮਤਲਬ ਹੋਇਆ? ਹੁਣ ਇੱਥੇ ਸਰ ਗੱਲ ਹੁੰਦੀ ਹੈ ਜੀ ਫੇਸ ਵੈਲਿਊ ਦੀ। ਜਦੋਂ ਵੀ ਕੰਪਨੀ ਡਿਵੀਡੈਂਡ ਅਨਾਉਂਸ ਕਰਦੀ ਹੈ ਕਿ ਅਸੀਂ ਆਪਣੇ ਸ਼ੇਅਰ ਹੋਲਡਰਸ ਨੂੰ ਡਿਵੀਡੈਂਡ ਦੇਣਾ, ਕਿੰਨਾ ਡਿਵੀਡੈਂਡ ਦੇਣਾ? ਕੰਪਨੀ ਕਹਿੰਦੀ ਅਸੀਂ 850% ਡਿਵੀਡੈਂਡ ਦੇ ਦੇਣਾ। ਇਹਦਾ ਮਤਲਬ ਕੀ ਹੈ 850%? ਮਤਲਬ ਕਿ ਜਿੰਨੀ ਵੀ ਕੰਪਨੀ ਦੀ ਫੇਸ ਵੈਲਿਊ ਹੈ ਉਹਦਾ 850% ਡਿਵੀਡੈਂਡ ਦੇਣਾ ਜੀ ਅਸੀਂ। ਹੁਣ ਆਪਾਂ ਉੱਪਰ ਪੜ੍ਹ ਕੇ ਆਏ ਆ ਕਿ ਕੰਪਨੀ ਦੀ ਫੇਸ ਵੈਲਿਊ ਕਿੰਨੀ ਹੈ? 1। ਹੁਣ ਮੈਨੂੰ ਦੱਸੋ ਕਿ ਜਿਹੜੀ ਇੱਕ ਫੇਸ ਵੈਲਿਊ ਹੈ ਉਹਦਾ 850% ਕਿੰਨਾ ਬਣਿਆ? 8.5 ਰੁਪਏ। ਤਾਂ ਯਾਨੀ ਕਿ ਕੰਪਨੀ ਨੇ ਇਸ ਸਾਲ ਇਹ ਡਿਸਾਈਡ ਕੀਤਾ ਕਿ ਹਰ ਇੱਕ ਸ਼ੇਅਰ ਹੋਲਡਰ ਨੂੰ ਪਰ ਸ਼ੇਅਰ 8.5 ਰੁਪਏ ਕੰਪਨੀ ਦੇਊਗੀ। ਇੰਨੀ ਗੱਲ ਸਮਝ ਆਈ? ਪਹਿਲੀ ਫੇਸ ਵੈਲਿਊ ਦੀ ਆਪਣੀ ਕਿੱਥੇ ਜ਼ਰੂਰਤ ਪਈ ਆਪਾਂ ਨੂੰ? ਜਦੋਂ ਵੀ ਕੰਪਨੀਆਂ ਡਿਵੀਡੈਂਡ ਤੈਅ ਕਰਦੀਆਂ ਨੇ ਤਾਂ ਉਹ ਹਮੇਸ਼ਾ ਫੇਸ ਵੈਲਿਊ ਦੇ ਅਕੋਰਡਿੰਗ ਹੁੰਦਾ। ਜੇ ਮੰਨ ਲਓ ਕੰਪਨੀ ਕਹਿ ਦਿੰਦੀ ਕਿ ਜੇ ਅਸੀਂ 100% ਡਿਵੀਡੈਂਡ ਦੇਣਾ, ਤਾਂ ਹੁਣ ਮੈਨੂੰ ਦੱਸੋ ਕਿੰਨਾ ਡਿਵੀਡੈਂਡ ਮਿਲਦਾ?
ਕੰਪਨੀ ਦੀ ਫੇਸ ਵੈਲਿਊ 1 ਹੈ, ਕੰਪਨੀ ਨੇ ਡਿਸਾਈਡ ਕੀਤਾ ਕਿ ਅਸੀਂ 100% ਡਿਵੀਡੈਂਡ ਦੇ ਰਹੇ ਹਾਂ। ਕਿੰਨਾ ਕੰਪਨੀ ਡਿਵੀਡੈਂਡ ਦੇਗੀ? 1 ਰੁਪਏ। ਆਬਵੀਅਸਲੀ ਗੱਲ ਹੈ 1 ਰੁਪਏ ਦੇਗੀ, ਠੀਕ ਹੈ। ਕੰਪਨੀ ਡਿਵੀਡੈਂਡ ਦਿੰਦੀ ਕਿਉਂ ਹੈ? ਲੋਕਾਂ ਨੂੰ ਜ਼ਿਆਦਾ ਅਟਰੈਕਟ ਕਰਨ ਦੇ ਲਈ। ਆਪਾਂ ਦੇਖਿਆ ਕਿ ਲੋਕ ਕਈ ਵਾਰੀ ਕੀ ਹੁੰਦੇ ਆ, ਉਹ ਜ਼ਿਆਦਾ ਜਦੋਂ ਇਨਵੈਸਟਰਸ ਨੂੰ ਰਿਟੇਲਰਸ ਨੂੰ ਅਗਰ ਖਿੱਚਣਾ ਚਾਹੁੰਦੀ ਹੈ ਤਾਂ ਆਪਾਂ ਦੇਖਦੇ ਵੀ ਯਾਰ ਇਹ ਕੰਪਨੀ ਦਾ ਸ਼ੇਅਰ ਲੈ ਲਓ, ਇਹਨਾਂ ਜਦ ਪੈਸਾ ਤਾਂ ਮੈਂ ਇਨਵੈਸਟ ਕਰਨਾ ਹੀ ਕਰਨਾ, ਸ਼ੇਅਰ ਤਾਂ ਸਾਰੇ ਵਧ ਰਹੇ ਆ, ਠੀਕ ਹੈ। ਪਰ ਇਹ ਕੰਪਨੀ ਡਿਵੀਡੈਂਡ ਵੀ ਦਿੰਦੀ ਹੈ, ਐਕਸਟਰਾ ਵੀ 2-4 ਰੁਪਏ ਦੇ ਦਿੰਦੀ ਹੈ। ਉਹ ਐਕਸਟਰਾ ਜਿਹੜੇ 2-4 ਰੁਪਏ ਕਰਕੇ ਵੀ ਲੋਕੀ ਜ਼ਿਆਦਾ ਅਟਰੈਕਟ ਹੁੰਦੇ ਆ, ਉਹ ਕੰਪਨੀ ਦੇ ਸ਼ੇਅਰ ਜ਼ਿਆਦਾ ਸੇਲ ਪਰਚੇਜ਼ ਹੁੰਦੇ ਆ, ਠੀਕ ਹੈ। ਜ਼ਿਆਦਾ ਸੇਲ ਪਰਚੇਜ਼ ਹੁੰਦੇ ਰਹਿਣਗੇ ਤਾਂ ਉਹਦੀ ਲਿਕੁਇਡਿਟੀ ਬਣਦੀ ਹੈ, ਆਪਾਂ ਦੇਖਦੇ ਹਾਂ ਫਿਰ ਉਹ ਸ਼ੇਅਰ ਅੱਗੇ ਦੀ ਅੱਗੇ ਵੱਧਦਾ ਰਹਿੰਦਾ, ਠੀਕ ਹੈ। ਹੁਣ ਆਪਾਂ ਇੱਥੇ ਦੇਖ ਰਹੇ ਹਾਂ ਕਿ 27 ਜੁਲਾਈ 2021 ਨੂੰ ਟਾਈਪ ਕੀ ਹੈ ਫਾਈਨਲ, ਕਿ ਯਾਨੀ ਕਿ ਕੰਪਨੀ ਨੇ ਇਸ ਸਾਲ ਦਾ ਜਿੰਨਾ ਵੀ ਦੇਣਾ ਸੀ ਡਿਵੀਡੈਂਡ ਉਹ ਸਾਰਾ ਫਾਈਨਲ ਦੇ ਚੁੱਕੀ ਹੈ। ਕਿੰਨਾ ਡਿਵੀਡੈਂਡ ਦਿੱਤਾ? 8.5 ਰੁਪਏ। 8.5 ਰੁਪਏ ਕੀ ਸੀ? ਅਨਾਉਂਸ ਕੀ ਹੋਇਆ ਸੀ 850% ਆਫ ਦਾ ਫੇਸ ਵੈਲਿਊ। ਫਿਰ ਆਪਾਂ 2020 ਚ ਦੇਖਿਆ ਕਿ 13 ਮਾਰਚ 2020 ਨੂੰ ਕੀ ਹੋਇਆ, ਕੰਪਨੀ ਨੇ ਇੰਟਰਮ ਦਿੱਤਾ। ਇੰਟਰਮ ਦਾ ਮਤਲਬ ਕਿ ਪੂਰਾ ਨਹੀਂ ਦਿੱਤਾ, ਅੱਧਾ ਦਿੱਤਾ। ਅੱਧਾ ਹਜੇ ਹੋਰ ਦੇਣਾ ਸੀ, ਪਰ ਉਹ ਦੇਊਗੀ ਨਹੀਂ ਦੇਊਗੀ ਫਿਰ ਕੋਈ ਉਹਨੂੰ ਕੋਈ ਸ਼ਿਕਾਇਤ ਕੋਈ ਬੰਦਾ ਕਹਿ ਨਹੀਂ ਸਕਦਾਗਾ। ਕਿੰਨਾ ਦਿੱਤਾ? 7 ਰੁਪਏ। 7 ਰੁਪਏ ਦਾ ਮਤਲਬ ਕੀ ਹੋਇਆ? ਕੰਪਨੀ ਨੇ ਕਿੰਨਾ ਅਨਾਉਂਸ ਕੀਤਾ ਹੋਏਗਾ? ਫੇਸ ਵੈਲਿਊ ਮੰਨ ਲਓ ਜੀ 1 ਹੈ, ਤੇ ਕੰਪਨੀ ਕਹੇਗੀ ਜੀ ਅਸੀਂ 700% ਡਿਵੀਡੈਂਡ ਦੇਣ ਲੱਗੀ ਇਸ ਵਾਰੀ। ਹੁਣ ਪਿਛਲੀ ਵਾਰੀ ਕਹਿੰਦੇ ਜੀ ਅਸੀਂ 700% ਦਿੱਤਾ ਸੀ, ਇਸ ਵਾਰੀ ਅਸੀਂ 850% ਦੇਵਾਂਗੇ। ਪਰ ਆਪਾਂ ਨੂੰ ਪਤਾ ਕਿ ਫੇਸ ਵੈਲਿਊ 1 ਹੈ, 700% ਦਾ ਮਤਲਬ ਹੈ 7 ਰੁਪਏ, 850% ਦਾ ਮਤਲਬ ਹੈ 8.5 ਰੁਪਏ। ਇੰਨਾ ਕਲੀਅਰ ਹੋ ਗਿਆ ਭਾਜੀ? ਇਹਦਾ ਮਤਲਬ ਇਹ ਹੁੰਦਾ 8.5 ਰੁਪਏ ਪਰ ਸ਼ੇਅਰ? ਹਾਂਜੀ, ਪਰ ਸ਼ੇਅਰ। ਇਹ ਹਮੇਸ਼ਾ ਪਰ ਸ਼ੇਅਰ ਮਿਲਦਾ ਜੇ ਤੁਹਾਡੇ ਕੋਲ ਠੀਕ ਹੈ। ਮਤਲਬ 8.5 ਰੁਪਏ ਇਹ, ਔਰ ਇਹ ਡਿਵੀਡੈਂਡ ਸਿੱਧਾ ਤੁਹਾਡੇ ਬੈਂਕ ਅਕਾਊਂਟ ਚ ਹੁੰਦਾ ਹੈ। ਇਹ ਤੁਹਾਡੇ ਡੀਮੈਟ ਅਕਾਊਂਟ ਚ ਨਹੀਂ ਐਡ ਹੋਏਗਾ ਜਾਂ ਤੁਹਾਡੇ ਸ਼ੇਅਰ ਦੇ ਪ੍ਰਾਈਸ ਚ ਐਡ ਨਹੀਂ ਹੋ ਜਾਏਗਾ। ਇਹ ਸਿੱਧਾ ਜਿਹੜੇ 8.5 ਰੁਪਏ ਹੈ, ਜੇ ਤੁਹਾਡੇ ਕੋਲ ਮੰਨ ਲਓ 10 ਸ਼ੇਅਰ ਹੈ ਤਾਂ ਤੁਹਾਨੂੰ 85 ਰੁਪਏ ਜਿਹੜੇ ਹੈਗੇ ਆ ਉਹ ਸਿੱਧਾ ਤੁਹਾਡੇ ਅਕਾਊਂਟ ਚ ਆ ਜਾਣਗੇ। ਤੇ ਦੂਸਰੀ ਗੱਲ ਇਹ ਦੱਸੋ, ਫੇਸ ਵੈਲਿਊ ਵੱਧ ਹੋਵੇ ਤਾਂ ਵਧੀਆ? ਹਾਂ ਦੇਖੋ ਜਿਵੇਂ ਆਪਾਂ ਹੁਣ ਇੱਥੇ ਤੱਕ ਪੜ੍ਹੇ ਮਲਟੀਪਲੀਕੇਸ਼ਨ ਕਰਕੇ, ਜੇ ਫੇਸ ਵੈਲਿਊ ਵੱਧ ਹੋਵੇ ਤਾਂ ਆਪਾਂ ਨੂੰ ਡਿਵੀਡੈਂਡ ਜ਼ਿਆਦਾ ਮਿਲੇਗਾ, ਜੇ ਫੇਸ ਵੈਲਿਊ ਘੱਟ ਹੋਵੇ ਤਾਂ ਡਿਵੀਡੈਂਡ ਵੀ ਘੱਟ ਮਿਲ ਜਾਏਗਾ। ਪਰ ਹੁਣ ਗੱਲ ਹੈ ਨਾ, ਮੰਨ ਲਓ ਕੰਪਨੀ ਦੀ ਫੇਸ ਵੈਲਿਊ ਹੈ 10 ਫॉर ਐਗਜ਼ਾਮਪਲ, ਤੇ ਕੰਪਨੀ ਮੰਨ ਲਓ ਕੰਪਨੀ ਦੀ ਫੇਸ ਵੈਲਿਊ 10 ਹੈ, ਉਹ ਇਹ ਨਹੀਂ ਕਹੇ, ਉਹ ਹੋ ਸਕਦਾ ਹੈ ਕਹਦੇ ਕਿ ਅਸੀਂ 850% ਦੇਣ ਲੱਗੇ ਹਾਂ, ਪਰ ਮੇਬੀ ਕੰਪਨੀ ਇਹ ਵੀ ਕਹਿ ਸਕਦੀ ਹੈ ਕਿ ਅਸੀਂ ਤਾਂ 10% ਹੀ ਦੇਣਾ, ਅਸੀਂ 100% ਹੀ ਦੇਣਾ। ਠੀਕ ਹੈ ਨਾ, ਇਹ ਨਹੀਂ ਨਾ, ਇਹ ਮੈਂ ਪਹਿਲੇ ਕਿਹਾ ਕੰਪਨੀ ਦੀ ਮਰਜ਼ੀ ਹੈ ਕਿ ਡਿਵੀਡੈਂਡ ਕਿੰਨਾ ਦੇਣਾ ਚਾਹੁੰਦੀ ਹੈ। ਇਹ ਵੀ ਹੋ ਠੀਕ ਸਕਦਾ ਹੈ, ਕਿਉਂਕਿ ਜੇ 10 ਨਾਲ 850% ਕਰੋਗੇ ਤਾਂ 85 ਆ ਗਿਆ। ਹਾਂ, ਫਿਰ ਇੱਕ ਸ਼ੇਅਰ ਵਿੱਚ 85 ਰੁਪਏ ਮਿਲ ਜਾਣੇ। ਹਾਂ ਠੀਕ ਹੈ। ਗੱਲ ਇਹ ਨਾ ਤੇ ਇਹ ਮੈਕਸਿਮਮ, ਅੱਛਾ ਇਹ ਮੈਕਸ ਤੇ ਸੈਕਿੰਡ ਪੁਆਇੰਟ, ਇਹ ਮੈਕਸਿਮਮ ਟੂ ਮੈਕਸਿਮਮ 10 ਤੱਕ ਹੀ ਜਾਂਦਾ ਹੈ ਕਿ 10 ਵੀ ਕ੍ਰਾਸ ਕਰ ਜਾਂਦਾ ਹੈ? ਫਿਲਹਾਲ ਦੇ ਲਈ ਆਪਾਂ ਦੱਸਦੇ ਹਾਂ ਕਿ ਇੱਕ ਬਹੁਤ ਐਕਸਟ੍ਰੀਮ ਕੇਸ ਹੁੰਦਾ ਹੈ, ਇਹ ਬਹੁਤ ਐਕਸੈਪਸ਼ਨਲ ਕੇਸ ਹੈ ਕਿ ਕਈ ਵਾਰੀ ਕੰਪਨੀ ਦੀ ਜਿਹੜੀ ਫੇਸ ਵੈਲਿਊ ਹੈ ਉਹ 10 ਤੋਂ ਵੀ ਉੱਪਰ ਚਲੀ ਜਾਂਦੀ ਹੈ, ਬਟ ਬਹੁਤ ਐਕਸੈਪਸ਼ਨਲ ਹੈ। ਆਪਾਂ ਉਹ ਉਧਰ ਨਹੀਂ ਜਾਣਾ, ਜਿੰਨੀਆਂ ਵੀ ਨਾਰਮਲ ਆਪਣੇ ਲਈ ਕੰਪਨੀਆਂ ਹੈ ਉਹ ਸਾਰੀਆਂ 1 ਤੋਂ 10 ਹੀ ਰਹਿ ਜਾਂਦੀਆਂ। ਠੀਕ ਹੈ ਠੀਕ ਹੈ ਜੀ। ਹੁਣ ਆਪਾਂ ਅੱਗੇ ਕਰੀਏ, ਨੈਕਸਟ ਹੈ ਜੀ ਆਪਣੇ ਕੋਲੇ ਬੋਨਸ। ਬੋਨਸ ਕੀ ਚੀਜ਼ ਹੁੰਦੀ ਹੈ? ਬੋਨਸ ਚ ਆਪਣੇ ਕੋਲੋਂ ਕੁਝ ਲਿਆ ਜਾਂਦਾ ਕਿ ਆਪਾਂ ਨੂੰ ਕੁਝ ਦਿੱਤਾ ਜਾਂਦਾ? ਦਿੱਤਾ ਜਾਂਦਾ ਹੈ। ਆਪਾਂ ਨੂੰ ਦਿੱਤਾ ਜਾਂਦਾ। ਕਈ ਵਾਰ ਇਹ ਵੀ ਹੁੰਦਾ ਹੈ ਕੰਪਨੀ ਕਹਿੰਦੀ ਹੈ ਅਸੀਂ ਡਿਵੀਡੈਂਡ ਦੇਣ ਲੱਗੇ ਪਰ ਪੈਸੇ ਹੈ ਨਹੀਂ, ਬੋਨਸ ਸ਼ੇਅਰ ਲੈ ਲਓ, ਉਹੀ ਹੈ? ਬਿਲਕੁਲ ਸਹੀ ਹੈ ਜੀ, ਬਿਲਕੁਲ ਸਹੀ ਹੈ। ਠੀਕ ਹੈ। ਠੀਕ ਹੈ ਕੰਪਨੀ ਬੋਨਸ ਦੇ ਰਹੀ ਹੈ। ਬੋਨਸ ਕੀ ਦੇ ਰਹੀ ਹੈ? ਬੇਸਿਕਲੀ ਕੰਪਨੀ ਸ਼ੇਅਰਸ ਨੂੰ ਦੇ ਰਹੀ ਹੈ, ਠੀਕ ਹੈ। ਹੁਣ ਦੇਖੋ ਕੰਪਨੀ ਨੇ ਅਨਾਉਂਸ ਕੀਤਾ 28 ਜਨਵਰੀ 2010 ਨੂੰ ਡਿਵੀਡੈਂਡ ਆਲਮੋਸਟ ਜੇ ਕੋਈ ਕੰਪਨੀ ਦਿੰਦੀ ਹੈ ਤਾਂ ਐਵਰੀ ਈਅਰ ਮਿਲ ਜਾਂਦਾ, ਪਰ ਬੋਨਸ ਐਵਰੀ ਈਅਰ ਨਹੀਂ ਮਿਲਦਾ। ਇਹ ਅਗੇਨ ਕੰਪਨੀ ਤੇ ਡਿਪੈਂਡ ਕਰਦਾ, ਮੇਬੀ 2 ਸਾਲਾਂ ਬਾਅਦ, 4 ਸਾਲਾਂ ਬਾਅਦ, ਮੇਬੀ 10 ਸਾਲਾਂ ਬਾਅਦ ਕੰਪਨੀ ਇਦਾਂ ਦਾ ਕੋਈ ਅਨਾਉਂਸ ਲੈ ਕੇ ਆਉਂਦੀ ਹੈ। ਹੁਣ ਆਪਾਂ ਨੇ ਦੇਖਣਾ ਕਿੰਨਾ ਅਨਾਉਂਸਮੈਂਟ ਡੇਟ ਸੀਗੀ 28 ਜਨਵਰੀ ਨੂੰ, ਐਕਸ ਬੋਨਸ ਡੇਟ ਕੀ ਸੀ ਜੀ 15 ਮਾਰਚ 2010 ਨੂੰ, ਠੀਕ ਹੈ। ਕੰਪਨੀ ਨੇ ਕੀ ਕੀਤਾ, ਰੇਸ਼ੋ ਆਈ 1 ਰੇਸ਼ੋ ਹੈ, ਇਹਨੂੰ ਆਪਾਂ ਰਾਈਟ ਹੈਂਡ ਸਾਈਡ ਤੋਂ ਪੜਨਾ ਕਿ ਜਿਹਦੇ ਕੋਲੇ 1 ਸ਼ੇਅਰ ਹੈ ਉਹਨੂੰ 1 ਹੋਰ ਸ਼ੇਅਰ ਐਜ਼ ਅ ਬੋਨਸ ਦੇ ਦਿੱਤਾ ਜਾਵੇਗਾ। ਇੰਨੀ ਗੱਲ ਕਲੀਅਰ ਹੋਈ? ਜੇ ਮੰਨ ਲਓ ਇਹ ਰੇਸ਼ੋ 2:1 ਹੁੰਦੀ ਤਾਂ ਇਹਦਾ ਮਤਲਬ ਕੀ ਹੈ ਕਿ ਤੁਹਾਡੇ ਕੋਲ ਆਲਰੇਡੀ 1 ਸ਼ੇਅਰ ਪਿਆ, ਤੁਹਾਨੂੰ 2 ਬੋਨਸ ਦੇ ਸ਼ੇਅਰ ਹੋਰ ਮਿਲ ਜਾਣਗੇ, ਟੋਟਲ 3 ਸ਼ੇਅਰ ਹੋ ਜਾਣਗੇ ਤੁਹਾਡੇ ਕੋਲ। ਜੇ ਇਹੀ ਰੇਸ਼ੋ 1:2 ਹੁੰਦੀ ਤਾਂ ਇਹਦਾ ਮਤਲਬ ਕਿ ਜਿਹਦੇ ਕੋਲੇ 2 ਸ਼ੇਅਰ ਹੈਗੇ ਆ ਉਹਨੂੰ 1 ਸ਼ੇਅਰ ਹੋਰ ਦਿੱਤਾ ਜਾਊਗਾ, ਯਾਨੀ ਕਿ ਜਿਹੜੀ ਰਾਈਟ ਹੈਂਡ ਸਾਈਡ ਵਾਲੀ ਫਿਗਰ ਹੈ ਉਹ ਸ਼ੇਅਰ ਆਪਣੇ ਕੋਲੇ ਹੋਣਾ ਚਾਹੀਦਾ ਉਹਨਾਂ, ਤੇ ਜਿੰਨਾ ਮਿਲਣਾ ਉਹ ਉਹਨਾਂ ਨੇ ਲੈਫਟ ਹੈਂਡ ਸਾਈਡ ਤੇ ਲਿਖਿਆ ਹੁੰਦਾ।
ਠੀਕ ਹੈ। ਤਾਂ ਕੰਪਨੀ ਹਮੇਸ਼ਾ ਕੀ ਕਰਦੀ ਹੈ, ਬੋਨਸ ਜਦੋਂ ਵੀ ਦਿੰਦੀ ਹੈ ਤਾਂ ਉਹ ਜਿਨ੍ਹਾਂ ਕੋਲ ਆਲਰੇਡੀ ਸ਼ੇਅਰ ਪਏ ਨੇ, ਇਹ ਤਾਂ ਹੈ ਨਹੀਂ ਕਿ ਜਿਹਦੇ ਕੋਲ ਸ਼ੇਅਰ ਹੀ ਨਹੀਂ ਉਹਨੂੰ ਵੀ ਬੋਨਸ ਮਿਲ ਜੂਗਾ। ਜਿਹਦੇ ਕੋਲ ਸ਼ੇਅਰ ਪਏ ਨੇ ਫਿਰ ਕੰਪਨੀ ਇੱਕ ਰੇਸ਼ੋ ਰੱਖ ਲੈਂਦੀ ਹੈ ਕਿ 1:1 ਅਸੀਂ ਬੋਨਸ ਦੇਣਾ ਜੀ, 2:1 ਅਸੀਂ ਬੋਨਸ ਦੇਣਾ, ਮੇਬੀ 5:1 ਜਾਂ 1:5 ਅਸੀਂ ਬੋਨਸ ਦੇਣਾ। ਹੁਣ 1:5 ਦਾ ਮਤਲਬ ਕਿ ਜੇ ਤੁਹਾਡੇ ਕੋਲ ਆਲਰੇਡੀ 5 ਸ਼ੇਅਰ ਹੈਗੇ ਨੇ ਤਾਂ ਤੁਹਾਨੂੰ ਇੱਕ ਸ਼ੇਅਰ ਉਹਦੇ ਬਦਲੇ ਹੋਰ ਮਿਲ ਜੂਗਾ, ਐਜ਼ ਅ ਬੋਨਸ ਮਿਲ ਜੂਗਾ। ਇੰਨੀ ਗੱਲ ਸਮਝ ਆਈ? ਟੋਟਲ ਇੱਕ ਮਿਲੇਗਾ ਹਾਂਜੀ। ਕਿ ਇੱਕ ਦੇ ਬਦਲੇ ਇੱਕ ਮਿਲੇਗਾ? ਸਰ ਇੱਕ ਦੇ ਬਦਲੇ ਇੱਕ, ਵੀ ਜੇ ਤੁਹਾਡੇ ਕੋਲ ਇੱਕ ਸ਼ੇਅਰ ਹੈ ਤਾਂ ਤੁਹਾਨੂੰ ਇੱਕ ਸ਼ੇਅਰ ਹੋਰ ਮਿਲ ਜੂਗਾ, ਪਰ ਜੇ ਤੁਹਾਡੇ ਕੋਲ ਦੋ ਸ਼ੇਅਰ ਹੋਏ ਤਾਂ ਤੁਹਾਨੂੰ ਦੋ ਮਿਲ ਜਾਣਗੇ। ਠੀਕ ਸਰ ਹੈ ਇਹ ਸਰ। ਆਪਣੇ ਕੋਲ ਸ਼ੇਅਰ ਅਨਾਉਂਸਮੈਂਟ ਡੇਟ ਤੋਂ ਪਹਿਲਾਂ ਹੋਣੇ ਚਾਹੀਦੇ ਹਨ? ਸਰ ਜਦੋਂ ਤੁਹਾਨੂੰ ਬੋਨਸ ਮਿਲਣਾ ਹੈ, ਨੋਰਮਲੀ ਜਿਵੇਂ ਕਿ ਅਨਾਉਂਸਮੈਂਟ ਡੇਟ 28 ਜਨਵਰੀ ਦੀ ਸੀਗੀ, ਠੀਕ ਹੈ, ਪਰ ਕੰਪਨੀ ਨੇ ਇਹ ਨਹੀਂ ਦੱਸਿਆ ਕਿ ਬੋਨਸ, ਉਹਨਾਂ ਨੇ ਇਹ ਦੱਸਿਆ ਕਿ ਅਸੀਂ ਬੋਨਸ ਦੇਵਾਂਗੇ। ਇਹ ਤੋਂ ਬਾਅਦ ਇੱਕ ਡੇਟ ਹੁੰਦੀ ਹੈ। ਹਾਂ ਇਹ ਜ਼ਰੂਰ ਹੈ ਕਿ ਜਦੋਂ ਵੀ ਬੋਨਸ ਦੀ ਜਿਹੜੀ ਹੈ 15 ਮਾਰਚ ਹੈ, ਤੁਹਾਡੇ ਕੋਲੇ 15 ਮਾਰਚ ਤੋਂ ਪਹਿਲਾਂ ਸ਼ੇਅਰ ਤੁਹਾਡੇ ਡੀਮੈਟ ਅਕਾਊਂਟ 'ਚ ਹੋਣੇ ਚਾਹੀਦੇ ਨੇ। ਜੇ ਤੁਸੀਂ ਮੰਨ ਲਓ 14 ਮਾਰਚ ਨੂੰ ਵੀ ਖਰੀਦ ਲਓਗੇ ਤਾਂ ਤੁਹਾਨੂੰ ਉਹ ਮਿਲਣੇ ਨਹੀਂ, ਉਹਦਾ ਬੋਨਸ ਨਹੀਂ ਮਿਲਣਾ। ਕਿਉਂ? ਕਿਉਂਕਿ ਤੁਹਾਡੇ ਡੀਮੈਟ ਅਕਾਊਂਟ ਦੇ ਵਿੱਚ 2 ਦਿਨ ਬਾਅਦ ਸ਼ੇਅਰ ਆਉਂਦਾ ਹੈ। ਇਹ ਵੀ ਆਪਾਂ ਪੜਾਂਗੇ, ਠੀਕ ਹੈ। ਕਈ ਵਾਰੀ ਆਪਾਂ ਦੇਖਦੇ ਹਾਂ ਕਿ ਕੰਪਨੀ ਨੇ ਕਹਤਾ ਜੀ ਕੱਲ ਨੂੰ ਬੋਨਸ ਸ਼ੇਅਰ ਮਿਲਣੇ, ਲੋਕਾਂ ਨੇ ਅੱਜ ਖਰੀਦਣੇ ਸ਼ੁਰੂ ਕਰਤੇ ਵੀ ਕੱਲ ਨੂੰ ਤਾਂ ਮਿਲ ਹੀ ਜਾਣੇ, ਉਹ ਤੁਹਾਡੇ ਅਕਾਊਂਟ 'ਚ ਨਹੀਂ ਆਉਣਗੇ। ਤਾਂ ਉਹਦੇ ਬਾਰੇ ਵੀ ਆਪਾਂ ਪੜਾਂਗੇ, T+2 ਡੇਜ਼ ਕੀ ਚੀਜ਼ ਹੈ ਆਪਾਂ ਪੜਾਂਗੇ। तो बेसिकली इतना मोटा मोटा समझ लो कि जिस दिन ਤੁਹਾਨੂੰ ਬੋਨਸ ਮਿਲਣਾ, ਜੇ ਉਸ ਤੋਂ 2-3 ਦਿਨ ਪਹਿਲਾਂ ਦੇ ਖਰੀਦੇ ਹੋਏ ਸ਼ੇਅਰ ਤੁਹਾਡੇ ਕੋਲ ਹੈਗੇ ਆ ਤਾਂ ਹੀ ਤੁਹਾਨੂੰ ਬੋਨਸ ਮਿਲਦਾ ਹੈ। ਅੱਗੇ ਚੱਲੀਏ ਜੀ। ਹਾਂਜੀ। ਹੁਣ ਆਇਆ ਜੀ ਆਪਣੇ ਕੋਲੇ ਸਪਲਿਟ। ਸਪਲਿਟ ਦਾ ਮਤਲਬ ਕੀ ਹੈ? ਸਪਲਿਟ ਦਾ ਮਤਲਬ ਕੀ ਹੈ ਕਿ ਕੰਪਨੀ ਨੇ ਤੁਹਾਡੇ ਹੀ ਸ਼ੇਅਰ ਨੂੰ ਸਪਲਿਟ ਕਰਤਾ, ਉਹਦੇ ਟੋਟੇ ਕਰਤੇ। ਪਹਿਲਾਂ ਆਪਾਂ ਐਗਜ਼ਾਮਪਲ ਲੈਂਦੇ ਹਾਂ। ਮੰਨ ਲਓ ਤੁਹਾਡੇ ਕੋਲ 10 ਰੁਪਏ ਹੈ, ਜਿੱਥੇ ਵੀ ਤੁਸੀਂ ਜਾ ਰਹੇ ਹੋ ਤੁਹਾਡੇ ਕੋਲ 10 ਰੁਪਏ ਦਾ ਨੋਟ ਹੈ, ਉਹਦੀ ਵੈਲਿਊ ਕਿੰਨੀ ਹੈ? 10 ਰੁਪਏ ਦੀ ਨੋਟ ਦੀ ਵੈਲਿਊ ਕਿੰਨੀ ਹੈ? 10 ਰੁਪਏ। ਹੁਣ ਕੀ ਹੋਇਆ ਕਿ ਤੁਸੀਂ ਉਹਨੂੰ ਸਪਲਿਟ ਕਰਤਾ। ਤੁਸੀਂ ਕਿਸੇ ਸ਼ਾਪ ਤੇ ਗਏ, ਤੁਸੀਂ ਉਹ ਤੋਂ ਚੇਂਜ ਲੈ ਲਈ, ਤੁਹਾਡੇ 10 ਰੁਪਏ 1-1 ਰੁਪਏ ਦੇ ਸਿੱਕੇ ਬਣ ਗਏ। ਹੁਣ ਮੈਨੂੰ ਦੱਸੋ ਕਿ ਜਿਹੜੀ ਤੁਹਾਡੇ 10 ਰੁਪਏ ਨੋਟ ਦੀ ਕੀਮਤ ਸੀ, ਵੈਲਿਊ ਸੀ, ਉਹ ਘਟੀ ਕਿ ਵਧੀ? ਸੇਮ ਰਹੀ ਸਰ। ਉਹ ਤਾਂ ਸੇਮ ਰਹੀ ਨਾ, ਠੀਕ ਹੈ। ਵੈਲਿਊ ਤਾਂ ਨਹੀਂ ਘਟੀ, ਉਹਦੇ ਟੋਟੇ ਜ਼ਰੂਰ ਹੋ ਗਏ। ਛੇ ਆਪਾਂ ਕਹਿੰਦੇ ਆ ਕਿ ਨੋਟ ਦੇ ਟੋਟੇ ਹੋ ਗਏ ਜੀ। ਪਹਿਲਾਂ ਇੱਕ ਨੋਟ ਸੀ 10 ਰੁਪਏ ਦਾ, ਹੁਣ ਆਪਾਂ 10 ਸਿੱਕੇ ਲੈ ਲਏ, ਉਹ 10 ਪਾਰਟਸ ਦੇ ਵਿੱਚ ਡਿਵਾਈਡ ਹੋ ਗਿਆ, ਪਰ ਅਲਟੀਮੇਟਲੀ ਵੈਲਿਊ ਤਾਂ ਸੇਮ ਰਹੀ। ਉਸੇ ਤਰ੍ਹਾਂ ਹੁਣ ਕੰਪਨੀ ਕੀ ਕਰਦੀ ਹੈ, ਆਪਦੇ ਸ਼ੇਅਰਸ ਨੂੰ ਸਪਲਿਟ ਕਰ ਦਿੰਦੀ ਹੈ। ਮੰਨ ਲਓ ਕੋਈ ਕੰਪਨੀ ਦਾ ਸ਼ੇਅਰ ਸੀ, ਉਹ 100 ਰੁਪਏ ਦਾ ਸੀ। ਕੰਪਨੀ ਕਹਿੰਦੀ ਹੈ ਜੀ ਕਿ ਅਸੀਂ ਕੀ ਕਰਨਾ। ਹੁਣ ਕੰਪਨੀ ਪਹਿਲਾਂ ਗੱਲ ਸਮਝੋ, ਕੰਪਨੀ ਕਿੰਨੇ ਟੋਟੇ ਕਰ ਸਕਦੀ ਹੈ ਕਿਸੇ ਸ਼ੇਅਰ ਦੇ? ਇਹ ਕੰਪਨੀ ਦੀ ਆਪਦੀ ਮਰਜ਼ੀ ਨਹੀਂ ਕਿ ਅਸੀਂ ਜਿੰਨੇ ਮਰਜ਼ੀ ਟੋਟੇ ਕਰ ਦਈਏ। ਜਿੰਨੀ ਕੰਪਨੀ ਦੀ ਵੱਧ ਤੋਂ ਵੱਧ ਫੇਸ ਵੈਲਿਊ ਹੋਏਗੀ, ਉਨੇ ਹੀ ਪਾਰਟ ਕੀਤੇ ਜਾ ਸਕਦੇ, ਠੀਕ ਹੈ। ਜੇ ਕੰਪਨੀ ਦੀ ਫੇਸ ਵੈਲਿਊ 10 ਹੈ तो आपके शेयर ਨੂੰ ਕਿੰਨੇ ਵਾਰੀ ਤੋੜ ਸਕਦੀ ਹੈ, ਕਿੰਨੇ ਬ੍ਰੇਕ ਕਰ ਸਕਦੀ ਹੈ? 10, ਠੀਕ ਹੈ। ਆਪਾਂ ਨੂੰ ਡਿਵਾਈਡ ਕਰ ਲੈਂਦੇ ਆ। ਹੁਣ ਇਹਦੇ ਵਿੱਚ ਇੱਕ ਹੋਰ ਗੱਲ ਹੈ, ਜੇ ਕੰਪਨੀ ਦੀ ਫੇਸ ਵੈਲਿਊ 10 ਹੈ ਤਾਂ ਆਪਦੇ ਸ਼ੇਅਰ ਨੂੰ ਵੀ 10 ਵਾਰੀ ਬ੍ਰੇਕ ਕਰ ਸਕਦੀ ਹੈ, ਪਰ ਇਸ ਤੋਂ ਬਾਅਦ ਜਿਹੜੀ ਕੰਪਨੀ ਦੀ ਫੇਸ ਵੈਲਿਊ ਹੈ ਉਹ 1 ਰਹੇਗੀ। ਹੁਣ ਤੁਸੀਂ ਇੱਥੇ ਦੇਖ ਰਹੇ ਹੋ ਕਿ ਕੰਪਨੀ ਨੇ ਸਪਲਿਟ ਕੀਤਾ 20 ਸਤੰਬਰ 2005 ਨੂੰ। 올ਡ ਫੇਸ ਵੈਲਿਊ ਕਿੰਨੀ ਸੀ? 10, ਤੇ ਨਿਊ ਫੇਸ ਵੈਲਿਊ ਕਿੰਨੀ ਹੋਗੀ? 1। ਇੱਥੇ ਵੀ ਫੇਸ ਵੈਲਿਊ ਦੇ ਅਕੋਰਡਿੰਗ ਹੀ ਸਪਲਿਟ ਕਰਦੇ ਆ। डिविडेंड भी ਆਪਾਂ ਨੂੰ ਫੇਸ ਵੈਲਿਊ ਦੇ ਅਕੋਰਡਿੰਗ ਮਿਲਦਾ ਹੈ, ਠੀਕ ਹੈ। ਤੇ ਇਸ ਤੋਂ ਬਾਅਦ ਜਿਹੜੇ ਆਪਾਂ ਸਪਲਿਟ ਕਰਦੇ ਆ ਉਹ ਵੀ ਆਪਾਂ ਫੇਸ ਵੈਲਿਊ ਦੇ ਬੇਸਿਸ ਤੇ ਕਰਦੇ ਆ। ਜਦੋਂ ਮੰਨ ਲਓ ਜੇ ਕਿਸੇ ਕੰਪਨੀ ਦੀ ਫੇਸ ਵੈਲਿਊ 5 ਹੈ, ਕਿਸੇ ਕੰਪਨੀ ਦੀ ਫੇਸ ਵੈਲਿਊ 5 ਹੈ, ਠੀਕ ਹੈ, ਉਹ ਆਪਦੇ ਸ਼ੇਅਰ ਨੂੰ ਕਿੰਨੇ ਵਾਰੀ ਸਪਲਿਟ ਕਰ ਸਕਦੀ ਹੈ? 5 ਵਾਰੀ। 5 ਵਾਰੀ। ਤੇ ਫਿਰ ਉਹਦੀ ਜਿਹੜੀ ਨਵੀਂ ਫੇਸ ਵੈਲਿਊ ਉਹ ਕਿੰਨੀ ਰਹਿ ਜਾਏਗੀ? 1 ਰਹਿ ਜਾਏਗੀ। ਹੁਣ ਮੰਨ ਲਓ ਕਿਸੇ ਕੰਪਨੀ ਦੀ ਫੇਸ ਵੈਲਿਊ 10 ਹੈ, ਪਰ ਉਹਨੇ ਆਪਣੇ ਸ਼ੇਅਰ ਨੂੰ ਸਿਰਫ 5 ਵਾਰੀ ਸਪਲਿਟ ਕੀਤਾ, ਹੁਣ ਉਹਦੀ ਫੇਸ ਵੈਲਿਊ ਕਿੰਨੀ ਰਹਿ ਜਾਏਗੀ? 5। ਸਰ ਮਤਲਬ 5 ਹਿੱਸੇ ਕੀਤੇ ਜਾਂ 5 ਵਾਰੀ ਅਲੱਗ-ਅਲੱਗ ਟੋਟੇ ਕੀਤੇ? ਸਰ ਆਪਾਂ ਉਹਦੇ 5 ਹਿੱਸੇ ਕਰਤੇ, ਇੱਕੋ ਸ਼ੇਅਰ ਦੇ ਆਪਾਂ 5 ਹਿੱਸੇ ਕਰਤੇ। ਸਰ ਜਿਹੜੀ ਸਪਲਿਸ਼ਨ ਹੋ ਰਹੀ ਹੈ ਜੀ, ਇਹ ਤਾਂ ਸਰ ਕਿਸ ਟਰਮ ਦੇ ਵਿੱਚ ਹੋ ਰਹੀ, ਸ਼ੇਅਰ ਦੇ ਪ੍ਰਾਈਸ ਦੇ ਵਿੱਚ ਹੋ ਰਹੀ ਹੈ ਜਾਂ ਕੀ? आप देखो सर समझो, मान लो कोई स्टॉक है, ठीक है, और 2500 रुपए का एक स्टॉक है। फॉर एग्जांपल 2500 रुपए का एक स्टॉक है। कंपनी कहती है कि ਅਸੀਂ ਜਿਹੜੇ ਸਟਾਕਸ ਸਪਲਿਟ ਕਰਨੇ ਆ। ਕੰਪਨੀ ਨੇ ਉਹਨੂੰ ਮੰਨ ਲਓ 5 ਨਾਲ ਸਪਲਿਟ ਕਰਤਾ। ਕੰਪਨੀ ਦੀ ਫੇਸ ਵੈਲਿਊ 5 ਸੀ, ਉਹਨੇ 5 ਨਾਲ ਸਪਲਿਟ ਕਰਤਾ। ਹੁਣ ਮੈਨੂੰ ਦੱਸੋ ਕਿ ਜਿਹੜਾ ਇੱਕ ਸ਼ੇਅਰ ਹੈ ਉਹਦੇ ਕਿੰਨੇ ਟੋਟੇ ਹੋ ਗਏ ਜੀ? 5 ਟੋਟੇ ਹੋ ਗਏ। ਪਰ ਹੁਣ ਉਹ ਸ਼ੇਅਰ ਕਿੰਨੇ ਰੁਪਏ ਦਾ ਰਹਿ ਜਾਏਗਾ ਇਹ ਦੱਸੋ। ਕਿ ਉਹ 5 ਜਿਹੜੇ ਸ਼ੇਅਰ ਤੁਹਾਡੇ ਕੋਲ ਆਗੇ 2500 ਰੁਪਏ ਦੇ 5 ਸ਼ੇਅਰ ਹੈ ਜਾਂ 500 ਰੁਪਏ ਦਾ ਇੱਕ ਸ਼ੇਅਰ ਹੋ? ਉਹ ਸਰ 500 ਦਾ।
ठीक है ना, वैल्यू तो सेम रहेगी ना, वैल्यू नहीं ਵਧੇਗੀ ਜਾਂ ਘਟੇਗੀ। ਪਹਿਲਾਂ ਇੱਕ ਸ਼ੇਅਰ 2500 ਦਾ ਸੀ, ਹੁਣ ਤੁਹਾਡੇ ਕੋਲੇ 5 ਸ਼ੇਅਰ ਹੈ, ਮਿਲਾ ਕੇ ਉਹਨਾਂ ਦੀ ਵੀ ਵੈਲਿਊ ਕਿੰਨੀ ਹੈ 2500, ਹੁਣ ਤੁਹਾਡੇ ਕੋਲ ਇੱਕ ਸ਼ੇਅਰ 500 ਰੁਪਏ ਦਾ ਹੋ ਗਿਆ। ਸਰ ਜਦੋਂ ਫੇਸ For ਵੈਲਿਊ example, ਸਰ ਜਦੋਂ ਫੇਸ ਵੈਲਿਊ 1 ਰਹਿ ਜੂ ਸਰ ਉਦੋਂ ਬਾਅਦ ਕਰ ਨਹੀਂ ਸਕਦੇ ਕਦੇ ਵੀ? ਇੱਕ ਤੋਂ ਬਾਅਦ ਤੁਸੀਂ ਇਹਨੂੰ ਸਪਲਿਟ ਨਹੀਂ ਕਰ ਸਕਦੇ। ਤੇ ਸਰ ਫॉर एग्जांपल ਹੈ ਨਾ ਜੀ, ਮਤਲਬ ਹਾਂਜੀ। ਸਪਲੀਸ਼ਨ ਹੋ ਗਈ, ਕੋਈ ਸ਼ੇਅਰ 25, ਕੋਈ ਮਤਲਬ ਸਪਲਿਟ ਹੋਣ ਤੋਂ ਬਾਅਦ ਮਤਲਬ ਪਹਿਲਾਂ ਮਤਲਬ ਕੋਈ ਸ਼ੇਅਰ 2500 ਦਾ ਸੀਗਾ ਜੀ, ਹਾਂਜੀ ਤੇ ਫਰਕ ਆਫਟਰ ਦਾ ਸਪਲੀਸ਼ਨ ਉਹ ਜਿਹੜਾ ਸ਼ੇਅਰ ਹੈਗਾ ਜੀ ਮਤਲਬ 500 ਰੁਪਏ ਦਾ ਰਹਿ ਗਿਆ ਜੀ, 1/5 ਆਪਾਂ ਜੇ ਕੀਤਾ ਹੈ ਨਾ ਜੀ। ਹਾਂਜੀ ਬਿਲਕੁਲ। ਹੁਣ ਜੀ ਮਤਲਬ ਆਪਣੇ ਪੋਰਟਫੋਲੀਓ ਤੇ ਨਵੇਂ ਸ਼ੇਅਰ ਐਡ ਕਰਨੇ ਆ ਤਾਂ ਮੈਨੂੰ 500 ਰੁਪਏ ਦੇ ਹਿਸਾਬ ਨਾਲ ਮਿਲੂਗੇ ਜਾਂ ਕਿਵੇਂ, ਜੇ 2500 ਦੇ ਹਿਸਾਬ ਨਾਲ ਮਿਲੂਗੇ? ਹੁਣ ਦੇਖੋ, ਹੁਣ ਸਟਾਕ ਦੀ ਵੈਲਿਊ 500 ਰਹਿ ਚੁੱਕੀ ਹੈ ਜੀ, ਜੇ ਹਾਂਜੀ ਤੁਸੀਂ ਨਵੇਂ ਐਡ ਕਰਨੇ ਆ ਤਾਂ ਤੁਹਾਨੂੰ ਤੁਸੀਂ 500 ਰੁਪਏ ਨਾਲ ਹੀ ਪਰਚੇਸ ਕਰਕੇ ਕਰੋਗੇ। ਜੇ ਤੁਸੀਂ ਵੇਚਣਾ ਵੀ ਹੈ ਤਾਂ ਮੰਨ ਲਓ ਪਹਿਲਾਂ ਤੁਹਾਡੇ ਕੋਲ ਇੱਕੋ ਸ਼ੇਅਰ ਸੀ 2500 ਰੁਪਏ ਦਾ, ਜੇ ਤੁਹਾਨੂੰ ਵੇਚਣਾ ਪੈਣਾ ਸੀ ਤਾਂ ਪੂਰਾ ਇੱਕ ਵੇਚਣਾ ਪੈਣਾ ਸੀ 2500 ਰੁਪਏ ਦਾ। ਹਾਂਜੀ, 5 ਬਿਲਕੁਲ ਬਿਲਕੁਲ ਬਿਲਕੁਲ, ਹੁਣ 5 ਵੇਚਾਂਗੇ। ਤੁਸੀਂ ਉਹਨਾਂ ਚੋਂ ਭਾਵੇਂ ਇੱਕ ਵੇਚੋ ਭਾਵੇਂ ਦੋ ਵੇਚੋ, ਠੀਕ ਹੈ ਜੀ, ਠੀਕ ਹੈ, ਠੀਕ, ਓਕੇ। ਇਹ ਚੀਜ਼ ਹੁੰਦੀ ਹੈ। ਫਿਰ ਇਹਦੇ ਨਾਲ Okay, sir. ਸ਼ੇਅਰਸ ਦੀ ਕੁਆਂਟੀਟੀ ਵੀ ਵਧ ਜੂਗੀ। ਹਾਂਜੀ, ਇਹਦੇ ਨਾਲ ਕੀ ਹੈ, ਸ਼ੇਅਰਸ ਦੀ ਕੁਆਂਟੀਟੀ ਵੀ ਵੱਧ ਜਾਂਦੀ ਹੈ, ਬਸ ਉਹੀ ਗੱਲ, ਪਰ ਜਿਹੜਾ ਪ੍ਰਾਈਸ ਹੈ ਉਹ ਐਡਜਸਟਡ ਹੋ ਗਿਆ। ਵੈਲਿਊ ਉਨੀ ਰਹੀ ਕੰਪਨੀ ਦੀ, ਸ਼ੇਅਰ ਦੀ ਵੈਲਿਊ ਪਹਿਲਾਂ ਉਨੀ ਰਹੀ ਆਪਣੇ ਕੋਲੇ, ਬਸ ਸਪਲਿਟ ਹੋ ਗਿਆ, ਉਹਦੇ ਨਾਲ ਪ੍ਰਾਈਸ ਐਡਜਸਟ ਹੋ ਗਿਆ। ਹੁਣ ਜਿਹੜਾ ਨਵਾਂ ਟ੍ਰੇਡ ਹੋਏਗਾ ਉਹ ਜਿਹੜਾ ਨਵਾਂ ਐਡਜਸਟਡ ਪ੍ਰਾਈਸ ਹੈ ਉਹਦੇ ਬਿਹਾਫ ਤੇ ਹੋਏਗਾ। ਅਸਲ ਚ ਇਦਾਂ ਕੀਤਾ ਕਿਉਂ ਜਾਂਦਾ, ਅਗੇਨ ਕੰਪਨੀ ਜਦੋਂ ਇਹ ਚਾਹੁੰਦੀ ਹੈ ਕਿ ਸਾਡੇ ਕੋਲੇ ਜ਼ਿਆਦਾ ਇਨਵੈਸਟਰਸ ਆਉਣ, ਮੰਨ ਲਓ 2500 ਰੁਪਇਆ, ਹੁਣ ਕਾਮਨ ਦੀ ਗੱਲ ਹੈ, ਕਿਸੇ ਨੂੰ ਲੱਗਦਾ ਕਿ 2500 ਰੁਪਏ ਯਾਰ ਜ਼ਿਆਦਾ ਮਹਿੰਗਾ ਸ਼ੇਅਰ ਹੈ ਜਾਂ ਮੇਰੇ ਕੋਲ ਇੰਨੇ ਪੈਸੇ ਨਹੀਂ ਹੋਏ, ਮੈਂ ਖਰੀਦਾਂ ਚਾਹੁੰਦਾ ਪਰ 2500 ਰੁਪਏ ਲਾ ਕੇ ਨਹੀਂ ਖਰੀਦਣਾ ਚਾਹੁੰਦਾ, ਤਾਂ ਕੰਪਨੀ ਇਸ ਸਾਰੇ ਸ਼ੇਅਰ ਨਾ ਵੇਚ ਦੇ, ਦੋ ਆਪਦੇ ਕੋਲੇ ਰੱਖ ਲੈ, ਦੋ ਵੇਚ ਦੇ, ਆ ਗਿਆ तो 500 रुपए शेयर खरीद के रखो। तो ਇਹਦੇ ਨਾਲ ਕੀ ਹੁੰਦਾ, ਫਿਰ ਅਗੇਨ ਹੋ ਗਿਆ ਕਿ ਸਾਡਾ ਸ਼ੇਅਰ ਜ਼ਿਆਦਾ ਟ੍ਰੇਡ ਹੋ ਗਿਆ। ओके जी, हम क्लियर है? ओके जी, इन्नी गल सर समझ आ गई सबनों, बोनस शेयर पता लग ਸਰ गया ਜਿਵੇਂ कि ਸਰ ਜਦੋਂ split ਸਪਲਿਟ ਕਰਦੇ ਆ ਸਰ ਫਿਰ ਉਹ ਚਾਰਟ ਵੀ ਡਿੱਗ ਜਾਂਦਾ ਇੱਕਦਮ, ਜੇ ਆਪਾਂ ਜਿਵੇਂ ਇੱਕ ਵਾਰ ਦੇਖੇ ਚਾਰਟ ਡਿੱਗ ਜੇ ਇੱਕਦਮ। बिल्कुल सर, बिल्कुल जी। नेक्स्ट ਜਿਹੜਾ ਪ੍ਰਾਈਸ ਓਪਨ ਹੋਏਗਾ ਫਿਰ ਉਸ ਦੇ ਬੇਸਿਸ ਤੇ ਪ੍ਰਾਈਸ ਓਪਨ ਹੁੰਦਾ ਹੈ। ਠੀਕ। ਇਹ ਵੈਸੇ ਸਰ ਆਪਾਂ ਪੋਜ਼ਿਟਿਵ ਲੈ ਕੇ ਚੱਲਦੇ ਕਿ ਨੈਗੇਟਿਵ ਸਪਲਿਟ? देखो फर्क तो कोई नहीं पैन लग गया जी, ਹੁਣ ਤੁਸੀਂ ਤੁਹਾਡੇ ਕੋਲ 10 ਰੁਪਏ ਸੀ, ਠੀਕ ਹੈ, 10 ਰੁਪਏ ਤੁਸੀਂ 1 ਰੁਪਿਆ ਕਰਾ ਲਿਆ, ਇਹ ਪੋਜ਼ਿਟਿਵ ਹੈ ਕਿ ਨੈਗੇਟਿਵ ਹੈ? ਵੈਲਿਊ ਤਾਂ ਚਲੋ ਸੇਮ ਹੀ ਹੈ। ਹਾਂ ਬਸ ਗਲਤੀ ਹੈ, ਵੈਲਿਊ ਤਾਂ ਸੇਮ ਹੀ ਹੈ। ਇਹਦੇ ਨਾਲ ਕੋਈ ਪੋਜ਼ਿਟਿਵ ਨੈਗੇਟਿਵਿਟੀ ਦਾ ਕੋਈ ਬੜਾ ਇੰਪੈਕਟ ਨਹੀਂ ਪੈਂਦਾ, ਬਸ ਇਹ ਹੈ ਵੀ ਹਾਂ ਟ੍ਰੇਡਿੰਗ ਜ਼ਿਆਦਾ ਹੋਣ ਲੱਗ ਪਈ। ਓਕੇ ਸਰ, ਵੀ ਤੁਹਾਡੀ ਇੱਕ ਸਹੂਲਤ ਬਣ ਗਈ ਵੀ ਤੁਸੀਂ ਕਿਸੇ ਨੂੰ ਕਿਰਾਇਆ ਦੇਣਾ ਸੀ, ਟੁੱਟੇ ਪੈਸੇ ਸੀਗੇ ਤੁਹਾਡੇ ਕੋਲੇ, ਚੰਗੀ ਗੱਲ ਹੋਊਗੀ। ਨਾ ਟੁੱਟੇ ਪੈਸੇ ਹੁੰਦੇ ਤਾਂ ਕੀ ਹੁੰਦਾ, ਫਿਰ ਵੀ ਤੁਹਾਨੂੰ ਦੂਜਾ ਬੰਦਾ ਟੁੱਟੇ ਪੈਸੇ ਦੇ ਦਿੰਦਾ, ਕੁਝ ਬੜਾ ਫਰਕ ਤਾਂ ਕੁਝ ਨਹੀਂ ਪੈਣ ਲੱਗਿਆ ਸੀ। ਫਰਕ ਪਊਗਾ ਡਿਮਾਂਡ ਐਂਡ ਸਪਲਾਈ ਕਰਕੇ, ਜਦੋਂ ਉਹੀ ਗੱਲ ਕਿ ਉਹਦੀ ਲਿਕੁਇਡਿਟੀ ਵਧੂਗੀ, ਲੋਕਾਂ ਦੀ ਡਿਮਾਂਡ ਵਧੂਗੀ, ਸਾਨੂੰ 500 ਰੁਪਏ ਦਾ ਸ਼ੇਅਰ ਮਿਲ ਰਿਹਾ, ਫਿਰ ਉਹ ਚੀਜ਼ ਦਾ ਫਰਕ ਪੈ ਜਾਂਦਾ। ਪਰ ਔਨ ਦੈਟ ਡੇ ਜਦੋਂ ਆਪਾਂ ਇਹਨਾਂ ਸਪਲਿਟ ਹੋਇਆ ਉਹਦੇ ਨਾਲ ਕੋਈ ਫਰਕ ਨਹੀਂ ਪੈਣ ਲੱਗਿਆ, ਠੀਕ ਹੈ। ਜੇ ਉਹਦੀ ਸਪਲਾਈ ਮੰਨ ਲਓ ਗਿਰ ਗਈ, ਹੋ ਸਕਦਾ ਪ੍ਰਾਈਸ ਘਟ ਜੀ, ਜੇ ਸਪਲਾਈ ਵੱਧ ਗਈ ਹੋ ਸਕਦਾ, ਜੇ ਡਿਮਾਂਡ ਵੱਧ ਗਈ, ਠੀਕ ਹੈ, ਡਿਮਾਂਡ ਵੱਧ ਗਈ ਤਾਂ ਉਹਦਾ ਪ੍ਰਾਈਸ ਵੱਧ ਜੂ, ਮੰਨ ਲਓ ਜੇ ਡਿਮਾਂਡ ਘਟ ਗਈ ਉਹਦਾ ਪ੍ਰਾਈਸ ਘਟ ਜਾਣਾ। ਤੈਨੂੰ ਆਪਾਂ ਪੋਜ਼ਿਟਿਵ ਜਾਂ ਨੈਗੇਟਿਵ ਸਿਨੈਰੀਓ ਚ ਨਹੀਂ ਲੈ ਕੇ ਚੱਲਦੇ, ਬਸ ਇਹਦਾ ਬੇਸਿਕ ਜੀ ਚੀਜ਼ ਹੈ ਕਿ ਸਪਲਿਟ ਕੀਤਾ, ਉਹਦੇ ਟੋਟੇ ਕੀਤੇ, ਵੈਲਿਊ ਤੋਂ ਨਹੀਂ ਰਹੀ ਹੈ। ਚਲੋ ਨੈਕਸਟ ਆਪਾਂ ਆਉਂਦੇ ਰਾਈਟਸ ਦੇ ਉੱਪਰ। ਬੋਨਸ ਹੋ ਗਿਆ ਕਿ ਕੰਪਨੀ ਇੱਕ ਸ਼ੇਅਰ ਦੇ ਬਦਲੇ ਮੰਨ ਲਓ ਇੱਕ ਸ਼ੇਅਰ ਦੇ ਰਹੀ ਹੈ, ਜਾਂ ਦੋ ਸ਼ੇਅਰ ਦੇ ਬਦਲੇ ਇੱਕ ਸ਼ੇਅਰ ਆਪਦੇ ਪੱਲਿਓਂ ਦੇ ਰਹੀ ਹੈ। ਸਪਲਿਟ ਕੰਪਨੀ ਨੇ ਆਪਦੇ ਪੱਲਿਓਂ ਕੁਝ ਨਹੀਂ ਦਿੱਤਾ, ਤੁਹਾਡੇ ਵਾਲੇ ਸ਼ੇਅਰ ਨਹੀਂ ਉਹਨਾਂ ਨੇ ਸਪਲਿਟ ਕਰਤਾ, ਤੇ ਵੱਧ ਤੋਂ ਵੱਧ ਕਿੰਨਾ ਕਰ ਸਕਦੀ ਹੈ, ਜਿੰਨਾ ਕੰਪਨੀ ਦੀ ਫੇਸ ਵੈਲਿਊ ਹੈ। ਆਪਾਂ ਦੇਖਿਆ ਦੋ ਵਾਰੀ ਫੇਸ ਵੈਲਿਊ ਕੰਮ ਹੁੰਦੀ ਹੈ, ਡਿਵੀਡੈਂਡ ਦੇਣ ਲੱਗੇ ਤੇ ਸਪਲਿਟ ਕਰਨ ਲੱਗੇ। ਤੀਜੇ ਨੰਬਰ ਤੇ ਆਪਣੇ ਕੋਲ ਆ ਗਿਆ ਜੀ ਰਾਈਟਸ। ਹੁਣ ਰਾਈਟਸ ਦਾ ਮਤਲਬ ਕੀ ਹੁੰਦਾ, ਇੱਥੇ ਦੇਖੋ ਰਾਈਟ ਦਾ ਕੋਈ ਵੀ ਨੋ ਡਾਟਾ ਫॉर ਰਾਈਟਸ, ਯਾਨੀ ਕਿ ਕੰਪਨੀ ਨੇ ਰਾਈਟਸ ਨਹੀਂ ਕੱਢੇ। ਰਾਈਟ ਦਾ ਬੇਸਿਕਲੀ ਮਤਲਬ ਕੀ ਹੈ, ਇੱਥੇ ਨਾ ਕੰਪਨੀ ਕੀ ਕਰਦੀ ਹੈ ਕਿ ਜਿਹੜੇ ਵੀ ਸਾਡੇ ਆਲਰੇਡੀ ਜਿਨ੍ਹਾਂ ਕੋਲੇ ਸਟਾਕ ਪਿਆ ਸਾਡਾ, ਠੀਕ ਹੈ, ਸਾਡੇ ਆਲਰੇਡੀ ਜਿਹੜੇ ਐਗਜ਼ਿਸਟ ਸਟਾਕ ਹੋਲਡਰਸ ਹੈਗੇ ਆ, ਅਸੀਂ ਉਹਨਾਂ ਨੂੰ ਹੀ ਸਟਾਕ ਹੋਰ ਦੇਣਾ, ਪਰ ਮੁਫਤੀ ਨਹੀਂ ਦੇਣਾ, ਪੈਸੇ ਲੈ ਕੇ ਦੇਣਾ। ਰਾਈਟਸ ਦਾ ਮਤਲਬ ਕੀ ਹੈ ਕਿ ਮੇਰੇ ਕੋਲ ਇੱਕ ਨਵਾਂ ਸ਼ੇਅਰ, ਇੱਕ ਸ਼ੇਅਰ ਆਲਰੇਡੀ ਮੇਰੇ ਕੋਲ
ਪਿਆ ਤਾਂ ਕੰਪਨੀ ਕਹਿੰਦੀ ਹੈ ਕਿ ਤੁਸੀਂ ਆ ਕਰੋ, ਅਸੀਂ ਤੁਹਾਨੂੰ ਇੱਕ ਸ਼ੇਅਰ ਹੋਰ ਦੇ ਦਾਂਗੇ, ਸਾਡੇ ਕੋਲ ਲੈ ਲਓ, ਖਰੀਦ ਲਓ। ਅਸੀਂ ਬੋਨਸ ਨਹੀਂ ਦੇ ਰਹੇ, ਬੋਨਸ ਕੀ ਸੀ, ਤੁਹਾਡੇ ਕੋਲ ਇੱਕ ਸ਼ੇਅਰ ਪਿਆ, ਇੱਕ ਸਾਡੇ ਤੋਂ ਫ੍ਰੀ ਚ ਲੈ ਲਓ। ਰਾਈਟਸ ਦੇ ਵਿੱਚ ਕੀ ਹੈ ਕਿ ਕੰਪਨੀ ਜਦੋਂ ਤੁਹਾਡੇ ਕੋਲ ਆਲਰੇਡੀ ਇੱਕ ਸ਼ੇਅਰ ਪਿਆ, ਤੁਸੀਂ ਉਹਦੇ ਪਿੱਛੇ ਇੱਕ ਸ਼ੇਅਰ ਹੋਰ ਲੈ ਸਕਦੇ ਹੋ, ਪਰ ਪੈਸੇ ਦੇ ਕੇ। ਹੁਣ ਜੇ ਆਪਾਂ ਇਹ ਗੱਲ ਕਰੀਏ, ਜੇ ਪੈਸੇ ਦੇ ਕੇ ਲੈਣੇ ਆ ਤਾਂ ਆਪਾਂ ਕੰਪਨੀ ਤੋਂ ਕਾਹਤੋਂ ਖਰੀਦਣੇ, ਆਪਾਂ ਮਾਰਕੀਟ ਚੋਂ ਖਰੀਦ ਲਾਂਗੇ। ਤੇ ਇੱਥੇ ਥੋੜਾ ਜਿਹਾ ਫਰਕ ਹੁੰਦਾ ਹੈ। ਕੰਪਨੀ ਕੀ ਕਰਦੀ ਹੈ, ਜਿਹੜਾ ਆਪਦਾ ਰਾਈਟਸ ਕੱਢਦੀ ਹੈ, ਜੇ ਕੰਪਨੀ ਚ ਮੰਨ ਲਓ 2450 ਰੁਪਏ ਦਾ ਸ਼ੇਅਰ ਵਿਕ ਰਿਹਾ, ਤਾਂ ਕੰਪਨੀ ਕਹੂਗੀ ਜਾਂ ਕਰੋ ਤੁਸੀਂ ਸਾਨੂੰ 2448 ਰੁਪਏ ਦੇ ਦਿਓ। 1-2 ਰੁਪਏ ਸਸਤਾ ਹੁੰਦਾ, ਬੜਾ ਸਸਤਾ ਨਹੀਂ ਹੁੰਦਾ, ਕਿਉਂਕਿ ਜੇ ਕੰਪਨੀ ਮਾਰਕੀਟ ਪ੍ਰਾਈਸ ਦੀ ਕੱਢੂਗੀ ਫਿਰ ਤਾਂ ਕੀ ਹੋਊਗਾ, ਫਿਰ ਤਾਂ ਆਬਵੀਅਸ ਜੀ ਗੱਲ ਹੈ, ਲੋਕਾਂ ਨੇ ਕਹਿਣਾ ਵੀ ਕੰਪਨੀ ਨੂੰ ਛੱਡੋ, ਅਸੀਂ ਮਾਰਕੀਟ ਚੋਂ ਲੈ ਲੈਂਦੇ ਹਾਂ। ਤਾਂ ਕੰਪਨੀ 1-2 ਰੁਪਏ ਦਾ, ਕਈ ਵਾਰੀ 5 ਰੁਪਏ ਦਾ ਵੀ ਫਰਕ ਪਾਉਂਦੀ ਹੈ, ਵੀ ਜੇ ਤੁਹਾਨੂੰ ਮਾਰਕੀਟ ਚੋਂ 50 ਰੁਪਏ ਦਾ ਮਿਲਦਾ, ਅਸੀਂ ਤੁਹਾਨੂੰ 48 ਰੁਪਏ ਦਾ ਦੇ ਦਿੰਦੇ ਹਾਂ, ਅਸੀਂ ਤੁਹਾਨੂੰ 46 ਰੁਪਏ ਦਾ ਦੇ ਦਿੰਦੇ ਹਾਂ। ਤਾਂ ਪਰ ਮਿਲੂਗਾ ਕਿੰਨਾਂ ਨੂੰ, ਜਿਨ੍ਹਾਂ ਕੋਲੇ ਆਲਰੇਡੀ ਸ਼ੇਅਰ ਹੈਗੇ ਆ। ਇੰਨੀ ਗੱਲ ਸਮਝ ਆਈ ਜੀ? ਸਰ ਜਿਵੇਂ ਸਰ ਟਾਟਾ ਪਾਵਰ ਦਾ ਮੈਂ ਰਾਈਟ ਦੇਖ ਰਿਹਾ ਸੀਗਾ ਸਰ, ਉਹਦੇ ਵਿੱਚ ਪ੍ਰੀਮੀਅਮ ਸਰ 19 ਮਾਰਚ 2014 ਦਾ 59 ਆ ਰਿਹਾ, ਤੇ ਰੇਸ਼ੀਓ ਆ ਰਹੀ ਹੈ 7/50। ਸਰ ਇਹਦਾ ਮਾੜਾ ਸਮਝਾਇਓ ਰੇਸ਼ੀਓ ਤੇ। ਦੇਖੋ ਸਰ, ਇਹਦਾ ਮਤਲਬ ਕੀ ਹੈ ਜੀ, ਕਿ ਜਿਨ੍ਹਾਂ ਕੋਲੇ 50 ਸ਼ੇਅਰ ਹੈਗੇ ਸੀ ਆਲਰੇਡੀ, ਉਹਨਾਂ ਨੂੰ 7 ਨਵੇਂ ਸ਼ੇਅਰ ਮਿਲੇ। ਰੇਸ਼ੋ ਕੀ ਹੁੰਦੀ ਆ, ਆਪਾਂ ਪੜ੍ਹੀ ਹੈ ਕਿ ਰਾਈਟ ਸਾਈਡ ਜਿਹੜੀ ਹੈ, ਇਹਦਾ ਮਤਲਬ ਤੁਹਾਡੇ ਕੋਲ ਇੰਨੇ ਸ਼ੇਅਰ ਹੋਣੇ ਚਾਹੀਦੇ ਆ, ਉਹਦੇ ਬਿਹਾਫ ਤੇ ਤੁਹਾਨੂੰ ਇੰਨੇ ਮਿਲ ਜਾਣਗੇ। ਸਰ ਮਤਲਬ 59 ਪ੍ਰਾਈਸ ਤੇ ਮਿਲ ਗਏ, 59 ਰੁਪਏ ਦੇ ਹਿਸਾਬ ਨਾਲ। ਹਾਂਜੀ ਠੀਕ। ਭਾਜੀ ਇੱਕ ਗੱਲ ਕਲੀਅਰ ਕਰਿਓ, ਜਿਵੇਂ ਇਹਨਾਂ ਨੇ ਕਿਹਾ 50 ਸ਼ੇਅਰ 50:7, ਮਤਲਬ ਮਿਨੀਮਮ 50 ਸ਼ੇਅਰ ਜਿਹਦੇ ਕੋਲ ਹੋਣਗੇ ਉਹਨੂੰ 7 ਮਿਲਣਗੇ, ਹਾਂਜੀ ਤੇ ਜਿਹਦੇ ਕੋਲ 100 ਨੇ ਉਹਨੂੰ 14 ਮਿਲਣਗੇ, ਏਦਾਂ ਰੇਸ਼ੋ ਚੱਲਦੀ ਹੈ। ਹਾਂਜੀ। ਠੀਕ ਹੈ। ਤੇ ਤੁਹਾਨੂੰ ਪੈਸਾ ਦੇਣਾ ਪੈਣਾ। ਰਾਈਟਸ ਦਾ ਮਤਲਬ ਕੀ ਹੈ ਕਿ ਤੁਸੀਂ ਪੈਸੇ ਦੇ ਕੇ ਖਰੀਦ ਰਹੇ ਹੋ, ਮੁਫਤ 'ਚ ਨਹੀਂ ਮਿਲ ਰਹੇ ਤੁਹਾਨੂੰ। ਇਹਦੇ 'ਚ ਕੰਪਨੀ ਨੂੰ ਫਿਰ ਬੈਨੀਫਿਟ ਕੀ ਹੈਗੇ? ਸਰ ਕੰਪਨੀ ਨੂੰ ਪੈਸਾ ਮਿਲ ਰਿਹਾ, ਉਹਨਾਂ ਨੇ ਤੁਹਾਨੂੰ ਸ਼ੇਅਰ ਵੇਚੇ ਆ, ਕੰਪਨੀ ਤੁਹਾਡੇ ਤੋਂ ਪੈਸਾ ਲੈ ਰਹੀ ਹੈ ਕਿ ਨਹੀਂ ਲੈ ਰਹੀ? ਓਕੇ ਓਕੇ, ਠੀਕ ਹੈ। ਜਿਵੇਂ ਆਈਪੀਓ 'ਚ ਸੀ, ਜਿਵੇਂ ਆਪਾਂ ਪ੍ਰਾਇਮਰੀ ਸੈਕੰਡਰੀ ਮਾਰਕੀਟ ਪੜ੍ਹੀ ਸੀ, ਠੀਕ ਹੈ। ਨੈਕਸਟ ਆ ਗਿਆ ਜੀ ਆਪਣੇ ਕੋਲੇ ਏਜੀਐਮ ਤੇ ਈਜੀਐਮ। ਏਜੀਐਮ ਕੀ ਹੁੰਦਾ, ਜਿਹੜੀ ਐਨੂਅਲ ਜਨਰਲ ਮੀਟਿੰਗ ਹੁੰਦੀ ਹੈ। ਈਜੀਐਮ ਕੋਈ ਐਕਸਟਰਾ ਜਨਰਲ ਮੀਟਿੰਗ ਰੱਖ ਲੈਂਦੀ ਹੈ ਕੰਪਨੀ। ਤਾਂ ਇਹਦੇ ਵਿੱਚ ਕੀ ਹੈ, ਇੱਕ ਤਾਂ ਆਪਾਂ ਦੇਖਿਆ ਸੀ ਬੋਰਡ ਮੀਟਿੰਗਸ, ਉਹ ਨੋਰਮਲੀ ਜਦੋਂ ਕੁਆਰਟਰਲੀ ਰਿਜ਼ਲਟ ਅਨਾਉਂਸ ਹੁੰਦੇ ਆ, ਕਈ ਵਾਰੀ ਕੰਪਨੀਆਂ ਕੀ ਕਰਦੀਆਂ, ਵੈਸੇ ਹੀ ਉਹਨਾਂ ਦੀ ਇੱਕ ਐਨੂਅਲ ਜਨਰਲ ਮੀਟਿੰਗ ਹੁੰਦੀ ਹੈ, ਔਰ ਮੰਨ ਲਓ ਕੋਈ ਪ੍ਰੋਡਕਟ ਲਾਂਚ ਕਰ ਰਹੀ ਹੈ, ਅੱਜ ਕੋਈ ਹੋਰ ਨਵੀਂ ਗੱਲ ਲੈ ਕੇ ਆਉਂਦੀ ਹੈ, ਜਿਵੇਂ ਰਿਲਾਇੰਸ ਦੀ ਜਦੋਂ ਵੀ ਏਜੀਐਮ ਹੁੰਦੀ ਹੈ ਤਾਂ ਕੋਈ ਇੱਕ ਦਾ ਪ੍ਰੋਡਕਟ ਲਾਂਚ ਕਰ ਲੈਂਦੇ ਆ। ਆਪਾਂ ਦੇਖਦੇ ਹਾਂ ਕਿ ਚਲੋ ਵੈਸੇ ਐਗਜ਼ਾਮਪਲ ਤਾਂ ਬਾਹਰ ਦੀ ਹੋਈ ਹੈ, ਐਪਲ ਹੈ, ਐਪਲ ਸਤੰਬਰ ਚ ਆਪਦੀ ਐਨੂਅਲ ਜਨਰਲ ਮੀਟਿੰਗ ਕਰਦੀ ਹੈ, ਉਦੋਂ ਆਪਦੇ ਪ੍ਰੋਡਕਟ ਲਾਂਚ ਕਰਦੀ ਹੈ। ਤਾਂ ਐਨੂਅਲ ਜਨਰਲ ਮੀਟਿੰਗ ਕੀ ਹੁੰਦੀ ਹੈ, ਕੰਪਨੀ ਇੱਕ ਮੀਟਿੰਗ ਐਨੂਅਲੀ ਕਰਦੀ ਹੈ ਆਪਦੀ, ਜਿਹਦੇ ਵਿੱਚ ਉਹ ਆਪਦੇ ਬਾਰੇ ਦੱਸਦੀ ਹੈ, ਜਾਂ EMPLOYEES ਨੂੰ ਖੁਸ਼ ਕਰਨ ਲਈ ਕੁਝ ਅਨਾਉਂਸਮੈਂਟ ਕਰ ਦਿੰਦੀ ਹੈ। ਠੀਕ ਹੈ। ਤਾਂ ਇਦਾਂ ਦੀਆਂ ਜਿਹੜੀਆਂ ਐਨੂਅਲ ਜਨਰਲ ਮੀਟਿੰਗਸ ਆ, ਆਪਾਂ ਉਹਦੇ ਉੱਪਰ ਵੀ ਨਜ਼ਰ ਰੱਖਦੇ ਹਾਂ ਕਿ ਕੰਪਨੀ, ਮੰਨ ਲਓ ਜੇ ਕੰਪਨੀਆਂ ਦੇ EMPLOYEES ਨੂੰ ਬੋਨਸ ਦੇ ਰਹੀ ਹੈ, ਸ਼ੇਅਰ ਹੋਲਡਰਸ ਦੀ ਗੱਲ ਛੱਡ ਦਿਓ, ਸਿਰਫ ਉਹ ਬੰਦੇ ਜਿਹੜੇ ਕੰਪਨੀ 'ਚ ਕੰਮ ਕਰ ਰਹੇ ਆ, ਜੇ ਕੰਪਨੀ ਨੇ ਅਨਾਉਂਸ ਕਰਤਾ ਕਿ ਅਸੀਂ ਆਪਦੇ ਜਿਹੜੇ ਸਾਡੇ EMPLOYEE ਉਹਨਾਂ ਨੂੰ ਬੋਨਸ ਦੇਣਾ, ਤਾਂ ਇਸ ਚੀਜ਼ ਦਾ ਇੱਕ ਮੈਨੂੰ ਗੱਲ ਦੱਸੋ ਕਿ ਕੰਪਨੀ ਦਾ ਸ਼ੇਅਰ ਪ੍ਰਾਈਸ ਵਧੂਗਾ ਜਾਂ ਘਟੂਗਾ? ਵਧੂਗਾ ਸਰ, ਕੰਪਨੀ ਪ੍ਰੋਫਿਟ ਤਾਂ ਹੀ ਬੋਨਸ ਦੇਣ ਦੀ ਆਪਣੇ EMPLOYEES ਨੂੰ। ਆਪਾਂ ਨੂੰ ਇੱਥੇ ਅੰਦਾਜ਼ਾ ਹੋਇਆ ਕਿ ਜੇ ਕੰਪਨੀ ਨੇ ਆਪਣੇ EMPLOYEES ਨੂੰ ਸ਼ੇਅਰ ਬੋਨਸ ਦਿੱਤਾ, ਯਾਨੀ ਕਿ ਕੰਪਨੀ ਪ੍ਰੋਫਿਟ 'ਚ ਵਧੀਆ ਕੰਮ ਕਰ ਰਹੀ ਹੈ, ਤਾਂ ਆਪਾਂ ਉਹ ਅੰਦਾਜ਼ਾ ਲਾ ਸਕਦੇ ਹਾਂ ਕਿ ਹਾਂਜੀ ਇਹਨਾਂ ਨੇ ਇਸ ਵਾਰੀ ਆਪਣੇ EMPLOYEES ਨੂੰ ਬੋਨਸ ਦਿੱਤਾ ਕਿਉਂਕਿ ਇਹਨਾਂ ਦਾ ਵਧੀਆ ਕੰਮ ਚੱਲ ਰਿਹਾ, ਪ੍ਰੋਫਿਟੇਬਲ ਕੰਪਨੀ ਹੈ, ਹੋ ਸਕਦਾ ਕੱਲ ਨੂੰ ਸਾਡਾ ਪ੍ਰਾਈਸ ਵੀ ਵਧ ਜੇ ਸ਼ੇਅਰ ਦਾ। ਠੀਕ ਹੈ ਸਰ ਇੱਕ ਕੁਐਸਚਨ ਸੀ ਜਿਹੜਾ ਸਪਲਿਟ ਬਾਰੇ, ਸਰ ਜਿੱਦਾਂ ਤੁਸੀਂ ਫੇਸ ਵੈਲਿਊ ਦਾ ਕਿਹਾ, ਸਰ ਬਾਹਰਲੀਆਂ ਜਿੱਦਾਂ ਐਪਲ, ਇਹਨਾਂ ਦੀ ਵੀ ਵੈਲਿਊ ਹੁੰਦੀ ਹੈ ਫੇਸ ਵੈਲਿਊ ਇਦਾਂ ਕੁਝ? ਹਾਂਜੀ ਸਰ, ਹੁੰਦੀ ਹੈ। ਸਰ ਜਿਵੇਂ ਏਜੀਐਮ ਲਿਖਿਆ ਸਰ, ਐ ਕੋਈ ਹੋਰ ਕੰਪਨੀ 'ਚ ਪੀਓਐਮ ਤੇ ਸੀਓਐਮ ਵੀ ਲਿਖਿਆ ਸਰ, ਉਹਦਾ ਕੀ ਮਤਲਬ? ਚਲੋ ਉਹ ਇਹਨਾਂ ਦੀਆਂ ਮੀਟਿੰਗਸ ਹੀ ਹੁੰਦੀਆਂ, ਜਿਹੜਾ ਆਪਾਂ ਕਹਿੰਦੇ ਨਾ ਪੀਜੀਐਮ, ਉਹ ਜਦੋਂ ਪ੍ਰੋਡਕਟ ਲਾਂਚ ਹੁੰਦਾ ਉਦੋਂ ਸਪੈਸ਼ਲ ਉਹਨੂੰ ਪੀਜੀਐਮ ਕਹਿੰਦੇ ਆ ਕਿ ਪ੍ਰੋਡਕਟ ਲਾਂਚ 'ਚ ਸਾਡੀ ਇੱਕ ਜਨਰਲ ਮੀਟਿੰਗ ਹੋਈ ਹੈ ਪ੍ਰੋਡਕਟ ਨੂੰ ਲੈ ਕੇ, ਜਾਂ ਪ੍ਰੋਡਕਟਿਵਿਟੀ ਨੂੰ ਲੈ ਕੇ ਸਾਡੀ ਮੀਟਿੰਗ ਹੋਈ ਹੈ। ਹੁਣ ਬਸ ਉਹ ਮੀਟਿੰਗਸ ਦੇ ਨਾਮ ਅਲੱਗ-ਅਲੱਗ ਹੈ ਕਿ ਏਜੀਐਮ ਹੋ ਗਿਆ, ਈਜੀਐਮ ਹੋ ਗਿਆ, ਪੀਜੀਐਮ ਹੋ ਗਿਆ। ਠੀਕ ਹੈ ਬੇਸਿਕਲੀ ਉਹ ਮੀਟਿੰਗਸ ਹੀ ਹੈ। ਠੀਕ ਸਰ ਇਹ ਜਿੱਦਾਂ ਮਨੀ ਕੰਟਰੋਲ ਦੇ ਉੱਤੇ ਇਕੱਲੀਆਂ ਐਨਐਸਸੀ ਕੰਪਨੀ ਨਿਕਲਦੀਆਂ ਸਰ, ਜਿਹੜੀਆਂ ਨਾਸਦਾਕ ਦੀਆਂ ਜਾਂ ਐਨਵਾਈਐਸਸੀ ਦੀ ਕੰਪਨੀ ਕੱਢਦੀ, ਉਹਨਾਂ ਦੀ ਵੀ ਵੈਬਸਾਈਟ ਹੁੰਦੀ ਹੈ? ਨਹੀਂ ਸਰ, ਉਹ ਆਪਾਂ ਇਹਦੇ ਤੇ ਨਹੀਂ ਹੈਗੀ ਜੀ, ਉਹ ਅਮਰੀਕਨ ਕੰਪਨੀਆਂ ਹੈ। ਠੀਕ ਹੈ, ਉਹ ਉਹਨਾਂ ਦੀਆਂ ਸਾਈਟਸ ਤੇ ਹੀ ਨਿਕਲਣਗੀਆਂ। ਮਨੀ ਕੰਟਰੋਲ ਇੰਡੀਅਨ ਮਾਰਕੀਟ ਨਾਲ ਡੀਲ ਕਰਦੀ ਹੈ। ਸਰ ਉਹਨਾਂ ਦੀ ਕਿਹੜੀ ਵੈਬਸਾਈਟ ਹੈ ਜਿਹੜੀ ਜਿੱਥੋਂ ਉਹਨਾਂ ਦਾ ਡਾਟਾ ਨਿਕਲਦਾ? ਸਰ ਉਹਨਾਂ ਦਾ ਡਾਟਾ ਥੋੜਾ ਬਹੁਤਾ ਟ੍ਰੇਡਿੰਗ ਵਿਊ ਤੋਂ ਵੀ ਨਿਕਲ ਜਾਂਦਾ ਹੈਗਾ ਜੀ, ਜੇ ਤੁਸੀਂ ਟ੍ਰੇਡਿੰਗ ਵਿਊ ਤੋਂ ਦੇਖਦੇ ਹੋ। ਸਰ ਟ੍ਰੇਡਿੰਗ ਵਿਊ ਤੋਂ ਨਿਕਲ ਆਉਂਦਾ ਹੁੰਦਾ, ਫਾਈਨੈਂਸ਼ੀਅਲ ਸਟੇਟਮੈਂਟਸ ਜਿੱਦਾਂ ਸਟੈਟਿਸਟਿਕਸ ਨਿਕਲਦੀ ਹੁੰਦੀ ਹੈ ਟ੍ਰੇਡਿੰਗ ਵਿਊ ਤੋਂ, ਪਰ ਜਿੱਦਾਂ ਪ੍ਰੋਪਰ ਆ ਚਾਰਟਸ ਵਗੈਰਾ? ਜਦੋਂ ਤੁਸੀਂ ਗੂਗਲ ਕਰੋਗੇ ਤੁਹਾਨੂੰ ਬਹੁਤ ਸਾਰੀਆਂ ਸਾਈਟਸ ਮਿਲ ਜਾਣਗੀਆਂ। ਠੀਕ ਹੈ, ਕੰਪਨੀ ਨੂੰ ਸਰਚ ਕਰੋ, ਮੰਨ ਲਓ ਤੁਸੀਂ ਐਪਲ ਹੀ ਸਰਚ ਕਰਦੇ ਹੋ ਨਾ, ਤੁਸੀਂ ਦੇਖੋ ਐਪਲ ਬੈਲੈਂਸ ਸ਼ੀਟ, ਤੁਹਾਨੂੰ ਆਲਰੇਡੀ ਗੂਗਲ ਨੇ ਟੌਪ ਜਿਹੜੀਆਂ ਕੰਪਨੀਆਂ ਤੋਂ ਦਿਖਾ ਦੇਣੀਆਂ ਨੇ।
ठीक है सर। ठीक है जी। आपका दोनों वेस खाता है कि बैलेंस शीट इतना बड़ी दी है, शेयर कैपिटल सबका सेम उतना चलेगा, रिजर्व डेट सबका उतना ही चलता रहेगा, ठीक है। तो ਉਹ ਬਸ ਆਪਾਂ ਫਿਗਰਸ ਨੂੰ ਆਪਣੇ ਮਾਈਂਡ 'ਚ ਰੱਖਣਾ, ਕਿਹੜੀ ਆਪਾਂ ਨੂੰ ਸਾਈਟ ਉਹ ਫਿਗਰ ਦੇ ਰਹੀ ਹੈ ਉਹਦੇ ਨਾਲ ਕੋਈ ਜ਼ਿਆਦਾ ਫਰਕ ਨਹੀਂ ਪੈਣ ਲੱਗਿਆ। ਸਰ ਉਹਨਾਂ ਦੀ ਥੋੜੀ ਵਰਡਿੰਗ ਚੇਂਜ ਹੈ, ਬਾਕੀ ਆਲਮੋਸਟ ਰੇਸ਼ੀਓਸ ਤੇ ਜਿੱਦਾਂ ਸੇਮ ਨਿਕਲ ਆਉਂਦੀਆਂ ਉਹਨਾਂ ਦੀਆਂ ਵੀ। ਇੰਨਾ ਕਲੀਅਰ ਹੈ ਜੀ ਸਭ ਨੂੰ, ਕੋਈ ਡਾਊਟ ਤਾਂ ਨਹੀਂ ਕਿਸੇ ਦਾ? ਭਾਜੀ ਇੱਕ ਗੱਲ ਹੋਰ ਦੱਸੋ, ਹੈ ਤਾਂ ਜਨਰਲ ਕੁਐਸਚਨ ਹੀ ਹੈਗਾ, ਜਿਹੜੀਆਂ ਏਜੀਐਮਸ ਹੁੰਦੀਆਂ ਨੇ ਜਿਹੜਾ ਮਤਲਬ ਨਾਰਮਲ ਸ਼ੇਅਰ ਹੋਲਡਰ ਹੈ ਉਹ ਵੀ ਜਾ ਕੇ ਉੱਥੇ ਅਟੈਂਡ ਕਰ ਸਕਦਾ? ਨਹੀਂ, ਦੇਖੋ ਜਿਹਦਾ ਮੈਨੂੰ ਥੋੜਾ ਹੋਰ ਬਰੀਫਲੀ ਦੇਖੋ ਮੈਂ ਐਕਸਪਲੇਨ ਕਰਨਾ, ਤਾਂ ਤੁਹਾਨੂੰ ਨਾ ਉਹ ਰਾਈਟਸ ਟੂ ਵੋਟ ਹੁੰਦਾ ਤੁਹਾਡਾ, ਠੀਕ ਹੈ। ਜੇ ਤੁਹਾਡੇ ਕੋਲ ਸ਼ੇਅਰ ਹੈ, ਤੁਹਾਨੂੰ ਕਈ ਵਾਰੀ ਮੈਸੇਜ ਵੀ ਆਇਆ ਹੋਣਾ ਕਿ ਤੁਸੀਂ VOTING ਕਰ ਸਕਦੇ ਹੋ ਆਪਦੀ, ਠੀਕ ਹੈ। ਮੋਸਟਲੀ ਤੁਸੀਂ ਮੰਨ ਲਓ ਜਾਣਾ ਵੀ ਚਾਹੁੰਦੇ ਹੋ, ਤੁਸੀਂ ਜਾ ਸਕਦੇ ਹੋ, ਪਰ ਗੱਲ ਇਹ ਵੀ ਤੁਹਾਡੇ ਕੋਲ ਉਸ ਮੀਟਿੰਗ 'ਚ ਕੋਈ ਫੈਸਲਾ ਲੈਣ ਦਾ ਕਿੰਨਾ ਰਾਈਟ ਹੈ। ਤੁਸੀਂ ਬੋਰਡ ਮੈਂਬਰਸ ਦੀ ਮੀਟਿੰਗ 'ਚ ਗਏ ਹੋ, ਤੁਹਾਡੇ ਕੋਲ ਇੱਕ ਸ਼ੇਅਰ ਹੈ, ਤੁਹਾਡੇ ਕੋਲ 10 ਸ਼ੇਅਰ ਹੈ, 20 ਸ਼ੇਅਰ ਹੈ, ਤੁਹਾਨੂੰ ਵੈਸੇ ਵੀ ਉੱਥੇ ਆਬਵੀਅਸ ਹੀ ਹੈ ਨਾ ਕਿ ਤੁਹਾਨੂੰ ਬੋਰਡ ਮੀਟਿੰਗ 'ਚ ਬੈਠਣ ਦੇਣਗੇ ਵੀ ਤੁਹਾਡੇ ਕੋਲ 10 ਸ਼ੇਅਰਸ ਹੈ। ਨਹੀਂ, ਠੀਕ ਹੈ। ਠੀਕ ਹੈ, ਹਾਂ। ਨਹੀਂ, ਬੋਰਡ ਮੀਟਿੰਗ ਤਾਂ ਉਹਨਾਂ ਦੀ ਆਪਣੇ ਬੋਰਡ ਮੈਂਬਰ ਦੀ ਹੋਗੀ ਨਾ, ਜਿਹੜੀ ਐਨੂਅਲ ਜਨਰਲ ਮੀਟਿੰਗ ਆਪਾਂ ਕਈ ਵਾਰ ਦੇਖਦੇ ਹਾਂ ਰਿਲਾਇੰਸ ਵਾਲੇ ਕੱਢਦੇ ਨੇ ਜਾਂ ਕਿਵੇਂ ਕਰ, ਮੰਨ ਲਓ ਮੇਰੇ ਕੋਲ ਰਿਲਾਇੰਸ ਦੇ ਹੀ 10 ਸ਼ੇਅਰ ਨੇ, ਉਹ ਏਦਾਂ ਫਿਰ ਅੰਦਰ ਜਾਣ ਦਿੰਦੇ ਨੇ, ਮੀਟਿੰਗ ਅਟੈਂਡ ਕਰਨ ਦਿੰਦੇ ਨੇ? CNBC ਆਵਾਜ਼ ਆਉਂਦਾ, ਉਹਦੇ ਤੇ ਸਿੱਧੀ ਮੀਟਿੰਗ ਲਾਈਵ ਚੱਲ ਰਹੀ ਹੁੰਦੀ ਹੈ, ਉਹ ਦੇਖੋ ਤੁਸੀਂ, ਆਪਾਂ ਨੂੰ ਉੱਥੇ ਜਾਣ ਨਹੀਂ ਦੇਣਾ ਹੈਗਾ, ਠੀਕ ਹੈ। ਆਪਣੇ ਕੋਲੇ ਸ਼ੇਅਰ ਕੋਈ ਕਹਿ ਲਓ ਪਾਸ ਨਹੀਂ ਹੈਗਾ, ਉੱਥੇ ਜਾਣ ਦਾ ਵੀ ਮੇਰੇ ਕੋਲ ਸ਼ੇਅਰ ਹੈ ਜੀ, ਮੇਰੇ ਕੋਲ ਪਾਸ ਮਿਲ ਗਿਆ ਆਪਾਂ ਨੂੰ, ਠੀਕ ਹੈ। ਉਹਨਾਂ ਦਾ ਸਿਸਟਮ ਚੱਲ ਰਿਹਾ, ਉਹ ਮੀਟਿੰਗ ਚੱਲ ਰਹੀ ਹੈ। ਠੀਕ ਹੈ, ਠੀਕ ਹੈ, ਕਲੀਅਰ ਜੀ? ਹਾਂਜੀ ਬਾਕੀ ਆਪਾਂ ਕੱਲ ਨੂੰ ਕਰਦੇ ਹਾਂ ਇਸ ਤੋਂ, ਠੀਕ ਹੈ। ਠੀਕ ਹੈ ਭਾਜੀ, ਠੀਕ ਹੈ ਜੀ। ਓਕੇ ਜੀ। ਸਰ ਇੱਕ ਸੀ ਮੇਰਾ ਡੀਮੈਟ ਅਕਾਊਂਟ ਨਹੀਂ ਓਪਨ ਕਰਨ ਦੀ, ਉਹਨਾਂ ਨੂੰ